मावल ना वेख्यो जी। ओम शांति, 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 ये ध्वनि मंगल ध्वनि है। ओम शांति, ओम शांति, ओम शांति, ओम शांति, ओम शांति। बड़ा है सुख कर ये मंत्र मन हर। ओम शांति, ये ध्वनि मंगल ध्वनि है। ओम ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ ਸਾਰਿਆਂ ਨੂੰ। ਸਿਲੀਕਨ ਵੈਲੀ ਬ੍ਰਹਮ ਕੁਮਾਰੀਜ਼ ਤੋਂ ਵੱਲੋਂ ਤੁਹਾਡੇ ਸਾਰਿਆਂ ਨੂੰ ਬਹੁਤ-ਬਹੁਤ ਵੈਲਕਮ ਇੱਥੇ ਅੱਜ ਦੇ ਸੈਸ਼ਨ ਵਾਸਤੇ। ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੈਂ ਰਾਜ ਯੋਗਾ ਮੈਡੀਟੇਸ਼ਨ ਸਾਲ 1.5 ਸਾਲ ਹੋ ਗਿਆ ਮੈਨੂੰ ਕਰਦੇ ਹੋਏ। ਤੇ ਜਦ ਤੋਂ ਮੈਂ ਰਾਜ ਯੋਗਾ ਮੈਡੀਟੇਸ਼ਨ ਕੀਤੀ ਹੈ ਮੇਰੀ ਜ਼ਿੰਦਗੀ ਬਦਲ ਗਈ। ਮੈਨੂੰ ਪਤਾ ਨਹੀਂ ਸੀਗਾ ਮੈਂ ਜ਼ਿੰਦਗੀ ਦਾ ਜ਼ਿੰਦਗੀ ਇੰਨੀ ਸੋਹਣੀ ਇੰਨੀ ਪਿਆਰੀ ਰੱਬ ਨੇ ਦਿੱਤੀ ਸਾਨੂੰ, ਜਿਹਦਾ ਆਨੰਦ ਨੂੰ ਮੈਂ ਮਿਸ ਕੀਤਾ ਇੰਨੇ ਸਾਲ ਆਪਣੀ ਜ਼ਿੰਦਗੀ ਦੇ। ਤੇ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਜਿੰਨੀ ਮੈਨੂੰ ਸਿੱਖਿਆ ਮਿਲੀ ਬ੍ਰਹਮ ਕੁਮਾਰੀਜ਼ ਤੋਂ ਰਾਜ ਯੋਗਾ ਮੈਡੀਟੇਸ਼ਨ ਕਰਕੇ, ਮੈਂ ਆਪਣੀ ਜੋ ਸਿੱਖਿਆ ਮੈਨੂੰ ਮਿਲੀ ਉਹ ਸਿੱਖਿਆ ਤੁਹਾਡੇ ਸਾਰਿਆਂ ਨਾਲ ਮੈਂ ਸ਼ੇਅਰ ਕਰਨ ਦਾ ਮੌਕਾ ਮਿਲ ਰਿਹਾ ਮੈਨੂੰ। ਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਹਾਨੂੰ ਅੱਜ ਇੱਥੇ ਜੁਆਇਨ ਕਰਨ ਵਾਸਤੇ। ਬਿਫੋਰ ਅਸੀਂ ਅੱਗੇ ਜਾਈਏ ਜਸਟ ਅ ਫਿਊ ਕੁਇਕ ਰਿਕੁਐਸਟ ਕਿ ਮੈਂ ਤੁਹਾਨੂੰ ਰਿਕੁਐਸਟ ਕਰਾਂਗੇ ਤੁਸੀਂ ਕਿਸੇ ਕੁਆਇਟ ਜਗ੍ਹਾ ਤੇ ਬੈਠੋ ਆਪਣੇ ਘਰ ਦੇ ਵਿੱਚ, ਤਾਂ ਕਿ ਤੁਸੀਂ ਫੋਕਸ ਕਰਕੇ ਇਹ ਕਲਾਸ ਅਟੈਂਡ ਕਰ ਸਕੋ। ਤੇ ਜੇ ਜ਼ੂਮ ਤੇ ਆਪਣਾ ਫਰਸਟ ਨੇਮ ਔਰ ਆਪਣਾ ਲਾਸਟ ਨੇਮ ਲਿਖ ਦਿਓ ਤਾਂ ਕਿ ਵੀ ਕੈਨ ਰਿਕਗਨਾਈਜ਼ ਹੂ ਯੂ ਆਰ। ਤੇ ਬਿਲਕੁਲ ਕੁਆਇਟ ਹੈ, ਫੋਨ ਆਫ ਕਰਕੇ, ਕੋਈ ਡਿਸਟਰਬੈਂਸ ਨਾ ਹੋਏ, ਜਿੰਨਾ ਪੋਸੀਬਲ ਉਹਨਾਂ ਬਿਨਾਂ ਡਿਸਟਰਬੈਂਸ ਦੇ ਬੈਠਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ ਮੈਕਸਿਮਮ ਫਾਇਦਾ ਉਠਾ ਸਕੋ ਇਸ ਕਲਾਸ ਦਾ। ਤੇ ਸਾਡੇ ਨਾਲ ਕਿਰਨ ਭੈਣ ਜੀ ਤੇ ਅੰਜੂ ਭੈਣ ਜੀ ਹੈਗੇ ਨੇ ਐਜ਼ ਹੋਸਟ ਐਂਡ ਕੋ-ਹੋਸਟ ਟੂ ਹੈਲਪ ਅਸ ਵਿਦ ਟੁਡੇ ਸੈਸ਼ਨ। ਤੇ ਵਿਦਆਊਟ ਫਰਦਰ ਅਡੂ ਮੇਬੀ ਲੈਟਸ ਗੈਟ ਸਟਾਰਟਡ। ਅੱਜ ਪਹਿਲਾ ਸੈਸ਼ਨ ਹੈਗਾ ਰਾਜ ਯੋਗਾ ਮੈਡੀਟੇਸ਼ਨ ਦਾ ਸਾਡਾ। ਤੇ ਪਹਿਲੇ ਸੈਸ਼ਨ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਇਹੀ ਜਾਣਾਂਗੇ ਕਿ ਮੈਂ ਕੌਣ ਹਾਂ, ਸਾਡੀ ਅਸਲੀ ਪਛਾਣ ਕੀ ਹੈਗੀ ਹੈ। ਕਿਉਂਕਿ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਤਦ ਤੱਕ ਅਸੀਂ ਕਿਸੇ ਹੋਰ ਨੂੰ ਨਹੀਂ ਜਾਣ ਸਕਦੇ। ਅਸੀਂ ਰੱਬ ਨੂੰ ਵੀ ਨਹੀਂ ਜਾਣ ਸਕਦੇ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ। ਤੇ ਅੱਜ ਦੇ ਸੈਸ਼ਨ ਅਸੀਂ ਪਹਿਲੇ ਦਿਨ ਅਸੀਂ ਆਪਣੀ ਪਛਾਣ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੇ। ਤੇ ਮੇਬੀ ਆਈ'll ਆਸਕ ਆਲ ਆਫ ਯੂ ਕਿ ਤੁਸੀਂ ਸਾਰੇ ਆਪਣਾ ਚੈਟ ਤੇ ਸ਼ੇਅਰ ਕਰੋ ਕਿ ਤੁਸੀਂ ਇਹ ਸੈਸ਼ਨ ਕਿਉਂ ਜੁਆਇਨ ਕੀਤਾ ਹੈ, ਤੁਸੀਂ ਕਿਉਂ ਮੈਡੀਟੇਸ਼ਨ ਸਿੱਖਣਾ ਚਾਹੁੰਦੇ ਹੋ। ਤੁਸੀਂ ਆਪਣੇ ਰਿਸਪੌਂਸ ਟਾਈਪ ਕਰ ਸਕਦੇ ਹੋ ਚੈਟ ਵਿੰਡੋ ਤੇ ਸ਼ੇਅਰ ਕਰਨ ਵਾਸਤੇ ਕਿ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਇਸ ਸੈਸ਼ਨ ਤੋਂ, ਪੀਸ ਐਂਡ ਹੈਪੀਨੈਸ।
ਸਟੇਬਿਲਿਟੀ ਚਾਹੀਦੀ ਹੈ, ਐਫੀਸ਼ੀਐਂਸੀ ਵਧਾਣੀ ਹੈ ਆਪਣੀ ਅਸੀਂ, ਯੈਸ ਬਿਲਕੁਲ। ਜੋਏ, ਸਾਨੂੰ ਖੁਸ਼ੀਆਂ ਚਾਹੀਦੀਆਂ, ਬਿਲਕੁਲ। ਟੂ ਐਕਸਪੀਰੀਅੰਸ ਇਟਰਨਲ ਬਲਿਸ, ਤਾਂ ਕਿ ਅਸੀਂ ਅਤੀ ਇੰਦਰੀਏ ਸੁੱਖ ਨੂੰ ਤੇ ਖੁਸ਼ੀ ਨੂੰ ਮਹਿਸੂਸ ਕਰ ਸਕੀਏ, ਬਿਲਕੁਲ। ਬਿਲਕੁਲ ਰਾਜੋਗਾ ਮੈਡੀਟੇਸ਼ਨ ਦਾ ਗੋਲ ਹੀ ਹੈਗਾ ਕਿ ਅਸੀਂ ਆਪਣੇ ਆਪ ਨੂੰ ਜਦ ਜਾਣ ਜਾਈਏ ਤੇ ਅਸੀਂ ਉਹਦੇ ਬਾਅਦ ਜੀਵਨ ਦੀ ਅਸਲੀ ਖੁਸ਼ੀਆਂ ਨੂੰ ਐਕਸਪੀਰੀਅੰਸ ਕਰ ਪਾਈਏ। ਅੱਜ ਕੱਲ ਇੰਨੀ ਉਹ ਐਂਜ਼ਾਈਟੀ, ਇੰਨਾ ਸਟ੍ਰੈਸ, ਇੰਨੀ ਵਰੀ, ਇੰਨੀ ਟੈਨਸ਼ਨ, ਇੰਨਾ ਕੁਝ ਚੱਲਦਾ ਪਿਆ ਹੈ ਦਿਮਾਗ ਦੇ ਵਿੱਚ, ਤੇ ਉਹ ਸਭ ਨੂੰ ਦੂਰ ਕਰਨ ਵਾਸਤੇ ਮੈਡੀਟੇਸ਼ਨ ਹੀ ਸਭ ਤੋਂ ਵੱਡੀ ਚੀਜ਼ ਹੈ ਜਿਹਦੀ ਲੋੜ ਹੈਗੀ ਹੈ ਇਸ ਵੇਲੇ। ਮੈਂਟਲ ਹੈਲਥ ਦੇ ਉੱਤੇ ਕਿੰਨਾ ਉਹ ਚੱਲਦਾ ਪਿਆ ਹੈ, ਸੱਚ ਅ ਹਾਈਪ ਅਰਾਊਂਡ ਮੈਂਟਲ ਹੈਲਥ, ਲੋਕ ਸਪੈਸ਼ਲੀ ਕੋਵਿਡ ਦੇ ਕਰਕੇ ਪਿਛਲੇ ਕੁਝ ਸਾਲਾਂ ਦੇ ਵਿੱਚ ਟੈਨਸ਼ਨ, ਘਬਰਾਹਟ, ਇੰਜ ਨਾ ਹੋ ਜਾਏ, ਉਂਝ ਨਾ ਹੋ ਜਾਏ, ਮੇਰੇ ਘਰ ਵਾਲਿਆਂ ਨੂੰ ਕੁਝ ਨਾ ਹੋ ਜਾਏ, ਇੰਨੀ ਸਾਰੀਆਂ ਡਿਫਰੈਂਟ ਫਾਰਮਸ ਆਫ ਮਨ ਦੇ ਵਿੱਚ ਨੈਗੇਟਿਵ ਥਾਟਸ ਔਰ ਚਿੰਤਾਵਾਂ ਲਾਈਆਂ ਹੋਈਆਂ ਸਾਰਿਆਂ ਨੇ, ਤੇ ਉਹ ਸਾਰੀ ਚਿੰਤਾਵਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਮੈਡੀਟੇਸ਼ਨ ਹੀ ਹੈਗਾ। ਤੇ ਰਾਜਯੋਗਾ ਮੈਡੀਟੇਸ਼ਨ ਦੇ ਨਾਲ ਅਸੀਂ ਆਪਣੇ ਮਨ ਨੂੰ ਕਾਬੂ ਕਰ ਸਕਦੇ ਹਾਂ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਨਾ, ਮਨ ਜੀਤੈ ਜਗ ਜੀਤ, ਤੇ ਇਹਦਾ ਸਾਰ ਹੀ ਉਹੀ ਹੈਗਾ ਕਿ ਅਸੀਂ ਆਪਣੇ ਆਪ ਨੂੰ ਜਿੱਤੀਏ, ਆਪਣੇ ਆਪ ਦੇ ਉੱਤੇ ਜਿੱਤ ਪਾਈਏ ਅਸੀਂ, ਤਾਂ ਹੀ ਅਸੀਂ ਸਾਰੀ ਦੁਨੀਆ ਦੇ ਉੱਤੇ ਜਿੱਤ ਪਾ ਸਕਦੇ ਹਾਂ। ਤੇ ਮੈਡੀਟੇਸ਼ਨ ਕਰਨ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ, ਸਾਨੂੰ ਇੱਕ ਸ਼ਾਂਤੀ, ਸ਼ਕਤੀ, ਇੱਕ ਖੁਸ਼ੀ ਦਾ ਅਨੁਭਵ ਹੁੰਦਾ, ਸਾਨੂੰ ਮਹਿਸੂਸਤਾ ਹੁੰਦੀ ਹੈ। ਤੇ ਜਦ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਅਸੀਂ ਇੱਕ ਸਟੇਬਿਲਿਟੀ ਦੇ ਉਹਦੇ ਅਸੀਂ ਆਪਣੇ ਕਹਿੰਦੇ ਨਾ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਤੇ ਜੇ ਅਸੀਂ ਆਪਣੇ ਅੰਦਰ, ਘਰ ਦਾ ਮਤਲਬ ਨਾਟ ਫਿਜ਼ੀਕਲ ਹੋਮ, ਘਰ ਦਾ ਮਤਲਬ ਆਪਣੇ ਮਨ ਦੇ ਅੰਦਰ, ਜੇ ਸਾਨੂੰ ਆਪਣੇ ਮਨ ਦੀ ਸ਼ਾਂਤੀ ਮਿਲੇ ਤੇ ਸਾਨੂੰ ਬਾਹਰ ਸਾਰੀ ਦੁਨੀਆ ਤੋਂ ਸ਼ਾਂਤੀ, ਪਿਆਰ, ਖੁਸ਼ੀਆਂ ਮਿਲਣਗੀਆਂ, ਕਿਉਂਕਿ ਅਸੀਂ ਦੁਨੀਆ ਤੋਂ ਉਹੀ ਦੇਖਦੇ ਹਾਂ ਜੋ ਅਸੀਂ ਆਪ ਹੁੰਦੇ ਹਾਂ। ਜਦ ਅਸੀਂ ਆਪ ਗੁੱਸੇ 'ਚ ਹੁੰਦੇ ਹਾਂ ਤਾਂ ਸਾਨੂੰ ਦੁਨੀਆ ਵਿੱਚ ਵੀ ਉਹ ਨੈਗੇਟਿਵ ਚੀਜ਼ਾਂ ਨਜ਼ਰ ਆਉਂਦੀਆਂ ਨੇ, ਮਗਰ ਜੇ ਅਸੀਂ ਆਪ ਅੰਦਰੋਂ ਖੁਸ਼ ਹੋਈਏ, ਅੰਦਰੋਂ ਸ਼ਾਂਤੀ 'ਚ ਹੋਈਏ, ਅੰਦਰੋਂ ਪਿਆਰ ਨਾਲ ਭਰੇ ਹੋਈਏ ਅਸੀਂ, ਤੇ ਸਾਨੂੰ ਆਸ-ਪਾਸ ਦੀ ਬਾਹਰ ਦੀ ਦੁਨੀਆ ਵੀ ਪੋਜ਼ਿਟਿਵ ਤਰੀਕੇ ਨਾਲ ਦੇਖਣ ਦਾ ਉਹ ਮਿਲੇਗਾ ਸਾਨੂੰ ਆਨੰਦ। ਤੇ ਜਦ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਾਂਗੇ ਬਹਿ ਕੇ, ਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ ਮਨ ਨੂੰ, ਤੇ ਉਹਦੇ ਬਾਅਦ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਘਬਰਾਹਟ ਨਹੀਂ ਰਹਿ ਜਾਂਦੀ, ਤੇ ਅਸੀਂ ਆਪਣਾ ਹਰ ਕੰਮ ਨਾਲ ਫੋਕਸ, ਕੰਸੈਂਟਰੇਸ਼ਨ ਨਾਲ ਕਰ ਸਕਦੇ ਹਾਂ, ਤੇ ਉਹਦੇ ਨਾਲ ਹੀ ਸਾਡੀ ਐਫੀਸ਼ੀਐਂਸੀ ਵੱਧਦੀ ਹੈ। ਸਾਨੂੰ ਪਤਾ ਕੋਈ ਨੈਗੇਟਿਵ ਥਾਟਸ ਨਹੀਂ ਆ ਰਹੇ ਮਨ ਦੇ ਵਿੱਚ, ਕੋਈ ਗਲਤ ਗੱਲਾਂ ਨਹੀਂ ਆ ਰਹੀਆਂ, ਕੋਈ ਘਬਰਾਹਟ ਨਹੀਂ ਹੈਗੀ, ਕੋਈ ਚਿੰਤਾ ਨਹੀਂ ਹੈਗੀ ਮਨ ਦੇ ਵਿੱਚ, ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਦੇ ਤੇ ਅਸੀਂ ਦਿਲ ਨਾਲ ਕਰ ਸਕਦੇ ਹਾਂ ਉਹਨੂੰ, ਐਂਡ ਵੀ ਕੈਨ ਗਿਵ ਇਟ ਆਰ ਬੈਸਟ। ਤੇ ਸਾਨੂੰ ਆਪਣੇ ਥਾਟਸ ਦੇ ਉੱਤੇ ਕੰਟਰੋਲ ਕਰਨ ਦੀ ਉਹ ਮਿਲਦੀ ਹੈ ਸ਼ਕਤੀ ਇਹਦੇ ਨਾਲ, ਮੈਡੀਟੇਸ਼ਨ ਦੇ ਨਾਲ। in the meditation ajkal there are lots of different types of meditations around, and to be honest jad I'll be honest ਕਿ ਮੈਂ 40 ਸਾਲ ਤੱਕ ਕਦੇ ਮੈਡੀਟੇਸ਼ਨ ਨਹੀਂ ਕੀਤੀ ਸੀ ਆਪਣੀ ਜ਼ਿੰਦਗੀ ਦੇ ਵਿੱਚ, but then I started feeling ਕਿ at one point of time ਕਿ ਕੁਝ ਮਿਸਿੰਗ ਹੈ ਜ਼ਿੰਦਗੀ ਵਿੱਚ, ਲਾਈਕ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਹੈਗਾ ਮੇਰੇ ਕੋਲ, ਤੇ I was looking for that ਆਪਣੇ ਇੱਕ ਮਨ ਦੀ ਸ਼ਾਂਤੀ, ਇੱਕ ਅੰਦਰ ਦੀ ਖੁਸ਼ੀ, ਕੁਝ ਲੱਗਦਾ ਸੀ ਜ਼ਿੰਦਗੀ ਵਿੱਚ ਕਿ ਕੁਝ ਮਿਸਿੰਗ ਹੈਗਾ, ਕੁਝ ਹੈਗਾ, ਕੁਝ ਨਹੀਂ ਹੈ, ਮਤਲਬ ਕੁਝ ਕਮੀ ਮਹਿਸੂਸ ਹੁੰਦੀ ਸੀ ਆਪਣੇ ਅੰਦਰ। ਤੇ ਮੈਂ ਵੀ ਬੜੀ ਸਾਰੀ ਮੈਡੀਟੇਸ਼ਨ ਤਰੀਕਿਆਂ ਟਰਾਈ ਕੀਤੀਆਂ, ਬਹੁਤ ਸਾਰੀ ਮੈਡੀਟੇਸ਼ਨ ਡਿਫਰੈਂਟ ਮੈਡੀਟੇਸ਼ਨ ਕਲਾਸਿਸ ਗਿਆ ਸੀ ਮੈਂ ਆਪ ਵੀ ਸ਼ੁਰੂ ਵਿੱਚ, ਐਂਡ the one that really struck to me ਕਿ ਜਿਹਦੇ ਵਿੱਚ I went much deeper and that I could connect deeply was this Raj Yoga meditation, ਕਿਉਂਕਿ the biggest difference that I found between this and the other meditation practices was ਕਿ ਇਹਦੇ ਨਾਲ ਮੈਨੂੰ ਆਪਣੀ ਪਛਾਣ ਮਿਲੀ,
ਮੈਨੂੰ ਪਤਾ ਲੱਗਿਆ ਕਿ ਮੈਂ ਆਪਣੇ ਮਨ ਨੂੰ ਕਿਵੇਂ ਕੰਟਰੋਲ ਕਰਾਂ, ਮੈਂ ਆਪਣੇ ਥਾਟਸ ਨੂੰ ਕਿਵੇਂ ਕੰਟਰੋਲ ਕਰਾਂ, ਮੈਂ ਇਹ ਜੋ ਮੈਡੀਟੇਸ਼ਨ ਤੋਂ ਮੈਨੂੰ ਜੋ ਸਿੱਖਿਆ ਮਿਲ ਰਹੀ ਹੈ ਉਹਨੂੰ ਮੈਂ ਆਪਣੇ ਜੀਵਨ ਵਿੱਚ ਕਿਵੇਂ ਲੈ ਕੇ ਆਵਾਂ, ਉਹਨੂੰ ਮੈਂ ਪ੍ਰੈਕਟੀਕਲੀ ਆਪਣੀ ਲਾਈਫ ਵਿੱਚ ਕਿਵੇਂ ਇੰਪਲੀਮੈਂਟ ਕਰਾਂ। ਤੇ ਉਹਨੂੰ ਇੰਪਲੀਮੈਂਟ ਕਰਕੇ ਜੋ ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਵਿੱਚ ਪ੍ਰੋਬਲਮ ਹੈ, ਮੈਨੂੰ ਦੁੱਖ ਆ ਰਿਹਾ ਹੈ, ਕੋਈ ਚਿੰਤਾ ਹੈ, ਘਬਰਾਹਟ ਹੈ, ਮੈਂ ਇੰਜ ਕਿਵੇਂ ਕਰਾਂ, ਮੈਨੂੰ ਹਰ ਗੱਲ ਦਾ ਜਵਾਬ ਮਿਲ ਗਿਆ ਧੀਰੇ ਧੀਰੇ। ਜਿੰਨਾ ਮੈਂ ਪ੍ਰੈਕਟਿਸ ਕਰਦਾ ਗਿਆ ਮੇਰੇ ਮਨ ਵਿੱਚ ਯੂ نو ਹਰ ਜਿੰਨੇ ਵੀ ਸਵਾਲ ਸੀਗੇ ਨਾ ਮੇਰੇ ਅੰਦਰ, ਮੇਰੇ ਮਨ ਦੇ ਵਿੱਚ, ਉਹ ਸਾਰੇ ਸਵਾਲ ਮੈਨੂੰ ਇੱਕ ਇੱਕ ਕਰਕੇ ਜਵਾਬ ਮਿਲਦਾ ਗਿਆ। ਮਨ ਵਿੱਚ ਨਾ ਉਹ ਗਿਆਨ ਦੇ ਨਾਲ ਮਨ ਦੇ ਵਿੱਚ ਸ਼ਾਂਤੀ ਆਈ, ਮਨ ਵਿੱਚ ਪਵਿੱਤਰਤਾ ਆਈ, ਪਿਆਰ ਵਧਿਆ, ਆਪਣੇ ਲਈ ਪਿਆਰ ਵਧਿਆ, ਦੂਜਿਆਂ ਲਈ ਪਿਆਰ ਵਧਿਆ। ਤੇ ਇੱਕ ਇੱਕ ਕਹਿੰਦੇ ਨੇ ਕਿ ਇੱਕ ਅਤੀ ਇੰਦਰੀ ਆਨੰਦ, ਅਨਲਿਮਿਟਿਡ ਹੈਪੀਨੈਸ, ਬਲਿਸ, ਆਨੰਦ ਜਿਹਨੂੰ ਕਹਿੰਦੇ ਆ, ਇੱਕ ਉਹਦਾ ਅਨੁਭਵ ਹੋਇਆ ਮੈਨੂੰ ਰਾਜਯੋਗਾ ਮੈਡੀਟੇਸ਼ਨ ਦੇ ਨਾਲ। ਤੇ ਸਭ ਤੋਂ ਵੱਡਾ ਕਿ ਅਸੀਂ ਵਾਹਿਗੁਰੂ ਨੂੰ, ਪਰਮਾਤਮਾ ਨੂੰ ਮੈਂ ਮਿਲ ਪਾਇਆ। ਮੈਨੂੰ ਬਚਪਨ ਸੁਣਦੇ ਆਏ ਕਿ ਵਾਹਿਗੁਰੂ ਹੈਗਾ, ਵਾਹਿਗੁਰੂ ਹੈ, ਰੱਬ ਹੈਗਾ, ਮਗਰ ਉਸ ਰੱਬ ਨੂੰ ਕਿਵੇਂ ਮਿਲਣਾ ਹੈ, ਉਹ ਰੱਬ ਕਿੱਥੇ ਹੈਗਾ, ਰੱਬ ਨਾਲ ਕਿਵੇਂ ਗੱਲਾਂ ਕਰੀਦੀਆਂ, ਰੱਬ ਨੂੰ ਕਿਵੇਂ ਯਾਦ ਕਰੀਦਾ ਬਹਿ ਕੇ, ਰੱਬ ਦੀ ਰਿਸਪੌਂਸਿਬਿਲਿਟੀ ਕੀ ਹੈ ਤੇ ਮੇਰੀ ਰਿਸਪੌਂਸਿਬਿਲਿਟੀ ਕੀ ਹੈ, ਰੱਬ ਦੀ ਅਸਲੀ ਪਛਾਣ ਕੀ ਹੈ, ਰੱਬ ਨੂੰ ਕਿਵੇਂ ਮਿਲਣਾ, ਉਹ ਸਾਰੀ ਚੀਜ਼ਾਂ ਮੈਂ ਆਪ ਸਿੱਖੀਆਂ ਰਾਜਯੋਗਾ ਮੈਡੀਟੇਸ਼ਨ ਦੇ ਥਰੂ। ਤੇ ਮੈਨੂੰ ਰਾਜਯੋਗਾ ਮੈਡੀਟੇਸ਼ਨ ਕਰਨ ਦੇ ਬਾਅਦ ਮੈਂ ਜਦ ਗੁਰਬਾਣੀ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਪੜ੍ਹਨਾ, ਤੇ ਮੈਨੂੰ ਇੰਨਾ ਰਸ ਮਿਲਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਦੇ ਵਿੱਚੋਂ ਕਿ ਸਮਝ ਆਉਂਦਾ ਉਹਨਾਂ ਦਾ ਮਤਲਬ ਕੀ ਹੈਗਾ, ਉਹਨਾਂ ਦੇ ਪਿੱਛੇ ਕੀ ਭਾਵ ਸੀਗਾ, ਜਿਸ ਭਾਵ ਨਾਲ ਉਹ ਬਾਣੀ ਲਿਖੀ ਗਈ ਸੀ ਉਹਦਾ ਕੀ ਮਤਲਬ ਸੀਗਾ, ਤੇ ਉਹਨੂੰ ਅਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਣਾ ਹੈ। ਤੇ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਦੇਖੀਏ ਕਿ ਰਾਜ ਯੋਗਾ ਦਾ ਮਤਲਬ ਕੀ ਹੈਗਾ। ਰਾਈਟ, ਰਾਜਾ ਦਾ ਮਤਲਬ ਸਾਨੂੰ ਪਤਾ, ਪੰਜਾਬੀ ਰਾਜਾ, ਰਾਜਾ ਦਾ ਮਤਲਬ ਹੁੰਦਾ ਹੈ ਰੂਲਰ, ਕਿੰਗ, ਰਾਈਟ, ਜਿਹੜਾ ਮਾਸਟਰ ਹੋਵੇ। ਤੇ ਯੋਗਾ ਇੱਕ ਸੰਸਕ੍ਰਿਤ ਵਰਡ ਹੈ ਜਿਹਦਾ ਮਤਲਬ ਹੁੰਦਾ ਯੂਨੀਅਨ। ਯੂਨੀਅਨ ਮੀਨਸ ਮਿਲਨ। ਤੇ ਰਾਜ ਯੋਗਾ ਵਿੱਚ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਨ ਹੁੰਦਾ ਹੈ। ਤੇ ਜਦ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਨ ਹੁੰਦਾ ਹੈ ਤੇ ਆਤਮਾ ਜੋ ਹੈ ਇਸ ਸਰੀਰ ਦਾ ਰਾਜਾ ਬਣ ਜਾਂਦੀ ਹੈ। ਰਾਜਾ ਮੀਨਸ ਕਿੰਗ। ਤੇ ਰਾਜਯੋਗਾ ਮੈਡੀਟੇਸ਼ਨ ਦਾ ਜਿਹੜਾ ਬੇਸਿਕ ਪ੍ਰਿੰਸੀਪਲ ਹੈਗਾ ਉਹ ਕਿ ਬੀਇੰਗ ਸੈਲਫ ਸੋਵਰਨ, ਕਿ ਅਸੀਂ ਆਪਣੇ ਆਪ ਦੇ ਉੱਤੇ ਰਾਜ ਕਰ ਸਕੀਏ। ਜਦ ਅਸੀਂ ਆਪਣੇ ਆਪ ਦੇ ਉੱਤੇ ਰਾਜ ਕਰ ਪਾਵਾਂਗੇ ਨਾ, ਤੇ ਅਸੀਂ ਸਾਰੀ ਦੁਨੀਆ ਦੇ ਉੱਤੇ ਰਾਜ ਕਰ ਪਾਵਾਂਗੇ। ਕਹਿੰਦੇ ਗੁਰਬਾਣੀ ਵਿੱਚ ਕਿ ਮਨ ਜੀਤੈ ਜਗਜੀਤ। ਜਦ ਅਸੀਂ ਆਪਣੇ ਮਨ ਨੂੰ ਜਿੱਤ ਲਿਆ ਨਾ, ਤੇ ਅਸੀਂ ਉਹਦੇ ਬਾਅਦ ਸਾਰੀ ਦੁਨੀਆ ਨੂੰ ਜਿੱਤ ਲਿਆ। ਉਹਦੇ ਬਾਅਦ ਬ੍ਰਹਮ ਕੁਮਾਰੀ ਦਾ ਸਲੋਗਨ ਹੈਗਾ ਕਿ ਸੈਲਫ ਟਰਾਂਸਫੋਰਮੇਸ਼ਨ ਲੀਡਸ ਟੂ ਵਰਲਡ ਟਰਾਂਸਫੋਰਮੇਸ਼ਨ, ਕਿ ਜਦ ਅਸੀਂ ਆਪਣੇ ਆਪ ਨੂੰ ਬਦਲ ਲਈਏ ਬਹਿ ਕੇ, ਤੇ ਸਾਡੀ ਪੂਰੀ ਜ਼ਿੰਦਗੀ ਬਦਲ ਗਈ, ਸਾਡੀ ਦੁਨੀਆ ਸਾਡੇ ਵਾਸਤੇ ਬਦਲ ਗਈ। ਕਿਉਂਕਿ ਮੈਂ ਸੇਮ ਦੁਨੀਆ ਨੂੰ ਮੈਂ ਇੱਕ ਅਲੱਗ ਨਜ਼ਰੀਏ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਤੇ ਹੁਣ ਅਸੀਂ ਸਭ ਤੋਂ ਪਹਿਲੇ ਜੋ ਅੱਜ ਦੇ ਸੈਸ਼ਨ ਦਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਮੈਂ ਕੌਣ ਹਾਂ, ਹੂ ਐਮ ਆਈ। ਅਸੀਂ ਉਹਦੇ ਤੋਂ ਸ਼ੁਰੂਆਤ ਕਰਦੇ ਹਾਂ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਾਂਗਾ, ਤੁਸੀਂ ਆਪਣੇ ਥਾਟ ਸ਼ੇਅਰ ਕਰੋ। ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕੌਣ ਹੋ, ਤੇ ਤੁਸੀਂ ਕੀ ਜਵਾਬ ਦਿਓਗੇ? ਤੇ ਸ਼ੇਅਰ ਕਰਨਾ ਚਾਹੇਗਾ ਆਪਣੇ ਥਾਟਸ ਚੈਟ ਤੇ? Combo of body and soul. Yes. Energy. Name, ਮੇਰਾ ਨਾਂ ਕੀ ਹੈ, ਮੇਰਾ ਰੋਲ ਕੀ ਹੈਗਾ।
ਮੇਰੀ ਕੰਟਰੀ ਕੀ ਹੈ, ਮੇਰੀ ਏਜ ਕੀ ਹੈ, ਮੇਰਾ ਰਿਲੀਜਨ ਕੀ ਹੈਗਾ। ਤੇ ਅਸੀਂ ਸਭ ਤੋਂ ਪਹਿਲੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਆ ਕਿ ਮੈਂ ਕੌਣ ਹਾਂ, ਕਿਉਂਕਿ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਨਾ, ਤੇ ਅਸੀਂ ਦੂਜਿਆਂ ਵਿੱਚ ਦੁਨੀਆ ਵਿੱਚ ਕਿਸੇ ਨੂੰ ਨਹੀਂ ਜਾਣ ਸਕਦੇ। ਅੱਜ ਦੇ ਸੈਸ਼ਨ ਵਿੱਚ ਸਾਨੂੰ ਸਭ ਤੋਂ ਪਹਿਲੇ ਐਸੇ ਇੱਕੋ ਸਵਾਲ ਦਾ ਜਵਾਬ ਮਿਲੇਗਾ ਸਭ ਤੋਂ ਪਹਿਲੇ ਕਿ ਮੈਂ ਕੌਣ ਹਾਂ। ਜਦ ਅਸੀਂ ਆਪਣੇ ਆਪ ਦੀ ਪਛਾਣ ਕਰ ਲਈਏ ਨਾ ਇੱਕ ਵਾਰ, ਤਾਂ ਸਾਨੂੰ ਉਹਦੇ ਬਾਅਦ ਸਾਰੀ ਦੁਨੀਆ ਦੀ ਪਛਾਣ ਹੋ ਜਾਏਗੀ ਚੰਗੀ ਤਰ੍ਹਾਂ। ਤੇ ਜਦ ਸਾਨੂੰ ਕੋਈ ਪੁੱਛਦਾ ਹੈ ਕਿ ਅਸੀਂ ਇੰਟਰੋਡਿਊਸ ਕਰੀਏ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ, ਤੇ ਅਸੀਂ ਟਿਪੀਕਲੀ ਆਪਣੇ ਆਪ ਨੂੰ ਆਪਣਾ ਦੱਸਾਂਗੇ ਕਿ ਮੇਰਾ ਨਾਮ ਮਨਪ੍ਰੀਤ ਹੈ, ਮੈਂ ਇੰਜੀਨੀਅਰ ਹਾਂ, ਮੈਂ ਇੰਡੀਆ ਵਿੱਚ ਜੰਮਿਆ ਪਲਿਆ ਸੀਗਾ, ਮੈਂ ਇੱਕ ਆਪਣੇ ਆਪ ਨੂੰ ਰਿਲੇਸ਼ਨਸ਼ਿਪ ਦੇ ਕੇ ਮੈਂ ਇੱਕ ਮੈਂ ਇੱਕ ਫਾਦਰ ਹਾਂ, ਮੈਂ ਇੱਕ ਹਸਬੈਂਡ ਹਾਂ, ਮੈਂ ਇੱਕ ਪੁੱਤਰ ਹਾਂ, ਮੈਂ ਇੱਕ ਭਰਾ ਹਾਂ, ਮੈਂ ਇੱਕ ਦੋਸਤ ਹਾਂ। ਆਪਣੇ ਪ੍ਰੋਫੈਸ਼ਨ ਦੇ ਨਾਲ ਕਿ ਮੈਂ ਇੰਜੀਨੀਅਰ ਹਾਂ ਉਹਦੇ ਨਾਲ ਆਇਡੈਂਟੀਫਾਈ ਕਰਦੇ ਹਾਂ, ਆਪਣੀ ਨੈਸ਼ਨੈਲਿਟੀ ਨਾਲ ਆਇਡੈਂਟੀਫਾਈ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਆਪਣੇ ਨਾਮ ਨਾਲ ਆਇਡੈਂਟੀਫਾਈ ਕਰਦੇ ਹਾਂ। ਮਗਰ ਸੋਚਿਆ ਹੈ ਕਿ ਇਹ ਸਾਰੀ ਚੀਜ਼ਾਂ ਜੋ ਹੈਗੀਆਂ ਨੇ ਇਹਨਾਂ ਵਿੱਚੋਂ ਕੁਝ ਵੀ ਪਰਮਾਨੈਂਟ ਨਹੀਂ ਹੈਗਾ, ਰਾਈਟ। ਜਦ ਮੈਂ ਆਪਣੇ ਬੱਚਿਆਂ ਦੇ ਨਾਲ ਜਾਵਾਂ, ਬੱਚਿਆਂ ਦੇ ਸਕੂਲ ਕਿੱਥੇ ਜਾਵਾਂਗਾ ਤੇ ਮੈਂ ਕਹਾਂਗਾ ਕਿ ਮੈਂ ਇਹਨਾਂ ਦਾ ਫਾਦਰ ਹਾਂ। ਜੇ ਮੈਂ ਆਪਣੇ ਵਾਈਫ ਦੇ ਨਾਲ ਜਾਵਾਂਗਾ ਤੇ ਮੈਂ ਕਹਾਂਗਾ ਕਿ ਮੈਂ ਇਹਨਾਂ ਦਾ ਹਸਬੈਂਡ ਹਾਂ। ਜੇ ਮੈਂ ਆਪਣੇ ਪੇਰੈਂਟਸ ਨਾਲ ਜਾਵਾਂਗਾ ਕਿੱਥੇ ਤੇ ਮੈਂ ਕਹਾਂਗਾ ਕਿ ਮੈਂ ਇਹਨਾਂ ਦਾ ਪੁੱਤਰ ਹਾਂ, ਰਾਈਟ। ਜੇ ਮੈਂ ਕਿਸੇ ਪ੍ਰੋਫੈਸ਼ਨਲ ਉੱਥੇ ਕਾਨਫਰੰਸ ਤੇ ਗਿਆ ਤੇ ਮੈਂ ਬੋਲਾਂਗਾ ਮੈਂ ਇਸ ਕੰਪਨੀ ਦਾ EMPLOYEE ਹਾਂ। ਕੱਲ ਨੂੰ ਮੈਂ ਦੂਜੀ ਕੰਪਨੀ ਛੱਡ ਕੇ ਦੂਜੀ ਕੰਪਨੀ ਬਦਲ ਲਈ ਤੇ ਮੈਂ ਕਹਾਂਗਾ ਮੈਂ ਦੂਜੀ ਕੰਪਨੀ ਦਾ EMPLOYEE ਹਾਂ, ਰਾਈਟ। ਤੇ ਮੇਰੀ ਅਸਲੀ ਪਛਾਣ ਕੀ ਰਹੀ? ਕਦੇ ਮੈਂ ਆਪਣੇ ਆਪ ਨੂੰ ਕੁਝ ਕਹਿਣਾ, ਕਦੇ ਮੈਂ ਕੁਝ ਕਹਿਣਾ ਆਪਣੇ ਆਪ ਨੂੰ, ਕਦੇ ਮੈਂ ਕਹਿਣਾ ਕਿ ਮੈਂ ਇਹ ਹਾਂ, ਕਦੇ ਮੈਂ ਕਹਿਣਾ ਉਹ ਹਾਂ। ਇਹ ਸਾਰੀ ਚੀਜ਼ਾਂ ਤੇ ਬਦਲਦੀਆਂ ਪਈਆਂ ਨੇ ਡਿਪੈਂਡਿੰਗ ਅਪਨ ਦ ਐਕਸਟਰਨਲ ਫੈਕਟਰਸ, ਡਿਪੈਂਡਿੰਗ ਅਪਨ ਕਿ ਮੈਂ ਕਿਹਦੇ ਨਾਲ ਹੈਗਾ, ਮੈਂ ਕਿੱਥੇ ਜਾ ਰਿਹਾ ਅੱਜ, ਮੇਰੇ ਨਾਲ ਕੌਣ ਹੈ, ਉਹਦੇ ਹਿਸਾਬ ਨਾਲ ਮੈਂ ਆਪਣੀ ਅਲੱਗ-ਅਲੱਗ ਪਛਾਣ ਦਿੰਦਾ ਪਿਆ ਹਾਂ। ਤੇ ਮੇਰੀ ਅਸਲੀ ਪਛਾਣ ਕੀ ਹੈਗੀ ਹੈ ਜਿਹਨੂੰ ਮੈਂ ਹਮੇਸ਼ਾ ਲਈ ਕਹਿ ਸਕਾਂ ਕਿ ਮੈਂ ਇਹ ਹੈਗਾ, ਜੋ ਬਦਲੇ ਨਾ ਕਦੇ ਟਾਈਮ ਦੇ ਨਾਲ? ਉਹ ਕਿਹੜੀ ਪਛਾਣ ਹੈ ਮੇਰੀ? ਹੈ ਕੋਈ ਇਹੋ ਜਿਹੀ ਪਛਾਣ ਮੇਰੀ ਜੋ ਕਦੇ ਨਾ ਬਦਲੇ? So let's take an example ਕਿ ਜਦ ਅਸੀਂ ਆਪਣਾ ਇੱਕ ਸੈਕਿੰਡ ਵਾਸਤੇ ਸਾਰੇ ਆਪਣਾ ਆਪਣਾ ਹੱਥ ਉੱਤੇ ਕਰੋ, ਰਾਈਟ। ਜੇ ਅਸੀਂ ਆਪਣਾ ਹੱਥ ਉੱਤੇ ਕੀਤਾ ਤੇ ਅਸੀਂ ਕੀ ਕਵਾਂਗੇ? ਮਾਈ ਹੈਂਡ ਇਜ਼ ਅਪ, ਮੇਰਾ ਹੱਥ ਉੱਤੇ ਹੈਗਾ। ਅਸੀਂ ਕਵਾਂਗੇ ਮੇਰਾ ਹੱਥ, ਅਸੀਂ ਇਹ ਨਹੀਂ ਕਵਾਂਗੇ ਕਿ ਮੈਂ ਹੱਥ ਹਾਂ, ਅਸੀਂ ਕਵਾਂਗੇ ਮੇਰਾ ਹੱਥ। ਦੈਟ ਮੀਨਸ ਕਿ ਇਹ ਜੋ ਹੱਥ ਹੈ ਇਹ ਮੇਰਾ ਹੱਥ ਹੈ, ਮਗਰ ਮੈਂ ਇਹ ਹੱਥ ਨਹੀਂ ਹੈਗਾ। ਸਿਮਿਲਰਲੀ ਹੱਥ ਦੀ ਬਜਾਏ ਜੇ ਪੈਰ ਹਿਲਾਏ ਜਾਣ, ਮੈਂ ਆਪਣੇ ਪੈਰ ਨਾਲ ਜੋਗਿੰਗ ਕਰਾਂ ਬਹਿ ਕੇ, ਮੈਂ ਕਹਾਂਗਾ ਮੇਰੇ ਪੈਰ ਹਿਲਦੇ ਪਏ ਨੇ। ਦੈਟ ਮੀਨਸ ਮੈਂ ਪੈਰ ਨਹੀਂ ਹੈਗਾ, ਰਾਈਟ। ਮੇਰਾ ਹੱਥ ਉੱਤੇ ਹੈਗਾ, ਮਗਰ ਇਹ ਹੱਥ ਮੈਂ ਨਹੀਂ ਹਾਂ। ਮੈਂ ਨਹੀਂ ਕਹਾਂਗਾ ਮੈਂ ਉੱਤੇ ਹਾਂ, ਮੇਰਾ ਹੱਥ ਉੱਤੇ ਹੈ। ਦੈਟ ਮੀਨਸ ਕਿ ਮੈਂ ਜੋ ਹਾਂ ਅਸਲੀ ਵਿੱਚ, ਮੇਰੀ ਜੋ ਮੈਂ ਹਾਂ, ਮੇਰੀ ਜੋ ਅਸਲੀ ਪਛਾਣ ਹੈਗੀ ਹੈ ਉਹ ਇਸ ਹੱਥ ਤੋਂ ਅਲੱਗ ਹੈਗੀ ਹੈ। ਸਿਮਿਲਰਲੀ ਮੇਰੀ ਅਸਲੀ ਪਛਾਣ ਜੋ ਹੈਗੀ ਹੈ ਉਹ ਇਸ ਸਰੀਰ ਦੇ ਹਰ ਪਾਰਟ ਤੋਂ ਅਲੱਗ ਹੈਗੀ ਹੈ, ਕਿਉਂਕਿ ਸਰੀਰ ਦਾ ਹਰ ਅਲੱਗ-ਅਲੱਗ ਪਾਰਟ ਜੋ ਹੈਗਾ ਉਹ ਮੈਂ ਕਹਾਂਗਾ ਮੇਰੀਆਂ ਅੱਖਾਂ ਦੇਖ ਰਹੀਆਂ, ਮੇਰੇ ਕੰਨ ਐ ਕਰ ਰਹੇ ਨੇ, ਮੇਰੇ ਹੱਥ ਹਿਲ ਰਹੇ ਨੇ, ਮੇਰੇ ਮੋਢੇ ਹਿਲ ਰਹੇ ਨੇ, ਮੇਰੇ ਪੈਰ ਨੱਚ ਰਹੇ ਨੇ। ਤੇ ਉਹਨਾਂ ਵਿੱਚੋਂ ਅਸੀਂ ਕਿਸੇ ਚੀਜ਼ ਨੂੰ ਨਹੀਂ, ਕਿਸੇ ਬੋਡੀ ਪਾਰਟ ਨੂੰ ਨਹੀਂ ਕਹਾਂਗੇ ਕਿ ਮੇਰਾ ਹੱਥ ਉੱਤੇ ਹੈ, ਮਗਰ ਮੈਂ ਉੱਤੇ ਨਹੀਂ ਹਾਂ। ਮੈਂ ਤੇ ਉੱਥੇ ਬੈਠਾ, ਮੇਰਾ ਹੱਥ ਉੱਤੇ ਹੈ। ਦੈਟ ਮੀਨਸ ਕਿ ਹੱਥ ਔਰ ਮੇਰੇ ਵਿੱਚ ਕੁਝ ਡਿਫਰੈਂਸ ਹੈਗਾ। I am not this hand, I am not this body, ਮੈਂ ਇਹ ਸਰੀਰ ਨਹੀਂ ਹੈਗਾ। ਮੇਰੇ ਔਰ ਸਰੀਰ ਦੇ ਵਿੱਚ ਕੁਝ ਡਿਫਰੈਂਸ ਹੈਗਾ।
ਤੇ ਇੱਕ ਅੱਜ ਅਸੀਂ ਕਹਿੰਦੇ ਹਾਂ ਮੇਰਾ ਹੱਥ, ਇਹ ਕੌਣ ਬੋਲਦਾ ਪਿਆ ਮੇਰਾ ਹੱਥ? ਮੈਂ ਅਸੀਂ ਨਹੀਂ ਕਹਿ ਰਹੇ ਕਿ ਮੈਂ ਉੱਤੇ ਹਾਂ, ਮੈਂ ਨਹੀਂ ਉੱਤੇ, ਮੇਰਾ ਹੱਥ ਉੱਤੇ ਹੈ। ਹੁਣ ਇਹ ਕੌਣ ਬੋਲ ਰਿਹਾ ਕਿ ਮੇਰਾ ਹੱਥ ਉੱਤੇ ਹੈ? ਮੇਰਾ ਕਿਹਦਾ ਹੈ? ਮੇਰਾ ਕਿਹਦੇ ਵਾਸਤੇ ਬੋਲ ਰਹੇ ਹੈ? ਕੌਣ ਕਹਿ ਰਿਹਾ ਮੇਰਾ ਹੱਥ? ਕਿਹਦਾ ਹੱਥ ਹੈਗਾ ਹੈ? जो अंदरों आवाज निकल रही है कि जो कह रहे हैं अंदरों कि मेरा हथ, वो मेरा कौन है? जो अंदरों आवाज निकल रही है ना, जो कह रहे हैं मेरा हथ, वो मेरी ट्रू आइडेंटिटी है। वो की हैगी मेरी ट्रू आइडेंटिटी? मेरी असली पछाण की हैगी है? जो ठीक किया तुसी जसपाल जी कि असली पछाण साडी आत्मा हैगी है। ते सच यही हैगा सब तो वड्डा कि मैं जो हाँ, मैं इस शरीर नहीं हाँ, मैं इस शरीर तो वख हाँ। मैं एक आत्मा, एक जागदी जोत, एक पॉइंट ऑफ लाइट, कॉन्शियसनेस, रूह, आत्मा, किन्ने डिफरेंट वर्ड्स हैगे ने ਇਹਦੇ ਇਸ ਇਹਨੂੰ ਡਿਫਰੈਂਟ ਵਰਡਸ ਨਾਲ, ਡਿਫਰੈਂਟ ਕਲਚਰਸ ਵਿੱਚ, ਡਿਫਰੈਂਟ ਰਿਲੀਜਨਸ ਵਿੱਚ, ਡਿਫਰੈਂਟ ਬੈਕਗ੍ਰਾਉਂਡ ਦੇ ਵਿੱਚ ਇਹਨੂੰ ਅਲੱਗ-ਅਲੱਗ ਨਾਂ ਤੋਂ ਦਿੱਤਾ ਗਿਆ, ਬਟ ਉਹ ਸਾਰਿਆਂ ਦਾ ਮਤਲਬ ਇੱਕੋ ਹੀ ਹੈਗਾ ਕਿ ਮੈਂ ਉਹ ਆਤਮਾ, ਉਹ ਪੁਆਇੰਟ ਆਫ ਲਾਈਟ, ਉਹ ਕੌਨਸ਼ੀਅਸਨੈਸ, ਉਹ ਜੋਤ ਸਰੂਪ ਹਾਂ ਮੈਂ। ਤੇ ਮੈਂ ਇੱਥੇ ਮੱਥੇ ਦੇ ਵਿਚਕਾਰ, ਇੱਥੇ ਜਿੱਥੇ ਸੈਂਟਰ ਦੇ, ਜਿੱਥੇ ਆਪਾਂ ਦੋ ਆਈਬ੍ਰੋਜ਼ ਦੇ ਵਿਚਕਾਰ, ਜਿੱਥੇ ਆਪਾਂ ਟਿੱਕਾ ਲਗਾਉਂਦੇ ਆ, ਬਿੰਦੀ ਲਗਾਉਂਦੇ ਆ, ਜਿੱਥੇ ਆਪਾਂ ਆਸ਼ੀਰਵਾਦ ਦਿੰਦੇ ਆ ਦੂਜਿਆਂ ਨੂੰ, ਉਸੇ ਜਗ੍ਹਾ ਤੇ ਮੇਰੀ ਉਹੀ ਮੇਰਾ ਅਸਲੀ ਨਿਵਾਸ ਹੈਗਾ। ਜੇ ਤੁਸੀਂ ਅੱਜ ਦੀ ਪੂਰੀ ਕਲਾਸ ਵਿੱਚੋਂ ਇੱਕ ਚੀਜ਼ ਵਨ ਇੰਪੋਰਟੈਂਟ ਮੈਸੇਜ ਜੇ ਤੁਸੀਂ ਲੈਣਾ ਚਾਹੁੰਦੇ ਹੋ, that is this, ਨੰਬਰ 1 ਸਭ ਤੋਂ ਵੱਡੀ ਚੀਜ਼ ਪੂਰੇ ਰਾਜ ਯੋਗਾ ਮੈਡੀਟੇਸ਼ਨ ਦੀ ਪਹਿਲੀ ਔਰ ਆਖਰੀ ਚੀਜ਼ ਜੋ ਹੈਗੀ ਹੈ, ਆਖਰੀ ਪ੍ਰੈਕਟਿਸ ਜੋ ਹੈਗੀ ਹੈ, ਉਹ ਐਸੇ ਚੀਜ਼ ਤੇ ਹੈਗੀ ਹੈ ਕਿ ਮੈਂ ਇਹ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਤੋਂ ਵੱਖਰਾ ਹਾਂ। ਮੈਂ ਉਹ ਰੂਹ, ਉਹ ਆਤਮਾ, ਉਹ ਕੌਨਸ਼ੀਅਸਨੈਸ, ਉਹ ਜਾਗਦੀ ਜੋਤ, ਉਹ એનર્ਜੀ ਹਾਂ ਮੈਂ। ਜੇ ਮੈਂ ਆਪਣੇ ਆਪ ਨੂੰ ਉਹ ਆਤਮਿਕ ਸਰੂਪ ਵਿੱਚ ਸਮਝ ਲਵਾਂ ਨਾ ਬਹਿ ਕੇ, ਤੇ ਮੇਰੀ ਪੂਰੀ ਜ਼ਿੰਦਗੀ ਬਦਲ ਜਾਏਗੀ। ਜਿੰਨਾ ਅਸੀਂ ਪਹਿਲੇ ਕਿਹਾ ਨਾ ਕਿ ਅੱਜ ਕੱਲ ਇੰਨੀ ਚਿੰਤਾਵਾਂ ਨੇ, ਘਬਰਾਹਟ ਹੈਗੀ ਏ, ਲੜਾਈ ਝਗੜੇ ਨੇ, ਮਨ ਵਿੱਚ ਟੈਨਸ਼ਨ ਰਹਿੰਦੀ ਹੈ, ਵਰੀ ਰਹਿੰਦੀ ਹੈ, ਨੈਗੇਟਿਵ ਥਾਟਸ ਆਉਂਦੇ ਨੇ, ਗੁੱਸਾ ਆਉਂਦਾ ਹੈ, ਉਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਚਲੀ ਜਾਣਗੀਆਂ। ਕੋਈ ਡਰ ਨਹੀਂ ਰਹੇਗਾ ਕਿਸੇ ਚੀਜ਼ ਦਾ, ਕਿਉਂਕਿ ਆਤਮਾ ਜੋ ਹੈਗੀ ਹੈ ਉਹ ਅਮਰ ਹੈਗੀ ਹੈ। ਇਹ ਸਰੀਰ ਮੇਰਾ ਚੋਲਾ ਹੈ। ਜਿਵੇਂ ਅਸੀਂ ਕੱਪੜੇ ਪਾਉਂਦੇ ਆ ਨਾ, ਅੱਜ ਮੈਂ ਰੈੱਡ ਜੈਕਟ ਪਾਈ ਤੇ ਕੱਲ ਮੈਂ ਬਲੂ ਜੈਕਟ ਪਾਈ, ਅਸੀਂ ਰੋਂਦੇ ਨਹੀਂ ਆ ਕਿ ਅੱਜ ਮੈਂ ਰੈੱਡ ਜੈਕਟ ਪਾਈ ਜੀ ਤੇ ਕੱਲ ਮੈਂ ਬਲੂ ਜੈਕਟ ਕਿਉਂ ਪਾਈ ਹੈ। ਜੇ ਰੈੱਡ ਜੈਕਟ ਪਾ ਕੇ ਹੰਡ ਵੀ ਗਈ ਤੇ ਅਸੀਂ ਉਹਨੂੰ ਪਿਆਰ ਨਾਲ ਡੋਨੇਟ ਕਰ ਦਾਂਗੇ ਤੇ ਇੱਕ ਨਵੀਂ ਬਲੂ ਜੈਕਟ ਖਰੀਦ ਲਾਂਗੇ ਜਾ ਕੇ। ਜੇ ਰੈੱਡ ਜੈਕਟ ਡੋਨੇਟ ਵੀ ਕਰਤੀ ਤੇ ਅਸੀਂ ਉਹਨੂੰ ਰੋਵਾਂਗੇ ਨਹੀਂ ਉਹਦੇ ਪਿੱਛੇ ਕਿ ਮੇਰੀ ਰੈੱਡ ਜੈਕਟ ਚਲੀ ਗਈ, ਮੇਰੀ ਰੈੱਡ ਜੈਕਟ ਚਲੀ ਗਈ। ਅਸੀਂ ਨਵੀਂ ਜੈਕਟ ਲੈ ਕੇ ਨਵੀਂ ਜੈਕਟ ਪਾ ਲੈਣੇ ਖੁਸ਼ੀ ਨਾਲ। ਉਵੇਂ ਹੀ ਸਰੀਰ ਜੋ ਹੈਗਾ ਉਹ ਇੱਕ ਕਪੜਾ ਹੈਗਾ, ਸਮਝ ਲਓ ਇੱਕ ਚੋਲਾ ਹੈ, ਕਪੜਾ ਹੈ ਜਿਹੜਾ ਆਤਮਾ ਨੇ ਪਾਇਆ ਹੋਇਆ ਹੈ। ਤੇ ਆਤਮਾ ਨੂੰ ਇਸ ਸਰੀਰ ਦੇ ਵਿੱਚ ਇੱਕ ਉਹ ਰਹਿਣ ਵਾਸਤੇ ਟੈਂਪਰੇਰੀ ਇੱਕ ਉਹ ਪਲੇਸ ਆਫ ਰੈਜ਼ੀਡੈਂਸ ਮਿਲਿਆ ਹੈ, ਟੈਂਪਰੇਰੀ ਪਲੇਸ ਆਫ ਰੈਜ਼ੀਡੈਂਸ ਮਿਲਿਆ ਹੈ ਆਤਮਾ ਨੂੰ ਇਸ ਸਰੀਰ ਵਿੱਚ ਰਹਿਣ ਵਾਸਤੇ। ਜੇ ਸਾਨੂੰ ਇਸ ਗੱਲ ਦਾ ਉਹ ਹੋ ਜਾਏ ਨਾ ਅਹਿਸਾਸ ਮਨ ਦੇ ਵਿੱਚ ਕਿ ਮੈਂ ਇਹ ਜੋਤ ਹਾਂ, ਮੈਂ ਆਤਮਾ ਹਾਂ, ਸਰੀਰ ਤੇ ਸਿਰਫ ਟੈਂਪਰੇਰੀ ਹੈਗਾ ਮੇਰੇ ਵਾਸਤੇ, ਨਾ ਮੈਂ ਸਰੀਰ ਲੈ ਕੇ ਆਇਆ ਸੀ ਆਪਣੇ ਨਾਲ ਤੇ ਨਾ ਮੈਂ ਸਰੀਰ ਲੈ ਕੇ ਜਾਣਾ ਆਪਣੇ ਨਾਲ। ਤੇ ਆਤਮਾ ਜੋ ਹੈ, ਆਤਮਾ ਅਕਾਲ ਮੂਰਤ ਹੈ। ਆਤਮਾ ਨੂੰ ਕੋਈ ਖਾ ਨਹੀਂ ਸਕਦਾ, ਟਾਈਮ ਨਹੀਂ ਖਾ ਸਕਦਾ, ਟਾਈਮਲੈਸ ਹੈ ਆਤਮਾ, ਕਾਲ ਖਾ ਨਹੀਂ ਸਕਦਾ। ਜਦ ਅਸੀਂ ਆਪਣੇ ਆਪ ਨੂੰ ਟਾਈਮਲੈਸ ਅਕਾਲ ਮੂਰਤ ਆਤਮਾ ਸਮਝ ਲਈਏ ਨਾ ਜੇ ਆਪਣੇ ਆਪ ਨੂੰ, ਤੇ ਅੰਦਰੋਂ ਮਨ ਦੇ ਵਿੱਚੋਂ ਡਰ ਨਿਕਲ ਜਾਏਗਾ ਹਰ ਚੀਜ਼ ਦਾ। ਕਿਉਂਕਿ ਡਰ ਜੋ ਹੁੰਦਾ ਸਾਨੂੰ ਸਭ ਤੋਂ ਵੱਡਾ ਡਰ ਕਿਸ ਚੀਜ਼ ਦਾ ਹੁੰਦਾ? ਸਾਨੂੰ ਡਰ ਹੁੰਦਾ ਸਭ ਤੋਂ ਵੱਡਾ ਆਪਣੀ ਮੌਤ ਦਾ।
ਆਪਣੇ ਕੋਈ ਫਿਜ਼ੀਕਲ ਚੀਜ਼ ਨੂੰ ਗਵਾਉਣ ਦਾ, ਆਪਣੇ ਘਰ ਵਾਲਿਆਂ ਨੂੰ, ਕਿਸੇ ਨੂੰ, ਮੇਰੇ ਕਿਸੇ ਪਰਿਵਾਰ ਦੇ ਕਿਸੇ ਆਤਮਾ ਨੂੰ ਕੋਈ ਸੱਟ ਨਾ ਲੱਗ ਜਾਏ, ਸਾਨੂੰ ਉਸ ਚੀਜ਼ ਦਾ ਡਰ ਹੁੰਦਾ ਹੈ। ਮਗਰ ਜੇ ਸਾਨੂੰ ਇਹ ਵਿਸ਼ਵਾਸ ਹੋ ਜਾਏ ਨਾ ਕਿ ਮੈਂ ਇਹ ਆਤਮਾ ਹਾਂ, ਮੈਂ ਸਰੀਰ ਨਹੀਂ ਹਾਂ, ਤਾਂ ਸਾਨੂੰ ਉਹ ਡਰ ਨਿਕਲ ਜਾਏਗਾ ਅੰਦਰੋਂ, ਕਿਉਂਕਿ ਸਰੀਰ ਤਾਂ ਟੈਂਪਰੇਰੀ ਹੈਗਾ, ਸਰੀਰ ਚਲਾ ਵੀ ਗਿਆ ਤੇ ਕੋਈ ਫਰਕ ਨਹੀਂ ਪੈਂਦਾ। ਮੈਂ ਇੱਕ ਸਰੀਰ ਬਦਲਿਆ ਦੂਜਾ ਸਰੀਰ ਲੈ ਲੈਣਾ, ਮੈਂ ਤੇ ਮਰਨਾ ਹੀ ਨਹੀਂ ਕਦੇ ਵੀ। ਮੈਂ ਤੇ ਆਤਮਾ ਹਾਂ, ਮੈਂ ਤੇ ਅਮਰ ਹਾਂ, ਮੈਂ ਅਕਾਲ ਮੂਰਤ ਹਾਂ। ਜਦ ਅਸੀਂ ਆਪਣੇ ਆਪ ਨੂੰ ਉਸ ਸੋਲ ਕੌਨਸ਼ੀਅਸ ਸਟੇਟ ਦੇ ਵਿੱਚ, ਆਤਮਿਕ ਸਥਿਤੀ ਵਿੱਚ ਦੇਖਾਂਗੇ, ਤੇ ਅੰਦਰੋਂ ਸਾਰੀਆਂ ਚਿੰਤਾਵਾਂ, ਘਬਰਾਹਟ ਸਭ ਨਿਕਲ ਜਾਏਗਾ ਅੰਦਰੋਂ। ਆਈ ਨੋ ਇਸ ਚੀਜ਼ ਨੂੰ ਮੈਂ ਵੀ ਕਦੇ ਜ਼ਿੰਦਗੀ ਭਰ ਸੁਣਿਆ ਸੀ ਬਚਪਨ ਤੋਂ ਕਿ ਆਤਮਾ ਵਰਡ ਸੁਣਿਆ ਸੀਗਾ, ਮਗਰ ਆਤਮਾ ਦਾ ਅਸਲੀ ਮਤਲਬ ਕੀ ਹੁੰਦਾ ਹੈ ਤੇ ਆਤਮਾ ਨੂੰ ਅਸਲੀ ਐਕਸਪੀਰੀਅੰਸ ਕਿਵੇਂ ਕਰੀਦਾ ਹੈ, ਉਹ ਮੈਨੂੰ ਰਾਜਯੋਗਾ ਮੈਡੀਟੇਸ਼ਨ ਸਿੱਖਣ ਦੇ ਬਾਅਦ ਪਤਾ ਲੱਗਿਆ ਕਿ ਆਪਣੇ ਆਪ ਨੂੰ ਉਹ ਜੋਤ ਨੂੰ ਅਸੀਂ ਕਿਵੇਂ ਮਹਿਸੂਸ ਕਰਨਾ, ਕਿਵੇਂ ਐਕਸਪੀਰੀਅੰਸ ਕਰਨਾ ਆਪਣੇ ਆਪ ਨੂੰ। I'll share a little bit, a tool that I personally used ਜਦ ਮੈਂ ਸ਼ੁਰੂ ਕੀਤੀ ਸੀ ਰਾਜਯੋਗਾ ਮੈਡੀਟੇਸ਼ਨ। ਸ਼ੁਰੂ ਵਿੱਚ it was hard for me to visualize myself as soul, ਤੇ ਮੈਂ I have accidentally had this headlamp with me at home, and one day by chance ਮੈਨੂੰ ਪਾਇਆ, and it just a matter of chance ਕਿ ਉਸ ਵੇਲੇ ਹਨੇਰਾ ਸੀਗਾ ਬਾਹਰ, ਤੇ ਮੈਂ ਸ਼ੀਸ਼ੇ ਦੇ ਸਾਹਮਣੇ ਗਿਆ ਤੇ ਮੈਨੂੰ ਨਾ ਕੁਝ ਨਜ਼ਰ ਨਹੀਂ ਆਇਆ ਹਨੇਰੇ ਵਿੱਚ। ਹੋਰ ਮੈਨੂੰ ਇੱਕ ਸਿਰਫ ਉਹ ਹੈਡਲੈਂਪ ਦੀ ਲਾਈਟ ਨਜ਼ਰ ਆਈ ਬਹਿ ਕੇ, ਤੇ ਮੈਨੂੰ ਇੱਕ ਅਚਾਨਕ ਇੱਕ ਫੀਲਿੰਗ ਹੋਈ ਕਿ ਜਿੰਨਾ ਮੈਂ ਸੁਣਦਾ ਆਇਆ ਹਾਂ ਰਾਜਯੋਗਾ ਮੈਡੀਟੇਸ਼ਨ ਦੇ ਵਿੱਚ, ਆਤਮਾ ਦਾ ਅਭਿਆਸ, ਪੁਆਇੰਟ ਆਫ ਲਾਈਟ, ਮੈਨੂੰ ਇੱਕ ਵਾਰ ਪਹਿਲੀ ਵਾਰ ਅਹਿਸਾਸ ਹੋਇਆ। ਤੇ ਮੈਂ ਮਤਲਬ I know this soul is not a physical thing, but at least in the early days, ਸ਼ੁਰੂ ਵਿੱਚ ਜਦ ਤੱਕ ਮੈਨੂੰ ਪ੍ਰੈਕਟਿਸ ਨਹੀਂ ਹੋਈ ਸੀਗੀ ਆਤਮਾ ਦੇ ਆਪਣੇ ਆਤਮਾ ਦੇ ਅਭਿਆਸ ਦੀ, ਤਦ ਤੱਕ ਸ਼ੁਰੂ ਵਿੱਚ I used to put on this headlight on myself, ਕਿ ਤੇ ਹੈਡਲਾਈਟ ਪਾ ਕੇ ਮੈਂ ਤੁਰਦਾ ਸੀ ਹਨੇਰੇ ਵਿੱਚ, ਜਾਂ ਸ਼ੀਸ਼ੇ ਦੇ ਸਾਹਮਣੇ ਬਹਿ ਕੇ ਆਪਣੇ ਆਪ ਨੂੰ ਦੇਖਦਾ ਸੀਗਾ ਬਹਿ ਕੇ, ਤੇ ਮੈਨੂੰ ਉਹ ਲਾਈਟ ਨਜ਼ਰ ਫਿਜ਼ੀਕਲ ਲਾਈਟ ਨਜ਼ਰ ਆਉਂਦੀ ਸੀਗੀ, ਇੱਥੇ ਬਲਬ ਦੀ ਲਾਈਟ, ਤੇ ਉਸ ਬਲਬ ਦੀ ਲਾਈਟ ਦੇ ਨਾਲ ਮੈਂ ਆਪਣੇ ਆਪ ਨੂੰ ਉਹ ਮਹਿਸੂਸ ਕਰਦਾ ਸੀਗਾ ਕਿ ਮੈਂ ਉਹ ਆਤਮਾ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਉਹ ਜੋਤ ਹੈਗਾ, ਪੁਆਇੰਟ ਆਫ ਲਾਈਟ ਹਾਂ। ਐਂਡ ਦੈਟਸ ਹਾਊ ਗ੍ਰੈਜੂਅਲੀ ਧੀਰੇ ਕਰਕੇ, ਹੁਣ ਆਫ ਕੋਰਸ ਮੈਨੂੰ ਨਹੀਂ ਲੋੜ ਪੈਂਦੀ ਹੈਡਲੈਂਪ ਪਾਉਣ ਦੀ, ਬਟ ਇਨ ਦ अर्ਲੀ ਡੇਜ਼ ਜਦ ਮੈਨੂੰ ਪ੍ਰੈਕਟਿਸ ਨਹੀਂ ਸੀਗੀ ਆਪਣੇ ਆਪ ਨੂੰ ਆਤਮਾ ਜਾਣਨ ਦੀ, this was one of the tools that helped me a lot, ਆਪਣੇ अर्ਲੀ ਡੇਜ਼ ਦੇ ਵਿੱਚ, ਜਦ ਮੈਂ ਸ਼ੁਰੂ ਪ੍ਰੈਕਟਿਸ ਕਰਦਾ ਸੀਗਾ ਆਪਣੇ ਆਪ ਨੂੰ ਆਤਮਾ ਮਹਿਸੂਸ ਕਰਨ ਦੀ। ਤੇ ਮੈਂ ਉਹ ਆਤਮਾ ਹੈਗਾ ਜੋ ਇਸ ਸਰੀਰ ਦੇ ਵਿੱਚ ਨਿਵਾਸ ਕਰ ਰਹਿ ਰਿਹਾ, ਤੇ ਮੈਂ ਜੈਸੀ ਕਿਹਾ ਨਾ ਐਗਜ਼ਾਮਪਲ ਇਹ ਸੀ, ਕਿਹਦਾ ਹੱਥ, ਮਾਈ ਹੈਂਡ, ਮੇਰਾ ਹੱਥ, ਉਹ ਕੌਣ ਬੋਲ ਰਿਹਾ ਮੇਰਾ ਹੱਥ, ਕਿਹਦਾ ਹੱਥ ਹੈਗਾ ਉਹ ਹੱਥ ਜੋ ਹੈਗਾ ਉਸ ਆਤਮਾ ਦਾ ਹੈ, ਕਿਉਂਕਿ ਆਤਮਾ ਜੋ ਹੈਗਾ, ਆਤਮਾ ਇਸ ਸਰੀਰ ਦੀ ਮਾਲਿਕ ਹੈ, ਤੇ ਆਤਮਾ ਇਸ ਸਰੀਰ ਦੇ ਵਿੱਚ ਨਿਵਾਸ ਕਰ ਰਹੀ ਹੈ, ਤੇ ਆਤਮਾ ਕਹਿ ਰਹੀ ਹੈ ਮੇਰਾ ਹੱਥ। ਤੇ ਆਤਮਾ ਅਕਾਲ ਮੂਰਤ ਹੈ, ਕਾਲ ਖਾ ਨਹੀਂ ਸਕਦਾ ਆਤਮਾ ਨੂੰ। ਤੇ ਇਹੀ ਸਭ ਤੋਂ ਵੱਡਾ ਉਹ ਹੈਗਾ ਕਿ ਇਹ ਸਰੀਰ ਜੋ ਹੈ ਸਾਡਾ ਹੈ, ਬਟ ਅਸੀਂ ਇਸ ਸਰੀਰ ਤੋਂ ਵੱਖਰੇ ਹੈਗੇ ਹਾਂ। ਸਾਡੀ ਅਸਲੀ ਪਛਾਣ ਇਹ ਹੈ ਕਿ ਅਸੀਂ ਉਹ ਪੁਆਇੰਟ ਆਫ ਲਾਈਟ, ਜੋਤੀ ਬਿੰਦੂ, ਰੂਹ ਕਹਿ ਲੋ, ਕੌਨਸ਼ੀਅਸਨੈਸ ਕਹਿ ਲੋ, ਤੇ ਅਸੀਂ ਉਹ ਆਤਮਾ ਸ਼ਕਤੀ ਹਾਂ, ਤੇ ਇਹ ਸਰੀਰ ਸਾਡਾ ਹੈ, ਬਟ ਅਸੀਂ ਇਹ ਸਰੀਰ ਨਹੀਂ ਹਾਂ। ਗੁਰਬਾਣੀ ਵਿੱਚ ਲਿਖਿਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੇਰੀ ਮੂਲ ਪਛਾਣ, ਸਭ ਤੋਂ ਓਰੀਜਨੈਲਿਟੀ ਜੋ ਹੈਗੀ ਹੈ ਮੇਰੀ, ਉਹ ਇਹ ਹੈਗੀ ਹੈ ਕਿ ਮੈਂ ਜੋਤੀ ਸਰੂਪ ਹਾਂ, ਉਹੀ ਮੇਰੀ ਅਸਲੀ ਪਛਾਣ ਹੈ। ਬਾਕੀ ਸਾਰੇ ਜੋ ਹੈਗੇ ਮੇਰੇ ਪਛਾਣ, ਮੇਰਾ ਨਾਮ, ਮੇਰੀ ਨੈਸ਼ਨੈਲਿਟੀ, ਮੇਰਾ ਜੈਂਡਰ, ਮੇਰੀ ਰਿਲੇਸ਼ਨਸ਼ਿਪਸ,
मेरी एजुकेशन, कॉलेज डिग्री, बैकग्राउंड, प्रोफेशन, वो सब मेरे रोल्स ने, वो टेंपरेरी रोल्स ने, वो मैं रोज तद तक निभा रहा जब तक मैं इस शरीर विच हाँ। जिस दिन मैं शरीर बदलिया उस दिन वो सारे सारे रोज ਇੱਥੇ ਰਹਿ ਜਾਣੇ ਨੇ। ਨਵਾਂ शरीर मिलना ਮੈਨੂੰ, मैं नवे सिरे तो नवे रोज निभाने ने। ਅਸੀਂ ਇੱਕ ਛੋਟਾ ਐਗਜ਼ਾਮਪਲ ਲੈਣੇ ਆ ਇੱਥੇ, ਜਿਵੇਂ ਇਹ ਹਿਊਮਨ ਬਾਡੀ ਹੈਗੀ ਹੈ, ਸਕੈਲੇਟਨ ਦਿਖਾਇਆ ਇਹਦੇ ਵਿੱਚ। ਇਹ ਹੱਡੀ ਇਹ ਬਣੀ ਹੋਈ ਹੈ ਸਿਰਫ ਹੱਡੀਆਂ ਔਰ ਮਾਸ ਦੀ, ਰਾਈਟ। ਤੇ ਸਿਰਫ ਇਹ ਜੋ ਹੱਡੀਆਂ ਦਾ ਢਾਂਚਾ ਜੋ ਹੋਵੇ, ਮਾਸ ਹੋਵੇ, ਜੇ ਇਹਨੂੰ ਖੜਾ ਕਰ ਦੋ ਕਿੱਥੇ ਤੇ ਇਹ ਤੇ ਆਪੇ ਕੁਝ ਨਹੀਂ ਕਰ ਸਕਦਾ, ਰਾਈਟ। ਯੂ نو ਡੈਡ ਬੋਡੀ ਹੁੰਦੀ ਹੈ ਜਿਹੜੀ, ਡੈਡ ਬੋਡੀ ਦੇ ਸਾਰੇ ਬੋਡੀ ਪਾਰਟਸ ਹੁੰਦੇ ਨੇ, ਬਟ ਡੈਡ ਬੋਡੀ ਕੁਝ ਨਾ ਦੇਖ ਸਕਦੀ ਹੈ ਨਾ ਕੁਝ ਸੁਣ ਸਕਦੀ ਹੈ। ਜਦ ਤੱਕ ਸਰੀਰ ਦੇ ਵਿੱਚ ਇਹ ਆਤਮਾ, ਇਹ ਪੁਆਇੰਟ ਆਫ ਲਾਈਟ, ਜਦ ਇਹ ਯੂ نو ਆਤਮਾ ਆਂਦੀ ਹੈ ਇਸ ਸਰੀਰ ਦੇ ਵਿੱਚ, ਤਾਂ ਅਸੀਂ ਇੱਕ ਹਿਊਮਨ ਬੀਇੰਗ ਬਣਦੇ ਹਾਂ। ਇੱਕ ਹਿਊਮਨ ਬੀਇੰਗ ਜਿਹਨੂੰ ਕਹਿੰਦੇ ਆ ਆਪਾਂ ਜਾਗਦੀ ਜੋਤ, ਉਹ ਅਸੀਂ ਬਣਦੇ ਹਾਂ ਤਦ ਸਰੀਰ ਦੇ ਨਾਲ। ਸਰੀਰ ਦੇ ਵਿੱਚ ਜਦ ਆਤਮਾ ਆਂਦੀ ਹੈ ਤੇ ਸਰੀਰ ਔਰ ਆਤਮਾ ਇਕੱਠੇ ਮਿਲ ਕੇ ਇਹ ਹਿਊਮਨ ਬੀਇੰਗ ਨੂੰ ਬਣਾਉਂਦੇ ਆ। ਬੀਇੰਗ ਕਹਿੰਦੇ ਆ, ਬੀਇੰਗ ਮੀਨਸ ਪੁਆਇੰਟ ਆਫ ਲਾਈਟ, ਐਂਡ ਹਿਊਮਨ ਜੋ ਹੈ, ਹਿਊਮਨ ਵਰਡ ਜੋ ਹੈ ਗ੍ਰੀਕ ਵਰਡ ਹਮਸ ਤੋਂ ਬਣਿਆ ਹੈ, ਜਿਹਦਾ ਮਤਲਬ ਹੁੰਦਾ ਮਿੱਟੀ। ਤੇ ਹਿਊਮਨ ਮੀਨਸ ਮਿੱਟੀ, ਮਿੱਟੀ ਦਾ ਹੈ ਧਨ, ਤੇ ਬੀਇੰਗ ਮੀਨਸ ਰੋਸ਼ਨੀ, ਲਾਈਟ, ਪੁਆਇੰਟ ਆਫ ਲਾਈਟ। ਤੇ ਜਦ ਇਹ ਪੁਆਇੰਟ ਆਫ ਲਾਈਟ ਆਤਮਾ ਇਸ ਸਰੀਰ ਦੇ, ਇਸ ਮਿੱਟੀ ਦੇ ਸਰੀਰ ਵਿੱਚ ਆਈ, ਤਾਂ ਅਸੀਂ ਜਨਮ ਲੈ ਕੇ ਇਸ ਧਰਤੀ ਤੇ ਆਏ, ਤੇ ਅਸੀਂ ਇਸ ਹਿਊਮਨ ਬੀਇੰਗ ਦੇ ਫਾਰਮ ਦੇ ਵਿੱਚ ਇਸ ਧਰਤੀ ਵਿੱਚ ਹਾਂ ਸੀ। ਗੁਰਬਾਣੀ 'ਚ ਲਿਖਿਆ ਹੈ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਤਾਂ ਮਤਲਬ ਹੈ ਇਹ ਸ਼ਰੀਰਾ ਮੇਰਿਆ, ਉਹ ਮੇਰੇ ਸ਼ਰੀਰ, ਹਰ ਤੁਮ ਮੈਂ ਜੋਤ ਰੱਖੀ, ਹਰ ਮੀਨਸ ਰੱਬ। ਜਦ ਰੱਬ ਨੇ ਇਸ ਸ਼ਰੀਰ ਦੇ ਵਿੱਚ ਜੋਤ ਨੂੰ ਰੱਖਿਆ, ਤਾਂ ਮੈਂ ਇਸ ਜਗ ਵਿੱਚ, ਦੁਨੀਆ ਵਿੱਚ ਆਇਆ। ਮੈਂ ਇਹ ਸ਼ਰੀਰ ਨਹੀਂ ਹਾਂ, ਮੇਰੀ ਅਸਲੀ ਪਛਾਣ ਇਹ ਸ਼ਰੀਰ ਨਹੀਂ ਹੈ, ਮੇਰੀ ਅਸਲੀ ਪਛਾਣ ਹੈ ਜੋਤ। ਜਦ ਰੱਬ ਨੇ ਇਸ ਸ਼ਰੀਰ ਦੇ ਵਿੱਚ ਮੈਨੂੰ ਇਸ ਜੋਤ ਨੂੰ ਪਾਇਆ, ਤਾਂ ਮੇਰੇ ਸ਼ਰੀਰ, ਮੈਂ ਜਨਮ ਲੈ ਕੇ ਇਸ ਧਰਤੀ ਵਿੱਚ ਆਇਆ। ਕੁਝ ਐਗਜ਼ਾਮਪਲਸ ਲੈਂਦੇ ਹਾਂ ਅਸੀਂ ਬਹਿ ਕੇ ਕਿ ਇਸ ਸੋਲ ਔਰ ਬਾਡੀ ਦੇ ਡਿਸਟਿੰਕਸ਼ਨ ਜੋ ਹੈਗਾ, ਇਹ ਬੜਾ ਇੰਪੋਰਟੈਂਟ ਡਿਸਟਿੰਕਸ਼ਨ ਹੈਗਾ। ਤੇ ਇਸ ਨੂੰ ਸਮਝਣ ਵਾਸਤੇ ਅਸੀਂ ਕੁਝ ਐਗਜ਼ਾਮਪਲਸ ਲੈਂਦੇ ਹਾਂ ਕਿ ਜਿਵੇਂ ਇਹਨੇ ਕੋਈ ਕੰਪਿਊਟਰ ਹੈਗਾ, ਰਾਈਟ। ਕੰਪਿਊਟਰ ਉਹ ਯੂ نو ਇੱਕ ਹਾਰਡਵੇਅਰ ਹੈਗਾ ਉਹ, ਬਟ ਜਦ ਤੱਕ ਉਸ ਕੰਪਿਊਟਰ ਨੂੰ ਯੂ نو ਕੋਈ ਹਾਰਡਵੇਅਰ ਨੂੰ ਕੋਈ ਇੰਸਟਰਕਸ਼ਨਸ ਨਾ, ਪ੍ਰੋਗਰਾਮ ਨਾ ਲਿਖਿਆ ਜਾਏ, ਕੋਈ ਸੌਫਟਵੇਅਰ ਨਾ ਲਿਖਿਆ ਜਾਵੇ, ਤੇ ਤਦ ਤੱਕ ਉਹ ਹਾਰਡਵੇਅਰ ਜੋ ਹੈ ਕਿਸੇ ਕੰਮ ਦਾ ਨਹੀਂ ਹੈ, ਰਾਈਟ। ਤੋ ਕੰਪਿਊਟਰ ਨੂੰ ਚਲਾਉਣ ਵਾਲਾ, ਜਦ ਤੱਕ ਇਹ ਕੋਈ ਯੂ نو ਉਹਨੂੰ ਚਲਾਉਣ ਵਾਲਾ ਉਹ ਨਾ ਹੋਏ, ਉਹਨੂੰ ਪ੍ਰੋਗਰਾਮਰ ਉਹਨਾਂ ਨਾ ਹੋਏ ਉਹਦਾ ਹਾਰਡਵੇਅਰ ਦਾ, ਤਦ ਤੱਕ ਉਹ ਹਾਰਡਵੇਅਰ ਕਿਸੇ ਕੰਮ ਦਾ ਨਹੀਂ ਹੈਗਾ। ਉਹ ਹਾਰਡਵੇਅਰ ਆਪੇ ਕੁਝ ਨਹੀਂ ਕਰ ਸਕਦਾ ਜਦ ਤੱਕ ਉਹਨੂੰ ਕੋਈ ਸੌਫਟਵੇਅਰ ਪ੍ਰੋਗਰਾਮਰ ਆ ਕੇ ਉਹਦੇ ਤੇ ਪ੍ਰੋਗਰਾਮ ਨਾ ਲਿਖੇ। that is an analogy between ਕੇ soul and the body, ਕਿ ਮੈਂ ਜੋ ਹਾਂ ਉਹ ਸੌਫਟਵੇਅਰ ਵਾਂਗ ਉਹ ਆਤਮਾ ਹੈਗਾ ਜਿਹੜਾ ਯੂ نو ਇਸ ਸਰੀਰ ਨੂੰ, ਸਰੀਰ ਦਾ ਇਕੁਇਵਲੈਂਟ ਹੈਗਾ ਇੱਥੇ ਹਾਰਡਵੇਅਰ, ਯੂ نو ਮੋਨੀਟਰ ਐਂਡ CPU ਆਫ ਦਾ ਕੰਪਿਊਟਰ। ਕਿ ਜਿਵੇਂ ਇੱਕ ਸੌਫਟਵੇਅਰ ਇੰਜੀਨੀਅਰ ਇੱਕ ਹਾਰਡਵੇਅਰ ਨੂੰ ਦੇ ਉੱਤੇ ਪ੍ਰੋਗਰਾਮ ਕਰਕੇ ਉਹਨੂੰ ਚਲਾਉਂਦਾ ਹੈ ਬਹਿ ਕੇ, ਸਿਮਿਲਰਲੀ ਮੈਂ ਆਤਮਾ ਇਸ ਸਰੀਰ ਨੂੰ ਚਲਾ ਰਹੀ ਹਾਂ। ਤੇ ਜਿਵੇਂ ਕੰਪਿਊਟਰ ਆਪੇ ਆਪ ਨਹੀਂ ਚੱਲ ਸਕਦਾ, ਰਾਈਟ। ਕੰਪਿਊਟਰ ਚਲਾਉਣ ਵਾਸਤੇ ਇੱਕ ਪ੍ਰੋਗਰਾਮਰ ਦੀ ਲੋੜ ਹੈਗੀ ਹੈ, ਤਾਂ ਹੀ ਕੰਪਿਊਟਰ ਚੱਲ ਸਕਦਾ ਹੈ, ਰਾਈਟ। ਸਿਮਿਲਰਲੀ ਇਹ ਸਰੀਰ ਨੂੰ ਵੀ ਚਲਾਉਣ ਵਾਸਤੇ ਜਦ ਤੱਕ ਆਤਮਾ ਨਾ ਹੋਵੇ ਇਸ ਸਰੀਰ ਦੇ ਵਿੱਚ, ਤਦ ਤੱਕ ਇਹ ਸਰੀਰ ਕੁਝ ਨਹੀਂ ਕਰ ਸਕਦਾ। ਤੇ ਸਾਨੂੰ ਇਹ ਯੂ نو ਇਹ ਅਭਿਆਸ ਹੋਣਾ ਜ਼ਰੂਰੀ ਹੈ ਬਿਲਕੁਲ, ਕਿ ਯੂ نو
ਇਸ ਸਰੀਰ ਨੂੰ ਪਾਵਰ ਕਰਨ ਵਾਲੀ ਜੋ ਅਸਲੀ ਹੈਗੀ ਚੀਜ਼, ਉਹ ਮੈਂ ਆਤਮਾ ਹਾਂ। ਇੱਕ ਹੋਰ ਐਗਜ਼ਾਮਪਲ ਲੈਣੇ ਅਸੀਂ, ਜਿਵੇਂ ਗੱਡੀ ਔਰ ਡਰਾਈਵਰ ਦਾ, ਰਾਈਟ। ਗੱਡੀ ਹੈਗੀ ਏ, ਗੱਡੀ ਉੱਥੇ ਪਈ ਹੈ, ਰਾਈਟ। ਗੱਡੀ ਆਪੇ ਹਿੱਲ ਨਹੀਂ ਸਕਦੀ ਜਦ ਤੱਕ ਗੱਡੀ ਦੇ ਵਿੱਚ ਕੋਈ ਡਰਾਈਵਰ ਨਾ ਬੈਠ ਕੇ ਗੱਡੀ ਨੂੰ ਚਲਾਏ ਨਾ, ਰਾਈਟ। ਯੂ may be laughing ਕਿ ਅੱਜ ਕੱਲ ਸੈਲਫ ਡਰਾਈਵਿੰਗ ਕਾਰਸ ਆ ਗਈਆਂ ਨੇ। yes, it is true ਕਿ with the self driving cars, maybe just one day self driving cars will become a full thing, real thing, and this example may not be a good example anymore, but I assume you all can understand ke the self driving car is a very very new concept, but traditionally ਗੱਡੀ ਚਲਾਉਣ ਵਾਸਤੇ ਜਦ ਤੱਕ ਕੋਈ ਡਰਾਈਵਰ ਨਾ ਹੋਵੇ ਤਦ ਤੱਕ ਗੱਡੀ ਨਹੀਂ ਚੱਲ ਸਕਦੀ। ਸਿਮਿਲਰਲੀ ਸਰੀਰ ਨੂੰ ਚਲਾਉਣ ਵਾਸਤੇ ਜਦ ਤੱਕ ਇਹ ਆਤਮਾ ਨਾ ਹੋਵੇ ਤਦ ਤੱਕ ਇਹ ਸਰੀਰ ਨਹੀਂ ਚੱਲ ਸਕਦਾ। ਸਰੀਰ ਕੁਝ ਨਹੀਂ ਕਰ ਸਕਦਾ ਆਪੇ। ਇਨਫੈਕਟ ਮੇਰੀਆਂ ਜੋ ਅੱਖਾਂ ਨੇ, ਇਹ ਅੱਖਾਂ ਨਹੀਂ ਦੇਖਦੀਆਂ ਕੁਝ ਵੀ। ਇਹ ਆਤਮਾ ਹੈ ਜਿਹੜੀਆਂ ਇਸ ਅੱਖਾਂ ਦੇ ਥਰੂ ਦੇਖਦੀ ਹੈ। ਜੋ ਕੰਨ ਹੈਗੇ ਨੇ, ਕੰਨ ਕੁਝ ਨਹੀਂ ਸੁਣਦੇ ਆਪੇ। ਕੰਨ ਇੱਕ ਫਿਜ਼ੀਕਲ ਮੀਡੀਅਮ ਹੈਗਾ ਜਿਹਦੇ ਥਰੂ ਆਵਾਜ਼ ਅੰਦਰ ਔਰ ਬਾਹਰ ਜਾਂਦੀ, ਆਵਾਜ਼ ਆਂਦੀ ਹੈ ਸਿਰਫ। ਮਗਰ ਕੰਨ ਜੋ ਹੈ ਨਹੀਂ ਸੁਣਦੇ। ਸੁਣਦਾ ਕੀ ਹੈ? ਸੁਣਦੀ ਮੇਰੀ ਆਤਮਾ ਹੈ ਅਸਲੀ ਵਿੱਚ। ਜੇ ਸੇਮ ਮੇਰੀਆਂ ਅੱਖਾਂ ਨੂੰ ਟ੍ਰਾਂਸਪਲਾਂਟ ਕਰਕੇ ਕਿਸੇ ਹੋਰ ਸਰੀਰ ਦੇ ਵਿੱਚ ਪਾਤਾ ਜਾਵੇ, ਸੇਮ ਅੱਖਾਂ ਨੂੰ, ਤੇ ਸੇਮ ਅੱਖਾਂ ਕੁਝ ਹੋਰ ਦੇਖਣਗੀਆਂ। ਉਹ ਸੇਮ ਚੀਜ਼ ਨਹੀਂ ਦੇਖਣਗੀਆਂ ਜੋ ਹੈ ਅੱਖ ਮੇਰੇ ਸਰੀਰ ਵਿੱਚ ਦੇਖ ਰਹੀ ਹੈ। ਇਹ ਸੇਮ ਅੱਖ ਕਿਸੇ ਹੋਰ ਸਰੀਰ ਵਿੱਚ ਪਾਤੀ ਜਾਵੇ, ਟ੍ਰਾਂਸਪਲਾਂਟ ਕਰਤੀ ਜਾਵੇ, ਤੇ ਸੇਮ ਅੱਖ ਕੁਝ ਹੋਰ ਦੇਖੇਗੀ ਉਹ ਦੂਜੇ ਸਰੀਰ ਵਿੱਚ ਜਾ ਕੇ। ਦੈਟ ਮੀਨਸ ਕਿ ਅੱਖਾਂ ਜੋ ਹੈਗੀਆਂ ਨੇ ਉਹ ਸਿਰਫ ਇੱਕ ਫਿਜ਼ੀਕਲ ਮੀਡੀਅਮ ਹੈ ਦੇਖਣ ਵਾਸਤੇ। ਉਸਦੇ ਪੁਆਇੰਟ ਲਾਈਟ ਪੈਂਦੀ ਹੈ ਤੇ ਰਿਫਲੈਕਸ਼ਨ ਪੈਂਦੀ ਹੈ ਤੇ ਉਹ ਫਿਜ਼ੀਕਲੀ ਆਬਜ਼ਰਵ ਕਰਦੀ ਹੈ ਲਾਈਟ ਨੂੰ ਰਿਫਲੈਕਟ ਕਰਕੇ ਕਿ ਫਿਜ਼ੀਕਲੀ ਉਹ ਚੀਜ਼ ਕੀ ਹੈ। ਬਟ ਉਹਨੂੰ ਸਮਝਣ ਵਾਸਤੇ ਕਿ ਉਹਦੇ ਵਿੱਚ ਕੀ ਹੋ ਰਿਹਾ, ਉਹਦੇ ਸਾਹਮਣੇ ਕੀ ਹੈਗਾ ਚੀਜ਼, ਉਹ ਅਸਲੀ ਚੀਜ਼ ਜੋ ਹੈਗੀ ਹੈ ਉਹ ਆਤਮਾ ਦੇਖਦੀ ਹੈ ਸਿਰਫ। ਸਰੀਰ ਨਹੀਂ ਦੇਖਦਾ ਕੁਝ ਵੀ, ਅੱਖਾਂ ਨਹੀਂ ਦੇਖਦੀਆਂ ਕੁਝ ਵੀ, ਕੰਨ ਨਹੀਂ ਸੁਣਦੇ ਕੁਝ ਵੀ। ਇਨਫੈਕਟ ਜੋ ਮੈਂ ਬੋਲ ਰਿਹਾ ਇਸ ਵੇਲੇ, ਮੇਰੇ ਵਰਡ, ਮੇਰਾ ਮੂੰਹ ਜੋ ਹੈ ਸਿਰਫ ਉਹ, ਯਸ ਮੈਂ ਆਪਣੇ ਮੂੰਹ ਦੇ ਥਰੂ ਬੋਲ ਰਿਹਾ, ਬਟ ਅਸਲੀ ਵਿੱਚ ਜੋ ਹੈ ਬੋਲ ਨਿਕਲ ਰਹੇ ਨੇ ਉਹ ਮੇਰੀ ਆਤਮਾ ਤੋਂ ਨਿਕਲ ਰਹੇ ਨੇ। ਕਿਉਂਕਿ ਜੋ ਆਤਮਾ ਕਹਿ ਰਹੀ ਹੈ, ਮੂੰਹ ਇਜ਼ ਜਸਟ ਅ ਫਿਜ਼ੀਕਲ ਮੀਡੀਅਮ ਜਿਹਦੇ ਥਰੂ ਇਹ ਆਵਾਜ਼ ਬਾਹਰ ਨਿਕਲ ਰਹੀ ਹੈ। ਕਿਉਂਕਿ ਅਸਲੀ ਜੋ ਸੋਚਣਾ ਹੈ, ਸੋਚਣ ਦੀ ਸ਼ਕਤੀ ਹੈਗੀ, ਜੋ ਬੋਲਣ ਦੀ ਸ਼ਕਤੀ ਹੈਗੀ ਅਸਲੀ, ਉਹ ਆਤਮਾ ਵਿੱਚ ਹੈਗੀ ਅੰਦਰ। ਔਰ ਆਤਮਾ ਇਸ ਅੱਖਾਂ, ਇਹ ਫਿਜ਼ੀਕਲ ਅੱਖਾਂ ਦੇ ਥਰੂ ਦੇਖ ਰਹੀ ਹੈ। ਆਤਮਾ ਇਹ ਫਿਜ਼ੀਕਲ ਕੰਨਾਂ ਦੇ ਥਰੂ ਸੁਣ ਰਹੀ ਹੈ। ਆਤਮਾ ਫਿਜ਼ੀਕਲ ਮੂੰਹ ਦੇ ਥਰੂ ਬੋਲ ਰਹੀ ਹੈ। ਤੇ ਮੈਂ ਜਦ ਅਸੀਂ ਆਪਣੇ ਆਪ ਨੂੰ ਇਹ ਆਤਮਾ ਸਮਝ ਲਈਏ ਕਿ ਮੈਂ ਉਹ ਇਹ ਸ਼ਰੀਅਤ ਹੈਗਾ, ਇਹ ਸਰੀਰ ਮੇਰਾ ਰੱਥ ਹੈ ਤੇ ਮੈਂ ਰਥਵਾਰੀ ਹਾਂ, ਮੈਂ ਇਸ ਰੱਥ ਨੂੰ ਚਲਾ ਰਿਹਾ ਹਾਂ। ਮੈਂ ਆਤਮਾ, ਅਸੀਂ ਆਤਮਾ ਇਸ ਸਰੀਰ ਰੂਪੀ ਰੱਥ ਨੂੰ ਚਲਾ ਰਹੇ ਹਾਂ। ਤੇ ਜਿੰਨੇ ਇਹ ਸੈਂਸ ਆਰਗਨਸ ਹੈਗੇ ਨੇ, ਹੱਥ, ਮੂੰਹ, ਕੰਨ, ਨੱਕ, ਇਹ ਸਾਰੀਆਂ ਅੱਖਾਂ, ਇਹ ਸਾਰੇ ਸੈਂਸ ਆਰਗਨਸ, ਇਹ ਸਾਰੇ ਮੇਰੇ ਕਰਮਚਾਰੀ ਹਨ। They are all my employees of me. ਤੇ ਮੈਂ ਆਤਮਾ ਇਹਨਾਂ ਦੇ ਉੱਤੇ ਰਾਜ ਕਰਨਾ ਹੈ। ਰਾਜ ਯੋਗਾ ਮੈਡੀਟੇਸ਼ਨ ਦਾ ਜੋ ਅਸਲੀ ਉਹ ਹੈਗਾ ਕਿ ਅਸੀਂ ਰਾਜਾ ਬਣਨਾ ਹੈ। ਅਸੀਂ ਆਪਣੇ ਕਰਮ ਇੰਦਰੀਆਂ ਦਾ ਰਾਜਾ ਬਣਨਾ ਹੈ, ਆਪਣੇ ਮਨ ਦਾ, ਆਪਣੀ ਸੋਚ ਦਾ ਰਾਜਾ ਬਣਨਾ ਹੈ ਅਸੀਂ। ਕਿ ਸਾਡਾ ਐ ਨਹੀਂ ਕਿ ਅੱਖਾਂ ਨੂੰ ਕੋਈ ਚੀਜ਼ ਦਿਖ ਗਈ ਤੇ ਕੋਈ ਕੋਈ ਚੀਜ਼, ਸੋਹਣੀ ਚੀਜ਼ ਦਿਖ ਗਈ ਤੇ ਅੱਖਾਂ ਉੱਥੇ ਦੇਖਣ ਬਹਿ ਗਈਆਂ, ਹਾਏ ਹਾਏ ਕਿੰਨਾ ਸੋਹਣਾ ਹੈ, ਰਾਈਟ। ਜਾਂ ਕੋਈ ਕੰਨ ਨੂੰ ਕੋਈ ਸੋਹਣੀ ਗੱਲ ਸੁਣਨ ਨੂੰ ਮਿਲ ਗਈ ਤੇ ਕੰਨ ਉੱਥੇ ਸੁਣਨ ਬਹਿ ਗਿਆ, ਹੈ ਕਿੰਨੀ ਉਹ ਗੱਲ ਹੈਗੀ ਹੈ ਜੀ। ਮੇਰਾ ਕੰਟਰੋਲ ਹੋਵੇ ਆਪਣੇ ਉੱਤੇ ਕਿ ਮੈਂ ਕੀ ਦੇਖਣਾ ਹੈ। ਮੇਰਾ ਕੰਟਰੋਲ ਹੋਵੇ ਆਪਣੇ ਕੰਨ ਦੇ ਉੱਤੇ ਕਿ ਮੈਂ ਕੀ ਸੁਣਨਾ ਹੈ। ਜੀਭ ਨੂੰ ਜਿਹੜੀ ਚੀਜ਼ ਸਵਾਦ ਲੱਗੀ, ਐ ਨਹੀਂ ਕਿ ਉਹ ਚੀਜ਼ ਮੇਰੇ ਖਾਣ ਵਾਸਤੇ, ਮੇਰੇ ਸਰੀਰ ਵਾਸਤੇ ਹੈਲਦੀ ਹੈ, ਭਾਵੇਂ ਨਹੀਂ ਹੈਲਦੀ ਹੈ, ਬਟ ਜੀਭ ਨੂੰ ਸਵਾਦ ਲੱਗ ਰਹੀ ਤੇ ਮੈਂ ਖਾਂਦਾ ਜਾਵਾਂ ਬਹਿ ਕੇ। ਨਹੀਂ, ਮੈਨੂੰ ਆਪਣੇ ਆਪ ਦੇ ਉੱਤੇ ਕੰਟਰੋਲ ਚਾਹੀਦਾ। ਮੈਨੂੰ ਆਪਣੇ ਉੱਤੇ ਸ਼ਕਤੀ ਚਾਹੀਦੀ ਹੈ ਕਿ ਕੀ ਚੀਜ਼ ਮੇਰੇ ਵਾਸਤੇ, ਕੀ ਖਾਣਾ, ਮੈਂ ਕੀ ਨਹੀਂ ਖਾਣਾ, ਕੀ ਮੈਂ ਦੇਖਣਾ ਹੈ, ਕੀ ਮੈਂ ਸੁਣਨਾ ਹੈ। ਇਹ ਸਾਰੇ ਫੈਸਲੇ ਇੱਥੋਂ ਮੇਰੀ ਆਤਮਾ ਕਰਦੀ ਹੈ। ਆਤਮਾ ਜੋ ਹੈ ਅਮਰ ਹੈ, ਇਮਮੋਰਟਲ। ਆਤਮਾ ਨੂੰ ਨਾ ਅੱਗ ਜਲਾ ਸਕਦੀ ਹੈ, ਨਾ ਉਹਨੂੰ ਪਾਣੀ ਡੁਬੋ ਸਕਦਾ ਹੈ, ਨਾ ਤਲਵਾਰ ਆਤਮਾ ਨੂੰ ਕੱਟ ਸਕਦੀ ਹੈ, ਤੇ ਨਾ ਹਵਾ ਇਹਨੂੰ ਉਡਾ ਸਕਦੀ ਹੈ। ਆਤਮਾ ਅਜਰ, ਅਮਰ, ਅਵਿਨਾਸ਼ੀ, ਇਟਰਨਲ। ਜਦ ਅਸੀਂ ਆਪਣੇ ਆਪ ਦੇ ਅੰਦਰ ਇਹ ਵਿਸ਼ਵਾਸ ਕਰ ਲਈਏ ਨਾ ਅੰਦਰ ਕਿ ਮੈਂ ਅਮਰ, ਅਜਰ, ਅਮਰ, ਅਵਿਨਾਸ਼ੀ ਹਾਂ,
ਅਕਾਲ ਮੂਰਤ ਹਾਂ, ਕਾਲ ਮੈਨੂੰ ਖਾ ਨਹੀਂ ਸਕਦਾ। ਤੇ ਮੇਰੇ ਅੰਦਰੋਂ ਡਰ ਨਿਕਲ ਗਿਆ। ਕਿਸੇ ਗੱਲ ਦਾ ਡਰ ਨਹੀਂ ਰਿਹਾ ਮੈਨੂੰ ਉਸ ਦਿਨ ਤੋਂ ਬਾਅਦ। ਕੁਛ ਵੀ ਹੋ ਜਾਏ ਜ਼ਿੰਦਗੀ ਵਿੱਚ, ਕੋਈ ਵੀ ਸਿਚੁਏਸ਼ਨ ਆ ਜਾਵੇ, ਕੋਈ ਵੀ ਦੂਜਾ ਮੈਨੂੰ ਕੁਝ ਵੀ ਬੋਲ ਦਵੇ, ਮੇਰੇ ਅੰਦਰੋਂ ਉਹ ਡਰ ਨਿਕਲ ਗਿਆ। ਕਿਉਂਕਿ ਜਦ ਮੌਤ ਦਾ ਡਰ ਨਹੀਂ ਰਿਹਾ ਨਾ, ਤੇ ਕਿਸੇ ਫਿਜ਼ੀਕਲ ਚੀਜ਼ ਦਾ ਡਰ ਨਹੀਂ ਰਹਿੰਦਾ ਉਹਦੇ ਬਾਅਦ ਸਾਨੂੰ। ਤੇ ਆਫ ਕੋਰਸ ਇਹ ਸਾਰੀ ਚੀਜ਼ ਦਾ ਜੋ ਫਾਊਂਡੇਸ਼ਨ ਹੈਗਾ ਉਹੀ ਹੈਗਾ ਕਿ ਮੈਂ ਆਤਮਾ ਹਾਂ। ਤੇ ਇਹ ਆਤਮਾ ਦੀ ਕੈਰੈਕਟਰਿਸਟਿਕ ਹੈ ਕਿ ਆਤਮਾ ਅਮਰ ਹੈ, ਅਕਾਲ ਮੂਰਤ। ਕਾਲ ਖਾ ਨਹੀਂ ਸਕਦਾ, ਕੋਈ ਨਾ ਅੱਗ ਜਲਾ ਸਕਦੀ ਮੈਨੂੰ, ਨਾ ਤਲਵਾਰ ਕੱਟ ਸਕਦੀ ਹੈ, ਨਾ ਪਾਣੀ ਡੁਬੋ ਸਕਦਾ, ਨਾ ਹਵਾ ਮੈਨੂੰ ਉਡਾ ਸਕਦੀ ਹੈ। ਕੁਝ ਹੋ ਹੀ ਨਹੀਂ ਸਕਦਾ ਮੈਨੂੰ ਕਦੇ ਵੀ। ਜਿਸ ਦਿਨ ਤੋਂ ਮੈਨੂੰ ਮਨ ਵਿੱਚ ਇਹ ਵਿਸ਼ਵਾਸ ਹੋ ਗਿਆ ਨਾ, ਮੇਰੇ ਮਨ ਵਿੱਚੋਂ ਸਾਰੀਆਂ ਚਿੰਤਾਵਾਂ, ਡਰ, ਘਬਰਾਹਟ ਨਿਕਲ ਗਈ। ਮੈਂ ਸੁਣਦਾ ਆਇਆ ਸੀ ਬਚਪਨ ਤੋਂ ਕਿ ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਕੇ। ਮਗਰ ਮੈਨੂੰ ਸਮਝ ਨਹੀਂ ਆਇਆ ਕਿ ਚਿੰਤਾ ਮਤ ਕਰੋ, ਚਿੰਤਾ ਕਿਉਂ ਨਾ ਕਰਾਂ ਮੈਂ, ਚਿੰਤਾ ਕਿਵੇਂ ਨਾ ਕਰਾਂ ਮੈਂ। ਬਟ ਜਿਸ ਦਿਨ ਮੈਨੂੰ ਇਹ ਅਭਿਆਸ ਹੋਇਆ ਕਿ ਮੈਂ ਉਹ ਜੋਤ ਸਰੂਪ ਹਾਂ, ਮੈਂ ਉਹ ਆਤਮਾ ਹਾਂ, ਤੇ ਉਹ ਆਤਮਾ ਅਵਿਨਾਸ਼ੀ ਹੈ, ਆਤਮਾ ਨੂੰ ਕੋਈ ਮਾਰ ਹੀ ਨਹੀਂ, ਆਤਮਾ ਨੂੰ ਕਦੇ ਕੁਝ ਹੋ ਹੀ ਨਹੀਂ ਸਕਦਾ, ਤਾਂ ਮੇਰੇ ਅੰਦਰੋਂ ਡਰ ਨਿਕਲ ਗਿਆ, ਅੰਦਰੋਂ ਮੇਰੇ ਅੰਦਰੋਂ। ਤੇ ਸਾਡੇ ਸਰੀਰ ਔਰ ਆਤਮਾ ਦੇ ਵਿੱਚ ਇਹੀ ਫਰਕ ਹੈਗਾ ਸਭ ਤੋਂ ਵੱਡਾ, ਕਿ ਸਰੀਰ ਜੋ ਹੈਗਾ ਉਹ ਫਿਜ਼ੀਕਲ ਚੀਜ਼ ਹੈਗੀ ਹੈ, ਤੇ ਆਤਮਾ ਸਾਡੀ ਮੈਟਾਫਿਜ਼ੀਕਲ ਸਪਿਰਿਚੁਅਲ ਚੀਜ਼ ਕਹਿੰਦੇ ਆ ਜਿਹਨੂੰ, ਰਾਈਟ, ਜਿਹਨੂੰ ਅਸੀਂ ਦੇਖ ਨਹੀਂ ਸਕਦੇ ਫਿਜ਼ੀਕਲ ਅੱਖਾਂ ਦੇ ਨਾਲ, ਬਟ ਉਹਨੂੰ ਅਸੀਂ ਐਕਸਪੀਰੀਅੰਸ ਕਰ ਸਕਦੇ ਹਾਂ, ਸਿਰਫ ਮਹਿਸੂਸ ਕਰ ਸਕਦੇ ਹਾਂ। ਸਰੀਰ ਸਾਡਾ ਟੈਂਪਰੇਰੀ ਹੈਗਾ, ਮਿੱਟੀ ਦਾ ਤਨ ਮਿੱਟੀ ਵਿੱਚ ਮਿਲ ਜਾਣਾ ਜਾ ਕੇ, ਮਗਰ ਆਤਮਾ ਅਮਰ, ਅਜਰ ਅਮਰ ਅਵਿਨਾਸ਼ੀ ਹੈ। ਆਤਮਾ ਹਮੇਸ਼ਾ ਰਹਿੰਦੀ ਹੈ। ਸਰੀਰ ਮੋਰਟਲ, ਆਤਮਾ ਇਮੋਰਟਲ, ਕਦੇ ਨਹੀਂ ਮਰਦੀ ਆਤਮਾ, ਰਾਈਟ। ਸਰੀਰ ਦੇ ਅੰਦਰ ਕੋਈ ਕੌਨਸ਼ੀਅਸਨੈਸ ਨਹੀਂ ਹੈਗੀ ਹੈ, ਕੋਈ ਲਾਈਟ ਨਹੀਂ ਹੈਗੀ ਸਰੀਰ ਦੇ ਅੰਦਰ। ਆਤਮਾ ਜੋ ਹੈ, ਆਤਮਾ ਹੈਗੀ ਅਸਲੀ ਕੌਨਸ਼ੀਅਸਨੈਸ, એનર્ਜੀ, ਰੂਹ। ਸਰੀਰ ਜੋ ਹੈ ਬਦਲਦਾ ਰਹਿੰਦਾ ਹੈ। ਅੱਜ ਮੇਰਾ ਸਰੀਰ ਹੈਲਦੀ ਹੈ, ਕੱਲ ਨੂੰ ਹੋ ਸਕਦਾ ਸਰੀਰ ਕੋਈ ਬਿਮਾਰੀ ਆ ਜਾਏ ਸਰੀਰ ਨੂੰ, ਰਾਈਟ। ਛੋਟਾ ਬੱਚਾ ਹੁੰਦਾ, ਸਰੀਰ ਵੱਡਾ ਹੁੰਦਾ ਧੀਰੇ ਧੀਰੇ, ਰਾਈਟ। ਸਰੀਰ ਬਦਲਦਾ ਰਹਿੰਦਾ ਉਮਰ ਦੇ ਹਿਸਾਬ ਦੇ ਨਾਲ, ਮਗਰ ਆਤਮਾ ਨਹੀਂ ਬਦਲਦੀ। ਆਤਮਾ ਦੇ ਅਸਲੀ ਗੁਣ ਨਹੀਂ ਬਦਲਦੇ ਕਦੀ ਵੀ। ਆਤਮਾ ਹਮੇਸ਼ਾ ਕਾਂਸਟੈਂਟ ਰਹਿੰਦੀ ਹੈ, ਪਰਮਾਨੈਂਟ। ਤੇ ਸਰੀਰ ਜੋ ਹੈਗਾ ਉਹ ਮਿੱਟੀ, ਉਹ ਇਹ ਪੰਜ ਤੱਤਵਾਂ ਦਾ ਸਰੀਰ ਬਣਿਆ, ਹਵਾ, ਪਾਣੀ, ਅੱਗ, ਧਰਤੀ ਤੇ ਵਾਯੂ ਦਾ, ਸਪੇਸ ਦਾ, ਇਹ ਪੰਜ ਚੀਜ਼ਾਂ ਤੋਂ ਬਣਿਆ ਸਰੀਰ। ਤੇ ਆਤਮਾ ਸਾਡੀ ਮੈਟਾਫਿਜ਼ੀਕਲ ਚੀਜ਼, ਰਾਈਟ। ਸਰੀਰ ਨੂੰ ਅਸੀਂ ਫਿਜ਼ੀਕਲ ਅੱਖਾਂ ਦੇ ਨਾਲ ਦੇਖ ਸਕਦੇ ਹਾਂ, ਮਗਰ ਆਤਮਾ ਨੂੰ ਅਸੀਂ ਫਿਜ਼ੀਕਲ ਅੱਖਾਂ ਨਾਲ ਨਹੀਂ ਦੇਖ ਸਕਦੇ। ਆਤਮਾ ਨੂੰ ਦੇਖਣ ਵਾਸਤੇ ਸਾਨੂੰ ਤੀਜੀ ਅੱਖ ਚਾਹੀਦੀ ਹੈ। ਇੱਕ ਐਕਸਪੀਰੀਅੰਸ, ਆਤਮਾ ਨੂੰ ਅਸੀਂ ਸਿਰਫ ਐਕਸਪੀਰੀਅੰਸ ਕਰ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਦੇਖ ਨਹੀਂ ਸਕਦੇ ਕਦੇ ਅਸੀਂ ਫਿਜ਼ੀਕਲ ਅੱਖਾਂ ਦੇ ਨਾਲ। ਤੇ ਜਿਵੇਂ ਅਸੀਂ ਪਹਿਲੇ ਵੀ ਗੱਲ ਕੀਤਾ ਕਿ ਆਤਮਾ ਜੋ, ਆਤਮਾ ਦਾ ਪਲੇਸ ਆਫ ਰੈਜ਼ੀਡੈਂਸ ਕੀ ਹੈਗਾ, ਜਿੱਥੇ ਅਸੀਂ ਬਿੰਦੀ ਲਗਾਉਂਦੇ ਆ, ਟਿੱਕਾ ਲਗਾਉਂਦੇ ਆ, ਉੱਥੇ ਹੈਗੇ ਦੋਨੋਂ ਆਈਬ੍ਰੋਜ਼ ਦੇ ਵਿਚਕਾਰ ਸੈਂਟਰ ਦੇ ਵਿੱਚ, almost I think 1 to 2 inches deep inside is the spot ਜਿੱਥੇ ਆਤਮਾ ਨਿਵਾਸ ਕਰਦੀ ਹੈ। ਉਹਨੂੰ ਕਹਿੰਦੇ ਆ ਅਕਾਲ ਤਖਤ, ਕਿ ਮੈਂ ਅਕਾਲ ਮੂਰਤ ਆਤਮਾ, ਮੱਥੇ ਦੇ ਵਿਚਕਾਰ ਅਕਾਲ ਤਖਤ ਤੇ, ਇੱਥੇ ਨਾਟ ਦਾ ਅਕਾਲ ਤਖਤ ਜਿਹੜਾ ਫਿਜ਼ੀਕਲੀ ਹਰਮੰਦਰ ਸਾਹਿਬ ਗੁਰਦੁਆਰੇ ਵਿੱਚ ਹੈਗਾ, ਉਹ ਤੇ ਫਿਜ਼ੀਕਲ ਅਕਾਲ ਤਖਤ ਹੈ ਸਿਰਫ, ਬਟ ਅਸਲੀ ਅਕਾਲ ਤਖਤ ਜੋ ਹੈਗਾ ਸਾਡਾ, ਉਹ ਇੱਥੇ ਹੈ। ਜਿਸ ਅਕਾਲ ਤਖਤ ਤੇ, ਜਿਸ ਪੋਜੀਸ਼ਨ ਦੇ ਉੱਤੇ, ਜਿਸ ਸਪੌਟ ਦੇ ਉੱਤੇ ਮੈਂ ਆਤਮਾ ਇਸ ਸਰੀਰ ਦੇ ਵਿੱਚ ਨਿਵਾਸ ਕਰਦੇ ਹਾਂ। ਜਿਵੇਂ ਅਸੀਂ ਗੱਲ ਕੀਤੀ ਕਿ ਪਹਿਲੇ ਅੱਖਾਂ ਜੋ ਹੈਗੀਆਂ, ਅੱਖਾਂ, ਮੂੰਹ, ਹੱਥ, ਇਹ ਸਾਰੇ ਸਾਡੇ ਸਿਰਫ ਇੰਸਟਰੂਮੈਂਟਸ ਹੈਗੇ ਨੇ। ਅਸਲੀ ਵਿੱਚ ਮੈਂ ਆਤਮਾ ਹਾਂ। ਜੇ ਅਸੀਂ ਸ਼ੇਕ ਹੈਂਡ ਕਰ ਰਹੇ ਹਾਂ ਕਿਸੇ ਨਾਲ, ਤੇ ਮੈਂ ਆਤਮਾ ਹੀ ਹੱਥ ਮਿਲਾ ਰਹੀ ਹਾਂ। ਸਰੀਰ ਤੇ ਫਿਜ਼ੀਕਲ ਚੀਜ਼ ਹੈਗੀ ਹੈ, ਇਟਸ ਜਸਟ ਐਨ ਇੰਸਟਰੂਮੈਂਟ। ਤੇ ਹੁਣ ਅਸੀਂ ਨਾ ਜਿਵੇਂ ਸਾਨੂੰ ਬਾਡੀ ਦੇ ਐਨਾਟਮੀ ਪਤਾ ਨਾ, ਕਿ ਸਾਡੇ ਬਾਡੀ ਦੇ ਇੰਨੇ ਪਾਰਟਸ ਹੈਗੇ ਨੇ, ਅਸੀਂ ਸਾਇੰਸ ਵਿੱਚ ਪੜ੍ਹਿਆ, ਬਾਇਓਲੋਜੀ ਵਿੱਚ ਬਚਪਨ ਤੋਂ, ਕਿ
ਸਾਡੀ ਹਿਊਮਨ ਬੋਡੀ ਦੀ ਐਨਾਟਮੀ ਕੀ ਹੈਗੀ ਹੈ, ਸਾਡਾ ਹਾਰਟ ਹੈਗੇ, ਸਾਡੇ ਲੰਗਸ ਹੈਗੇ ਨੇ, ਸਾਡੀ ਕਿਡਨੀਜ਼ ਨੇ, ਅੱਖਾਂ ਕੰਨ, ਸਾਨੂੰ ਆਪਣੀ ਸਰੀਰ ਦੀ ਐਨਾਟਮੀ ਤੇ ਪਤਾ ਹੈ, ਮਗਰ ਅੱਜ ਅਸੀਂ ਆਪਣੇ ਆਤਮਾ ਦੀ ਐਨਾਟਮੀ ਪਰ ਸੁਣਦੇ ਹਾਂ ਬਹਿ ਕੇ ਕਿ ਸਾਡੀ ਆਤਮਾ ਦੇ ਅੰਦਰ ਵੀ ਕਿੰਨੇ ਪਾਰਟਸ ਨੇ ਤੇ ਉਹ ਸਾਡੇ ਆਤਮਾ ਦੇ ਅੰਦਰ ਜਿਹੜੇ ਪਾਰਟਸ ਨੇ ਉਹ ਕਿਵੇਂ ਕੰਮ ਕਰਦੇ ਨੇ। ਤੇ ਇਸ ਤੋਂ ਵਧੀਆ ਮੈਨੂੰ ਆਤਮਾ ਦੇ ਬਾਰੇ ਮੈਨੂੰ ਗਿਆਨ ਕਿੱਥੋਂ ਨਹੀਂ ਮਿਲਿਆ ਅੱਜ ਤੱਕ, ਜਿੰਨਾ ਮੈਨੂੰ ਇਹ ਰਾਜ ਯੋਗਾ ਮੈਡੀਟੇਸ਼ਨ ਸੁਣ ਕੇ ਪਤਾ ਚੱਲਿਆ ਬੈਠ ਕੇ। ਤੇ ਆਤਮਾ ਦੀਆਂ ਤਿੰਨ ਪਾਰਟਸ ਹੈਗੇ ਨੇ ਆਤਮਾ ਦੇ, ਮਨ, ਬੁੱਧੀ ਤੇ ਸੰਸਕਾਰ। ਅਸੀਂ ਤਿੰਨਾਂ ਦੇ ਬਾਰੇ ਇੱਕ ਇੱਕ ਕਰਕੇ ਗੱਲ ਕਰਨੇ ਆ ਧੀਰੇ ਧੀਰੇ। ਇਹ ਬੜਾ ਇੰਪੋਰਟੈਂਟ ਚੀਜ਼ ਹੈਗਾ, ਤਿੰਨਾਂ ਨੂੰ ਅਸੀਂ ਆਰਾਮ ਨਾਲ ਧੀਰੇ ਧੀਰੇ ਦੇਖਨੇ ਆ ਬੈਠ ਕੇ ਕਿ ਤਿੰਨਾਂ ਦਾ ਅਲੱਗ-ਅਲੱਗ ਫੰਕਸ਼ਨ ਹੈਗਾ। ਇਹ ਤਿੰਨੋਂ ਕਿਸੇ ਅਲੱਗ-ਅਲੱਗ ਪਰਪਸ ਨਾਲ ਐਗਜ਼ਿਸਟ ਕਰਦੇ ਨੇ ਆਤਮਾ ਦੇ ਵਿੱਚ, ਤੇ ਤਿੰਨੋਂ ਆਪਣਾ ਆਪਣਾ ਰੋਲ ਨਿਭਾ ਰਹੇ ਨੇ। ਸਭ ਤੋਂ ਪਹਿਲੀ ਸ਼ਕਤੀ ਹੈਗੀ ਆਤਮਾ ਦੇ ਵਿੱਚ ਮਨ। ਮਨ ਕੀ ਹੈਗਾ? ਮਨ ਜੋ ਹੈਗਾ ਸਾਡਾ, ਮਨ ਦਾ ਕੰਮ ਹੈਗਾ ਥਾਟਸ ਪ੍ਰੋਡਿਊਸ ਕਰਨਾ। ਖਿਆਲ, ਜਿੰਨੇ ਸਾਨੂੰ ਮਨ ਵਿੱਚ ਖਿਆਲ ਆਉਂਦੇ ਨੇ ਨਾ, ਆਪਣੇ ਮਨ ਨੂੰ ਮਨ ਜੋ ਹੈਗਾ ਸਾਡੇ, ਉਹ ਹਮੇਸ਼ਾ ਥਾਟਸ ਕ੍ਰੀਏਟ ਕਰਦਾ ਰਹਿੰਦਾ ਕਨਸਟੈਂਟਲੀ। I think even scientifically it is proven ਕਿ almost every 1 to 2 seconds ਇੱਕ ਨਵਾਂ ਥਾਟ ਆਉਂਦਾ ਸਾਡੇ ਮਨ ਦੇ ਵਿੱਚ। ਤੇ ਮਨ ਜੋ ਹੈ ਐਨੀ ਕਨਸਟੈਂਟ ਸਪੀਡ ਦੇ ਉੱਤੇ, ਯੂ ਕੈਨ ਇਮੇਜਿਨ ਕਿ every 1 to 2 seconds, that means ਦਿਨ ਦੇ ਵਿੱਚ ਲਾਈਕ 40-50 ਹਜ਼ਾਰ ਥਾਟਸ ਸਾਡਾ ਮਨ ਕ੍ਰੀਏਟ ਕਰਦਾ ਹੈ। ਮਨ ਇੱਕ ਫੈਕਟਰੀ ਹੈਗਾ, ਥਾਟ ਪ੍ਰੋਡਿਊਸਿੰਗ ਫੈਕਟਰੀ, ਥਾਟਸ ਨੂੰ ਪੈਦਾ ਕਰਨ ਵਾਲੀ ਫੈਕਟਰੀ। ਤੇ ਮਨ ਦਾ ਕੰਮ ਹੈ ਸਿਰਫ ਉਹ ਥਾਟਸ ਨੂੰ ਪੈਦਾ ਕਰੀ ਜਾਣਾ। ਮਗਰ ਕਿਹੜੇ ਥਾਟਸ ਪੈਦਾ ਕਰਨੇ ਨੇ, ਕਿਹੜੇ ਥਾਟਸ ਪੈਦਾ ਨਹੀਂ ਕਰਨੇ ਨੇ, ਕਿਹੜੇ ਥਾਟਸ ਮੇਰੇ ਵਾਸਤੇ ਚੰਗੇ ਨੇ, ਕਿਹੜੇ ਥਾਟ ਮੇਰੇ ਵਾਸਤੇ ਚੰਗੇ ਨਹੀਂ ਨੇ, ਉਹ ਮਨ ਨੂੰ ਨਹੀਂ ਪਤਾ। ਬਾਈ ਡਿਫਾਲਟ ਮਨ ਜੋ ਹੈ ਥਾਟਸ ਪੈਦਾ ਕਰਦਾ ਜਾਂਦਾ ਹੈ, ਤੇ ਮਨ ਨੂੰ ਕੰਟਰੋਲ ਕਰਨ ਵਾਸਤੇ ਕੁਝ ਦੂਜਾ ਪਾਰਟ ਚਾਹੀਦਾ ਆਤਮਾ ਦਾ, ਜੋ ਮਨ ਨੂੰ ਕੰਟਰੋਲ ਕਰ ਸਕੇ ਤੇ ਮਨ ਨੂੰ ਦੱਸ ਸਕੇ ਕਿ ਕਿਹੜਾ ਥਾਟ ਜੋ ਹੈਗਾ ਉਹ ਚੰਗਾ ਹੈ ਤੇ ਕਿਹੜਾ ਥਾਟ ਮਾੜਾ ਹੈ, ਕਿਹੜੇ ਥਾਟ ਨੂੰ ਮੈਂ ਐਕਸ਼ਨ ਵਿੱਚ ਲੈ ਕੇ ਆਣਾ ਤੇ ਕਿਹੜੇ ਥਾਟ ਨੂੰ ਮੈਂ ਕਦੇ ਦੁਬਾਰਾ ਐਕਸ਼ਨ ਵਿੱਚ ਨਹੀਂ ਲੈ ਕੇ ਆਣਾ, ਤੇ ਕਿਹੜੇ ਥਾਟ ਨੂੰ ਮੈਂ ਦੁਬਾਰਾ ਥਾਟ ਦੇ ਫਾਰਮ ਵਿੱਚ ਵੀ ਨਹੀਂ ਪ੍ਰੋਡਿਊਸ ਕਰਨਾ ਉਸ ਥਾਟ ਨੂੰ। ਜਿਵੇਂ ਕੁਆਲਿਟੀ ਕੰਟਰੋਲ ਹੁੰਦੀ ਹੈ ਫੈਕਟਰੀ ਦੇ ਵਿੱਚ ਮਸ਼ੀਨਾਂ ਪਈਆਂ ਨੇ, ਸਮਾਨ ਪੈਦਾ ਹੋ ਰਿਹਾ, ਪਾਰਟਸ ਪ੍ਰੋਡਕਟਸ ਪੈਦਾ ਹੋ ਰਹੇ ਨੇ, ਬਟ ਇੱਕ ਕੁਆਲਿਟੀ ਕੰਟਰੋਲ ਚੈੱਕ ਹੁੰਦਾ ਫੈਕਟਰੀ ਦੇ ਬਾਅਦ ਕਿ ਭਈਆ ਇਸ ਫੈਕਟਰੀ ਤੋਂ ਇਹ ਚੀਜ਼ ਜਾ ਰਹੀ ਹੈ ਬਾਹਰ, ਤੇ ਕੁਆਲਿਟੀ ਕੰਟਰੋਲ ਤੋਂ ਪਾਸ ਹੋ ਕੇ ਜਾਏ, ਤਾਂ ਕਿ ਜੋ ਚੀਜ਼ ਬਾਹਰ ਜਾਣੀ ਹੈ ਅਸੀਂ ਉਹਨੂੰ ਅਟੈਸਟ ਕਰ ਸਕੀਏ ਕਿ ਸਾਡੀ ਫੈਕਟਰੀ ਤੋਂ ਇਸ ਕੁਆਲਿਟੀ ਨਾਲ ਆਈ ਹੈ। ਤੇ ਉਹ ਇੱਥੇ ਕੁਆਲਿਟੀ ਕੰਟਰੋਲ ਦਾ ਜਿਹੜਾ ਹੈਗਾ ਉਹ ਹੈਗਾ ਇਹ ਬੁੱਧੀ। ਤੇ ਮਨ ਜਿਵੇਂ ਅਸੀਂ ਕੀਤਾ, ਮਨ ਦਾ ਕੰਮ ਹੈਗਾ ਥਾਟਸ ਕ੍ਰੀਏਟ ਕਰਨਾ, ਰਾਈਟ। ਜਿਵੇਂ ਫੋਟੋ ਅਸੀਂ ਦੇਖ ਰਹੇ ਹਾਂ ਕਿ ਪਹਿਲੀ ਫੋਟੋ ਵਿੱਚ ਪਹਿਲੇ ਬੱਚੇ ਦੇ ਮਨ ਵਿੱਚ ਆ ਰਿਹਾ ਕਿ ਉਹ ਮੇਰਾ ਚਾਕਲੇਟ ਖਾਣ ਦਾ ਮਨ ਹੈ, ਉਹਦੇ ਮਨ ਨੇ ਕਿਹਾ ਮੈਂ ਚਾਕਲੇਟ ਖਾਣੀ ਹੈ, ਤੇ ਉਹਦੇ ਚਿਹਰੇ ਤੇ ਖੁਸ਼ੀ ਆ ਗਈ, ਹਾਂ ਮੈਂ ਘਰ ਜਾ ਕੇ ਚਾਕਲੇਟ ਖਾਣੀ ਹੈ। ਦੂਜੇ ਦੇ ਮਨ ਵਿੱਚ ਥਾਟ ਆਇਆ ਕਿ ਹਾਏ ਮੇਰੇ ਐਗਜ਼ਾਮ ਆਉਣ ਵਾਲੇ ਨੇ, ਮੈਂ ਐਗਜ਼ਾਮ ਵਿੱਚ ਕਿਵੇਂ ਪਾਸ ਹੋਵਾਂਗੇ, ਤੇ ਉਹਦੇ ਚਿਹਰੇ ਤੇ ਉਦਾਸੀ ਆ, ਕੁਝ ਚਿੰਤਾ ਆ ਗਈ ਕਿ ਹਾਏ ਮੈਂ ਤੇ ਤਿਆਰੀ ਨਹੀਂ ਕੀਤੀ, ਮੈਂ ਐਗਜ਼ਾਮ ਕਿਵੇਂ ਪਾਸ ਕਰਾਂਗੇ ਅਸੀਂ। ਤੇ ਜਿਵੇਂ ਜੇ ਅਸੀਂ ਥਾਟਸ ਕ੍ਰੀਏਟ ਕਰਦੇ ਹਾਂ ਆਪਣੇ ਮਨ ਦੇ ਵਿੱਚ, ਉਵੇਂ ਹੀ ਅਸੀਂ ਫੀਲ ਕਰਦੇ ਹਾਂ ਉਹਦੇ ਵਰਗਾ ਹੀ। ਤੇ ਸਾਡੀ ਥਾਟ ਪਾਵਰ ਜੋ ਹੈਗੀ ਹੈ, ਇਹ ਸਭ ਤੋਂ ਵੱਡੀ ਪਾਵਰ ਹੈਗੀ ਹੈ। ਸਾਨੂੰ ਫਿਜ਼ੀਕਲ ਪਾਵਰਸ ਪਤਾ ਨੇ ਕਿ ਸਾਡੇ ਹੱਥਾਂ ਵਿੱਚ ਕਿੰਨੀ ਸ਼ਕਤੀ ਹੈ, ਪੈਰਾਂ 'ਚ ਕਿੰਨੀ ਸ਼ਕਤੀ ਹੈ, ਅਸੀਂ ਕਿੰਨੀ ਤੇ ਦੌੜ ਸਕਦੇ ਹਾਂ, ਕਿੰਨਾ ਸਮਾਨ ਚੱਕ ਸਕਦੇ ਹਾਂ, ਆਪਣੀ ਵੇਟ ਲਿਫਟਿੰਗ ਕਰ ਸਕਦੇ ਹਾਂ, ਸਾਨੂੰ ਉਹ ਫਿਜ਼ੀਕਲ ਪਾਵਰਸ ਪਤਾ ਨੇ ਸਾਰੀਆਂ। ਮਗਰ ਜੋ ਮਨ ਦੀ ਸ਼ਕਤੀ ਹੈਗੀ ਨਾ, ਸਭ ਤੋਂ ਵੱਡੀ ਸੋਚਣ ਦੀ ਸ਼ਕਤੀ ਜੋ ਹੈਗੀ ਨਾ ਮਨ ਦੇ ਅੰਦਰ, ਉਹ ਸਭ ਤੋਂ ਵੱਡੀ ਸ਼ਕਤੀ ਹੈਗੀ ਹੈ। ਤੇ ਮਨ ਜੋ ਹੈਗਾ ਸਾਡਾ ਉਹ ਬੜੀ ਤਰ੍ਹਾਂ ਦੇ ਉਹ ਥਾਟਸ ਪੈਦਾ ਕਰਦਾ ਹੈ। ਤੇ ਇੱਥੇ ਥਾਟਸ ਨੂੰ ਨਾ ਕਲਾਸੀਫਾਈ ਕੀਤਾ ਗਿਆ ਚਾਰ ਕੈਟੇਗਰੀਜ਼ ਦੇ ਵਿੱਚ। ਪਹਿਲੀ ਕੈਟੇਗਰੀ ਹੈਗੀ ਹੈ ਵੇਸਟ ਥਾਟਸ। ਜਿਹੜਾ ਥਾਟ ਵਿੱਚ ਨਾ ਮੈਂ ਕਿਸੇ ਦੀ ਬੁਰਾਈ ਸੋਚ ਰਿਹਾ ਵੈ ਕਿ ਇਹਨੇ ਇੰਜ ਕਿਉਂ ਕੀਤਾ, ਉਹਨੇ ਉਂਝ ਕਿਉਂ ਕੀਤਾ, ਇਹਨੂੰ ਇੰਨੀ ਅਕਲ ਨਹੀਂ ਹੈ, ਇਹਨੂੰ ਇਹ ਸਮਝ ਨਹੀਂ ਆਉਂਦਾ ਗੱਲ, ਇਹ ਕਦ ਸੁਧਰੇਗਾ, ਇਹ ਇੰਜ ਨਹੀਂ ਕਰਨਾ ਚਾਹੀਦਾ। ਜਿੰਨੇ ਇਹੋ ਜਿਹੇ ਥਾਟਸ ਆਉਂਦੇ ਨਾ ਦੂਜਿਆਂ ਦੀ ਬੁਰਾਈਆਂ ਦੇਖਣ ਦੇ, ਦੂਜਿਆਂ ਨੂੰ ਗਾਲਾਂ ਕੱਢਣ ਦੇ, ਦੂਜਿਆਂ ਦੀ ਨੁਕਸਾਨ ਕਰਨ ਦੇ ਜਾਂ ਸਵਾਲ ਉਠਾਉਣ ਦੇ, ਉਹ ਸਾਰੇ ਵੇਸਟ ਥਾਟਸ ਨੇ। ਪਾਸ ਦੇ ਬਾਰੇ ਸੋਚਣਾ, ਇੰਜ ਹੋਇਆ ਸੀਗਾ ਸਾਲ ਪਹਿਲੇ, ਉਹਨੇ ਮੈਨੂੰ ਇੰਜ ਕਿਉਂ ਕਿਹਾ ਸੀਗਾ, 15 ਸਾਲ ਪਹਿਲੇ ਉਹ ਇੰਜ ਹੋਇਆ ਸੀਗਾ, ਪੁਰਾਣੀਆਂ ਗੱਲਾਂ ਸੋਚਦੇ ਰਹਿਣਾ, ਪਾਸ ਦੀਆਂ ਗੱਲਾਂ ਸੋਚਦੇ ਰਹਿਣਾ ਬੈਠ ਕੇ, ਜਾਂ ਫਿਊਚਰ ਦੀ ਚਿੰਤਾ ਕਰਦੇ ਰਹਿਣਾ, ਹਾਏ ਕੱਲ ਨੂੰ ਇਹ ਨਾ ਹੋ ਜਾਏ, ਕੱਲ ਨੂੰ ਮੈਨੂੰ ਪਤਾ ਨਹੀਂ ਕੋਵਿਡ ਚੱਲਦਾ ਪਿਆ ਆਸ-ਪਾਸ, ਪਤਾ ਨਹੀਂ ਮੈਨੂੰ ਨਾ ਹੋ ਜਾਏ, ਕੱਲ ਨੂੰ ਪਤਾ ਨਹੀਂ ਹੁਣੇ ਅਰਥਕੁਏਕ ਆਏ ਸੀ ਪਿਛਲੇ ਹਫਤੇ, ਪਤਾ ਨਹੀਂ ਹੁਣੇ ਕੱਲ ਫੇਰ ਅਰਥਕੁਏਕ ਨਾ ਆ ਜਾਏ ਮੇਰੇ ਉੱਤੇ। ਮਤਲਬ
ਡਜ਼ਨਟ ਮੀਨ ਕਿ ਅਸੀਂ ਪਲਾਨ ਕਰੀਏ ਫਿਊਚਰ ਵਾਸਤੇ, ਅਸੀਂ ਪ੍ਰਿਪੇਅਰਡ ਰਹੀਏ, ਬਟ ਅਸੀਂ ਅਨਨੈਸਰੀ ਜ਼ਰੂਰਤ ਜ਼ਿਆਦਾ ਟੈਨਸ਼ਨ ਨਾ ਲੈ ਕੇ ਬੈਠੀਏ ਕਿ ਹਾਏ ਹਾਏ ਜੀ ਇੰਜ ਹੋ ਗਿਆ ਤਾਂ ਕੀ ਹੋਏਗਾ, ਜੀ ਉਂਝ ਹੋ ਗਿਆ ਤਾਂ ਕੀ ਹੋਏਗਾ। ਅਸੀਂ ਪ੍ਰਿਪੇਅਰਡ ਰਹੀਏ, ਐ ਨਹੀਂ ਅਸੀਂ ਬੇਗੋਂ ਆ ਬੈਠੀਏ ਕੁਝ ਕੰਮ ਨਾ ਕਰੀਏ, ਮਤਲਬ ਕੁਝ ਪ੍ਰਿਪੇਅਰ ਨਾ ਹੋਈਏ। ਦੈਟਸ ਨਾਟ ਵਾਟ ਇਟ ਮੀਨਸ। ਅਸੀਂ ਕੇਅਰਲੈਸ ਨਹੀਂ ਹੋਣਾ, ਅਸੀਂ ਧਿਆਨ ਰੱਖਣਾ ਹੈ, ਅਸੀਂ ਹਰ ਕੰਮ ਕਰਨਾ ਹੈ। ਜੇ ਅਰਥਕੁਏਕ ਦਾ ਡਰ ਆ ਰਿਹਾ ਮਨ ਵਿੱਚ, ਤੇ ਅਸੀਂ ਅਰਥਕੁਏਕ ਇੰਸ਼ੋਰੈਂਸ ਲੈ ਸਕਦੇ ਹਾਂ, ਅਸੀਂ ਅਰਥਕੁਏਕ ਬੈਗ ਰੱਖ ਸਕਦੇ ਹਾਂ ਆਪਣੇ ਘਰ ਦੇ ਅੰਦਰ। ਅਸੀਂ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਸਾਨੂੰ ਕਿ ਅਰਥਕੁਏਕ ਆ ਰਿਹਾ, ਤੇ ਮੈਂ ਆਪਣੇ ਆਪ ਨੂੰ ਕਿਵੇਂ ਆਪਣੇ ਹੱਥ ਨੂੰ ਥੱਲੇ ਕਰਕੇ, ਆਪਣੇ ਮੂੰਹ ਨੂੰ ਥੱਲੇ ਕਰਕੇ ਮੈਂ ਟੇਬਲ ਦੇ ਥੱਲੇ ਬੈਠ ਜਾਣਾ ਹੈ, ਸਾਨੂੰ ਪਤਾ ਹੋਣਾ ਚਾਹੀਦਾ। ਆਲ ਆਫ ਦੈਟ ਇਜ਼ ਅ ਗੁੱਡ ਥਿੰਗ ਟੂ ਬੀ ਪ੍ਰੀਪੇਅਰਡ ਫॉर ਅਰਥਕੁਏਕ। ਬਟ ਮੈਂ ਚਿੰਤਾ ਲੈ ਕੇ ਬੈਠਾ 24 ਘੰਟੇ ਕਿ ਪਤਾ ਨਹੀਂ ਅਰਥਕੁਏਕ ਕਦ ਨਾ ਆ ਜਾਏ, ਪਤਾ ਨਹੀਂ ਅਰਥਕੁਏਕ ਆ ਨਾ ਜਾਵੇ, ਔਰ ਹਾਏ ਹਾਏ ਕੋਈ ਪੁਰਾਣੀ ਗੱਲ, ਹਾਏ ਹਾਏ ਉਹਦੀ ਹਿੰਮਤ ਕਿਵੇਂ ਹੋਈ, ਉਹਨੇ ਮੈਨੂੰ ਇੰਜ ਬੋਲਿਆ ਸੀ ਪਿਛਲੇ ਸਾਲ, ਉਹ 5 ਸਾਲ ਪਹਿਲੇ ਉਹਨੇ ਮੈਨੂੰ ਇੰਜ ਬੋਲਿਆ ਸੀਗਾ। ਤੇ ਅਸੀਂ ਜੇ ਪੁਰਾਣੀਆਂ ਗੱਲਾਂ ਨੂੰ ਜਾਂ ਫਿਊਚਰ ਦੇ ਬਾਰੇ ਚਿੰਤਾ ਕਰਦੇ ਰਹਾਂਗੇ, ਉਹਨੂੰ ਕਹਿੰਦੇ ਆ ਵੇਸਟ ਥਾਟਸ। ਤੇ ਨੈਗੇਟਿਵ ਥਾਟਸ ਹੈਗੇ ਅਸੀਂ ਦੂਜਿਆਂ ਦੀ ਬੁਰਾਈਆਂ ਸੋਚਣਾ, ਦੂਜਿਆਂ ਦੇ ਗਲਤ ਕੰਮ ਸੋਚਣਾ, ਹਮੇਸ਼ਾ ਨੈਗੇਟਿਵ ਚੀਜ਼ ਦੇਖਣਾ, ਉਹ ਹੈਗੀ ਹੈ ਨੈਗੇਟਿਵ ਸੋਚ। ਤੇ ਆਰਡੀਨਰੀ ਥਾਟਸ ਹੈਗੇ ਨੇ ਜਿਹੜੇ ਸਾਨੂੰ ਜ਼ਰੂਰੀ ਨੇ, ਅਸੈਂਸ਼ੀਅਲ ਨੇ। ਜਿਵੇਂ ਅਸੀਂ ਬ੍ਰਸ਼ ਕਰਨਾ ਹੀ ਕਰਨਾ ਰੋਜ਼, ਸਵੇਰੇ ਉੱਠ ਕੇ ਮੈਂ ਸੋਚਿਆ ਕਿ ਮੈਂ ਆਪਣਾ ਟੂਥ ਬ੍ਰਸ਼ ਕਰਾਂ, ਮੈਂ ਆਪਣਾ ਚੁੱਲੀ ਕਰਾਂ, ਮੈਂ ਬੋਡੀ ਨੂੰ ਫਰੈਸ਼ ਕਰਾਂ, ਉਹਨਾਂ ਨੂੰ ਕਹਿੰਦੇ ਨੇ ਨੈਸੈਸਰੀ ਥਾਟਸ, ਕਿ ਜ਼ਰੂਰੀ ਨੇ। ਦੇ ਆਰ ਇੰਪੋਰਟੈਂਟ ਫॉर ਅਸ ਟੂ ਲਿਵ ਆਵਰ ਡੇ ਟੂ ਡੇ ਲਾਈਫ। ਮੈਂ ਜਾਣਾ ਇੱਥੇ, ਮੈਂ ਆਫਿਸ ਇੱਥੇ ਇੰਨੇ ਵਜੇ ਆਫਿਸ ਪਹੁੰਚਣਾ ਹੈ, ਤੇ ਰਸਤੇ ਵਿੱਚ ਮੈਂ 15 ਮਿੰਟ ਦੀ ਡਰਾਈਵ ਹੈਗੀ ਹੈ, ਮੈਂ ਇੰਨੇ ਵਜੇ ਘਰੋਂ ਨਿਕਲਾਂ, ਕਦੇ ਟ੍ਰੈਫਿਕ ਹੁੰਦਾ ਤੇ ਮੈਂ 10 ਮਿੰਟ ਜਲਦੀ ਨਿਕਲਾਂ ਘਰੋਂ, ਰਾਈਟ। Those are good thoughts too. Those are like necessary, ordinary thoughts, but necessary for us to live our life in a well-planned way, right? The ਸਭ ਤੋਂ important ਜਿਹੜੇ critical thoughts ਨੇ, ਉਹ ਨੇ positive thoughts, elevated thoughts, good wishes ਦੇ thoughts, ਦੂਜਿਆਂ ਨੂੰ ਦੁਆਵਾਂ ਦੇਣ ਦੇ thoughts, ਦੇਵਤਾ ਬਣਨ ਦੇ thoughts, ਆਪਣੇ ਆਪ ਨੂੰ ਰੱਬ ਦਾ ਬੱਚਾ, ਵਾਹਿਗੁਰੂ ਦਾ ਬੱਚਾ ਸਮਝਣ ਦੇ thoughts। ਜਦ ਅਸੀਂ ਆਪਣੇ ਆਪ ਨੂੰ ਉਹ ਆਤਮਿਕ ਸਥਿਤੀ ਵਿੱਚ ਦੇਖੀਏ ਨਾ, ਤੇ ਸਾਨੂੰ ਆਪਣੇ ਵਾਸਤੇ ਵੀ ਤੇ ਸਾਰਿਆਂ ਵਾਸਤੇ ਇੱਕ ਸ਼ੁਭ ਕਾਮਨਾ, ਸ਼ੁਭ ਭਾਵਨਾ, ਗੁੱਡ ਵਿਸ਼ੇਸ, ਐਲੀਵੇਟਿਡ ਥਾਟਸ, ਪਿਓਰ ਫੀਲਿੰਗਸ, ਸਾਨੂੰ ਸਾਰਿਆਂ ਵਾਸਤੇ ਉਹੀ ਪੋਜ਼ਿਟਿਵ ਥਾਟਸ ਆਣਗੇ ਫਿਰ ਸਾਡੇ ਮਨ ਦੇ ਵਿੱਚ। ਤੇ ਅਸੀਂ ਹੁਣੇ ਆਤਮਾ ਦੀ ਪਹਿਲੀ ਸ਼ਕਤੀ ਦੇ ਬਾਰੇ ਗੱਲ ਕੀਤੀ, ਮਨ ਦੇ ਬਾਰੇ। ਦੂਜੀ ਆਤਮਾ ਦੀ ਸ਼ਕਤੀ ਹੈਗੀ ਹੈ ਬੁੱਧੀ। ਬੁੱਧੀ ਦਾ ਮਤਲਬ, ਬੁੱਧੀ ਦਾ ਕੰਮ ਹੈਗਾ ਕਿ ਜੋ ਚੀਜ਼ ਮਨ ਨੇ ਥਾਟ ਪ੍ਰੋਡਿਊਸ ਕੀਤਾ ਨਾ ਬਹਿ ਕੇ, ਉਸ ਥਾਟ ਨੂੰ ਐਨਾਲਾਈਜ਼ ਕਰਨਾ ਕਿ ਕਿਹੜਾ ਥਾਟ ਚੰਗਾ ਹੈ ਤੇ ਕਿਹੜਾ ਥਾਟ ਮਾੜਾ ਹੈ, ਕਿਹੜੇ ਥਾਟ ਨੂੰ ਮੈਂ ਦੁਬਾਰਾ ਪ੍ਰੋਡਿਊਸ ਕਰਨਾ ਹੈ, ਕਿਹੜੇ ਥਾਟ ਨੂੰ ਮੈਂ ਦੁਬਾਰਾ ਪ੍ਰੋਡਿਊਸ ਨਹੀਂ ਕਰਨਾ। ਸੌਰੀ, ਜਿਹੜੇ ਥਾਟ ਨੇ ਨਾਲ ਮੈਨੂੰ ਖੁਸ਼ੀ ਮਿਲੇ ਨਾ ਬਹਿ ਕੇ ਆਪਣੇ ਮਨ ਦੇ ਅੰਦਰ, ਉਹ ਥਾਟ ਚੰਗਾ ਹੈ। ਜਿਹੜੇ ਥਾਟ ਦੇ ਨਾਲ ਮੈਂ ਕਿਸੇ ਹੋਰ ਨੂੰ ਖੁਸ਼ੀ ਦੇ ਰਿਹਾ, ਉਹ ਥਾਟ ਚੰਗਾ ਹੈ। ਜਿਹੜਾ ਥਾਟ ਮੇਰਾ ਪਰਮਾਤਮਾ ਦੇ ਨਾਲ ਅਲਾਈਨ ਕਰਦਾ ਹੈ, ਰੱਬ ਦੇ ਨਾਲ ਅਲਾਈਨ ਕਰਦਾ ਹੈ, ਉਹ ਥਾਟ ਚੰਗਾ ਹੈ। ਬਟ ਕਿਸੇ ਵਾਸਤੇ ਨਫ਼ਰਤ ਰੱਖਣਾ, ਕਿਸੇ ਤੋਂ ਈਰਸ਼ਿਆ ਰੱਖਣਾ, ਕਿਸੇ ਨੂੰ ਗਾਲਾਂ ਕੱਢਣਾ, ਕਿਸੇ ਦੀ ਬੁਰਾਈ ਦੇਖਣਾ ਬਹਿ ਕੇ, ਉਹ ਚੰਗੇ ਥਾਟਸ ਨਹੀਂ ਨੇ। ਤੇ ਜਦ ਮੇਰੇ ਇੰਟੈਲੈਕਟ ਨੂੰ ਮੇਰੇ ਅੰਦਰ ਮੇਰੇ ਬੁੱਧੀ ਦੇ ਵਿੱਚ ਇਹ ਪਰਖਣ ਦੀ ਸ਼ਕਤੀ ਹੋਵੇ ਨਾ ਕਿ ਕਿਹੜੀ ਚੀਜ਼ ਪੱਥਰ ਹੈ ਤੇ ਕਿਹੜੀ ਚੀਜ਼ ਪਾਰਸ ਹੈਗੀ ਹੈ, ਰਾਈਟ? ਕਿਹੜੀ ਚੀਜ਼ ਪਿਓਰ ਹੈ ਤੇ ਕਿਹੜੀ ਚੀਜ਼ ਇੰਪਿਓਰ ਹੈਗੀ ਹੈ। ਜਦ ਮੈਨੂੰ ਇਹ ਫੈਸਲਾ ਕਰਨ ਦੀ ਸ਼ਕਤੀ ਉਹ ਮਿਲ ਜਾਏ ਨਾ, ਗਿਆਨ ਮਿਲ ਜਾਏ ਮੈਨੂੰ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ ਬਹਿ ਕੇ, ਤੇ ਮੈਂ ਉਹਦੇ ਬਾਅਦ ਮੈਂ ਗਲਤ ਥਾਟਸ ਨੂੰ ਆਈ ਕੈਨ ਟ੍ਰਾਂਸਫਾਰਮ ਮਾਈ ਨੈਗੇਟਿਵ ਥਾਟਸ ਇਨਟੂ ਪੋਜ਼ਿਟਿਵ ਵਨਸ। ਉਹੀ ਸਾਡਾ ਰਾਜਯੋਗਾ ਮੈਡੀਟੇਸ਼ਨ ਵਿੱਚ ਸਭ ਤੋਂ ਵੱਡਾ ਜੋ ਅਸੀਂ ਪ੍ਰੈਕਟਿਸ ਕਰਨੇ ਆ, ਅਸੀਂ ਉਹੀ ਕਰਨੇ ਆ। ਅਸੀਂ ਆਪਣੇ ਆਪ ਦੇ ਅੰਦਰ ਕਨਸਟੈਂਟਲੀ, ਇੰਟੈਂਸ਼ਨਲੀ ਅਸੀਂ ਪੋਜ਼ਿਟਿਵ ਥਾਟਸ ਕ੍ਰੀਏਟ ਕਰਦੇ ਆ ਆਪਣੇ ਅੰਦਰ, ਆਪਣੇ ਆਪ ਦੇ ਅੰਦਰ। ਤੇ ਜਦ ਉਹ ਪੋਜ਼ਿਟਿਵ ਥਾਟਸ ਅਸੀਂ ਕ੍ਰੀਏਟ ਕਰਦੇ ਰਹਿੰਦੇ ਆ, ਭਰਦੇ ਰਹਿੰਦੇ ਆ, ਕੌਨਸ਼ੀਅਸਲੀ ਭਰਦੇ ਰਹਿੰਦੇ ਆ ਆਪਣੇ ਆਪ ਦੇ ਅੰਦਰ ਉਸ ਪੋਜ਼ਿਟਿਵ ਥਾਟਸ ਦੇ ਨਾਲ, ਤਾਂ ਧੀਰੇ ਧੀਰੇ ਉਹ ਪੋਜ਼ਿਟਿਵਿਟੀ ਜੋ ਹੈ ਨਾ, ਉਹ ਸਾਡੀ ਸਬ ਕੌਨਸ਼ੀਅਸ ਵਿੱਚ ਜਾ ਕੇ ਸਾਡਾ ਡਿਫਾਲਟ ਬਣ ਜਾਂਦਾ ਧੀਰੇ। ਉਹਨੂੰ ਟਾਈਮ ਲੱਗਦਾ ਉਸ ਚੇਂਜ ਨੂੰ ਆਉਣ ਵਿੱਚ, ਬਟ the whole goal of this Raj Yoga meditation is ਕਿ ਅਸੀਂ ਕਿਵੇਂ ਆਪਣੇ ਆਪ ਨੂੰ ਪੋਜ਼ਿਟਿਵਿਟੀ ਨਾਲ ਭਰੀਏ ਪ੍ਰੋਐਕਟਿਵਲੀ, ਤਾਂ ਕਿ ਜਿਹੜੀ ਅੰਦਰ ਨੈਗੇਟਿਵ ਖਿਆਲ ਹੈਗੇ ਨਾ ਮਨ ਦੇ ਅੰਦਰ, ਜਿਹੜੀ ਨੈਗੇਟਿਵਿਟੀ ਹੈਗੀ ਮਨ ਦੇ ਅੰਦਰ, ਉਹ ਨੈਗੇਟਿਵਿਟੀ ਧੀਰੇ ਧੀਰੇ ਕਰਕੇ ਚਲੀ ਜਾਏ। ਤੇ ਸਾਡੇ ਇੰਟੈਲੈਕਟ, ਬੁੱਧੀ ਦਾ ਕੰਮ ਹੈਗਾ ਇਹ ਸੋਚਣਾ, ਪਰਖਣਾ ਬਹਿ ਕੇ, ਡਿਸੀਜਨ ਲੈਣਾ, ਫੈਸਲਾ ਕਰਨਾ, ਉਹਨੂੰ ਐਨਾਲਾਈਜ਼ ਕਰਨਾ, ਹਰ ਸਿਚੁਏਸ਼ਨ ਦੇ, ਹਰ ਥਾਟ ਦੇ, ਹਰ ਚੀਜ਼ ਦੇ
ਪ੍ਰੋਜ਼ ਐਂਡ ਕੌਨਸ ਐਨਾਲਾਈਜ਼ ਕਰਨਾ ਬਹਿ ਕੇ ਤੇ ਪ੍ਰੋਜ਼ ਐਂਡ ਕੌਨਸ ਐਨਾਲਾਈਜ਼ ਕਰਕੇ ਉਹਦੇ ਬਾਅਦ ਉਹਨੂੰ ਡਿਸੀਜਨ ਲੈਣਾ ਬਹਿ ਕੇ। ਇੱਕ ਵਾਰ ਸਾਨੂੰ ਪ੍ਰੋਜ਼ ਐਂਡ ਕੌਨਸ ਐਨਾਲਾਈਜ਼ ਕਰਨ ਦਾ ਉਹ ਮਿਲ ਜਾਏ ਤੇ ਉਹਦੇ ਬਾਅਦ ਡਿਸੀਜਨ ਲੈਣਾ ਆਸਾਨ ਹੋ ਜਾਂਦਾ ਫਿਰ, ਕਿਉਂਕਿ ਸਾਨੂੰ ਪਤਾ ਹੈ ਕਿ ਜੇ ਮੈਂ ਮੈਂ ਲੈਫਟ ਜਾਵਾਂਗਾ ਤੇ ਮੇਰਾ ਇਹ ਪ੍ਰੋਜ਼ ਐਂਡ ਕੌਨਸ ਨੇ ਉਹਦੇ, ਔਰ ਰਾਈਟ ਜਾਵਾਂਗਾ ਤੇ ਉਹਦੇ ਇਹ ਪ੍ਰੋਜ਼ ਐਂਡ ਕੌਨਸ ਨੇ, ਰਾਈਟ। ਤੇ ਜਦ ਪ੍ਰੋਜ਼ ਐਂਡ ਕੌਨਸ ਕਲੀਅਰ ਨੇ ਦੋਨਾਂ ਸਾਈਡਾਂ ਦੇ ਤਾਂ ਡਿਸੀਜਨ ਲੈਣਾ ਬੜਾ ਆਸਾਨ ਹੋ ਜਾਂਦਾ ਫਿਰ ਉਹਦੇ ਬਾਅਦ। ਤੇ ਤੀਜਾ ਜਿਹੜਾ ਮਨ ਦੀ ਸ਼ਕਤੀ ਹੈਗੀ ਹੈ ਉਹ ਹੈਗੀ ਹੈ ਸੰਸਕਾਰ। ਸੰਸਕਾਰ ਜੋ ਹੈਗੇ ਨੇ ਉਹ ਹੈਗੇ ਦੇ ਆਰ ਲਾਈਕ ਇੰਪ੍ਰੈਸ਼ਨਸ, ਲਾਈਕ ਆਦਤ। ਅਸੀਂ ਕਹਿੰਦੇ ਆ ਨਾ ਕਿ ਇਹਨੂੰ ਤੇ ਆਦਤ ਹੀ ਹੈਗੀ ਹੈ ਕੰਮ ਕਰਨ ਦੀ, ਜਾਂ ਕਿਸੇ ਦੀ ਕਦੇ ਕਿਸੇ ਛੋਟੇ ਬੱਚੇ ਨੂੰ ਵੀ ਦੇਖੋ, ਕਈ ਵਾਰ ਕੋਈ ਛੋਟਾ 2 ਸਾਲ ਦਾ ਬੱਚਾ ਹੁੰਦਾ ਨਾ, ਉਹਨੂੰ ਵੀ ਕਈ ਵਾਰ ਆਦਤ ਹੁੰਦੀ ਹੈ ਕਿ ਕਿਸੇ ਛੋਟੇ ਬੱਚੇ ਨੂੰ ਵੀ ਕਿ ਉਹ ਸਾਰਿਆਂ ਨਾਲ ਸਮਾਈਲ ਕਰਦਾ, ਕੋਈ ਛੋਟਾ ਬੱਚਾ ਵੀ 1 ਸਾਲ 2 ਸਾਲ ਦਾ ਵੀ ਕਈ ਵਾਰ, ਰਾਈਟ। ਤੇ ਕਈ ਵਾਰ ਕੋਈ ਛੋਟਾ ਬੱਚਾ ਹੁੰਦਾ ਜਿਹੜਾ 1 ਸਾਲ 2 ਸਾਲ ਦਾ ਹੋ ਕੇ ਵੀ ਇਰੀਟੇਟਡ ਰਹਿੰਦਾ ਹਮੇਸ਼ਾ ਸ਼ੁਰੂ ਤੋਂ ਹੀ, ਰਾਈਟ। ਉਹ ਸੰਸਕਾਰ ਜੋ ਹੈਗੇ ਉਹ ਹੈਗੇ ਨੇ ਸਾਡੀ ਪਰਸਨੈਲਿਟੀ ਟ੍ਰੇਟ, ਸਾਡੇ ਹੈਬਿਟਸ, ਸਾਡੇ ਇੰਪ੍ਰੈਸ਼ਨਸ, ਰਾਈਟ। ਤੇ ਉਹ ਸੰਸਕਾਰ ਜੋ ਹੈਗੇ ਨੇ ਉਹ ਕਿਵੇਂ ਬਣਦੇ ਨੇ, ਇਹ ਜੋ ਹੈਗਾ ਅਸੀਂ ਦੇਖਿਆ ਕਿ ਇੰਪ੍ਰਿੰਟਸ ਹੈਗੇ ਨੇ, ਇਹ ਸਾਡੇ ਇੰਪ੍ਰਿੰਟ ਸਾਡੀ ਆਤਮਾ ਦੇ ਉੱਤੇ ਬੈਠੇ ਹੋਏ ਨੇ, ਲਿਖੇ ਹੋਏ ਨੇ ਸਾਡੇ ਆਤਮਾ ਦੇ ਉੱਤੇ ਇਹ ਸਾਰੇ ਇੰਪ੍ਰਿੰਟਸ। ਮਗਰ ਇਹ ਇੰਪ੍ਰਿੰਟਸ ਆਏ ਕਿਵੇਂ, ਕਿੰਨੇ ਲਿਖੇ ਇੰਪ੍ਰਿੰਟਸ? ਕਿ ਮੈਂ ਲਿਖੇ ਬਹਿ ਕੇ ਕਿ ਰੱਬ ਨੇ ਲਿਖੇ ਸਾਰੇ ਇੰਪ੍ਰਿੰਟਸ ਮੇਰੀ ਆਤਮਾ ਦੇ ਉੱਤੇ? ਮੇਰੇ ਸੰਸਕਾਰ ਜੋ ਹੈਗੇ ਨੇ ਉਹ ਕਿਵੇਂ ਬਣੇ? ਸੰਸਕਾਰ ਮੇਰੇ ਕਿੰਨੇ ਬਣਾਏ? ਕਿ ਮੇਰੇ ਮਾਪਿਓ ਨੇ ਬਣਾਏ ਮੇਰੇ ਸੰਸਕਾਰ? ਕਿ ਰੱਬ ਨੇ ਬਣਾਏ ਮੇਰੇ ਸੰਸਕਾਰ? ਗੁਰਬਾਣੀ ਲਿਖਿਆ ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਏ। ਅਸੀਂ ਜਿਹੜਾ ਪਾਪ ਜਾਂ ਪੁੰਨ ਕਰਦੇ ਆ ਨਾ, ਅਸੀਂ ਉਹ ਕਹਿ ਕੇ ਕਰਕੇ ਨਹੀਂ ਕਰਦੇ, ਅਸੀਂ ਕਰ ਕਰ ਕਰਨਾ ਲਿਖ ਲੈ ਜਾਏ। ਜਿਹੜਾ ਅਸੀਂ ਕਰਮ ਬਾਰ-ਬਾਰ ਕਰਦੇ ਆ ਨਾ, ਬਾਰ-ਬਾਰ ਕਰਦੇ ਆ, ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਰਿਪੀਟ ਕਰਕੇ ਪ੍ਰੈਕਟਿਸ ਕਰਦੇ ਆ ਨਾ, ਜਿਸ ਚੀਜ਼ ਦੀ, ਉਹ ਚੀਜ਼ ਸਾਡੀ ਆਤਮਾ ਤੇ ਉੱਤੇ ਲਿਖੀ ਜਾਂਦੀ ਹੈ ਧੀਰੇ ਧੀਰੇ ਕਰਕੇ, ਰਾਈਟ। ਛੋਟਾ ਬੱਚਾ ਜਿਹਾ ਹੁੰਦਾ, ਉਹਨੂੰ ਪ੍ਰੀ ਸਕੂਲ ਦੇ ਬੱਚੇ ਨੂੰ, ਕਿੰਡਰਗਾਰਟਨ ਦੇ ਬੱਚੇ ਨੂੰ ਲਿਖਣਾ ਸਿਖਾਇਆ ਜਾਂਦਾ ਬਹਿ ਕੇ ਕਿ ਇੰਜ ਹੱਥ ਫੜਨਾ ਹੈ, ਇੰਜ ਪੈਨਸਿਲ ਫੜਨੀ ਹੈ, ਇੰਜ ABC ਲਿਖਣੀ ਹੈ ਬਹਿ ਕੇ। ਤੇ ਉਹਨੂੰ ਧੀਰੇ ਧੀਰੇ ਐਲੀਮੈਂਟਰੀ ਸਕੂਲ ਤੱਕ ਆਂਦੇ ਉਹਨੂੰ ਅਪਰ ਗ੍ਰੇਡ ਤੱਕ ਆਂਦੇ ਉਹਨੂੰ ਆਦਤ ਪੈ ਜਾਂਦੀ ਹੈ, ਮੈਂ ਇੰਜ ਹੱਥ ਫੜਨਾ, ਇੰਜ ਪੈਨਸਿਲ ਫੜਨੀ ਹੈ, ਮੈਂ ਇੰਜ A ਲਿਖਣਾ, ਇੰਜ B ਲਿਖਣਾ। ਉਹ ਪ੍ਰੈਕਟਿਸ ਕਰ ਕਰਕੇ ਬੱਚੇ ਨੂੰ ਆਦਤ ਪੈ ਜਾਂਦੀ ਹੈ ਧੀਰੇ ਧੀਰੇ ਲਿਖਣ ਦੀ, ਮੈਥ ਕਰਨ ਦੀ, ਰਾਈਟ। ਤੇ ਸਿਮਿਲਰਲੀ ਅਸੀਂ ਜੋ ਜ਼ਿੰਦਗੀ ਵਿੱਚ ਵੀ ਜੋ ਅਸੀਂ ਕਰਨੇ ਆ ਨਾ ਬਹਿ ਕੇ, ਪਹਿਲੀ ਵਾਰ ਮੈਂ ਦੇਖਿਆ ਬਹਿ ਕੇ ਕਿ ਕੋਈ ਮੰਨ ਲਓ ਕਿ ਕੋਈ ਬੰਦਾ ਸਰੀਰ ਰੋਡ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਬਹਿ ਕੇ, ਮਗਰ ਉਹਦਾ ਸਰੀਰ ਇੰਨਾ ਹੈਲਦੀ ਨਹੀਂ ਹੈਗਾ, ਰਾਈਟ। ਮੈਂ ਪਹਿਲੀ ਵਾਰ ਦੇਖਿਆ ਕਿਸੇ ਬੰਦੇ ਨੂੰ, ਕਿਸੇ ਹੈਂਡੀਕੈਪ ਨੂੰ ਰੋਡ ਕ੍ਰਾਸ ਕਰਦੇ ਹੋਏ, ਤੇ ਮੈਂ ਉਹਨਾਂ ਨੂੰ ਆਪਣਾ ਹੱਥ ਦਿੱਤਾ ਬਹਿ ਕੇ ਪਹਿਲੀ ਵਾਰ ਕਿ ਮੇਰਾ ਹੱਥ ਫੜ ਕੇ ਮੈਂ ਤੁਹਾਨੂੰ ਰੋਡ ਕ੍ਰਾਸ ਕਰਵਾ ਦੇਣਾ ਬਹਿ ਕੇ, ਮੈਂ ਜਲਦੀ ਨਾਲ, ਪਿਆਰ ਨਾਲ, ਠੀਕ ਹੈ। ਪਹਿਲੀ ਵਾਰ ਮੈਂ ਕੀਤਾ, ਇੱਕ ਵਾਰ ਮੈਂ ਸੋਚਿਆ ਪਹਿਲੀ ਵਾਰ ਕਿ ਮੈਂ ਕਰਾਂ ਕਿ ਨਾ ਕਰਾਂ, ਮੈਨੂੰ ਵੀ ਦੇਰ ਹੁੰਦੀ ਪਈ ਹੈ, ਮੇਰਾ ਟਾਈਮ ਜਾਂਦਾ ਪਿਆ, ਪਤਾ ਨਹੀਂ ਮੈਂ ਕਰਾਂ ਕਿ ਨਾ ਕਰਾਂ। ਪਹਿਲੀ ਵਾਰ ਮੈਨੂੰ ਸੋਚਣ ਦੀ ਲੋੜ ਪਈ, ਬਟ ਪਹਿਲੀ ਵਾਰ ਮੈਂ ਕਿਹਾ ਕਿ ਨਹੀਂ ਮੈਨੂੰ ਲੱਗਦਾ ਕਿ ਮੈਨੂੰ ਇਹਨੂੰ ਆਪਣਾ ਹੱਥ ਫੜਾ ਕੇ ਰੋਡ ਕ੍ਰਾਸ ਕਰਾ ਦੇਣੀ ਚਾਹੀਦੀ ਹੈ, ਆਪੇ ਨਹੀਂ ਕਰ ਪਾਉਂਦੇ ਪਏ ਰੋਡ ਕ੍ਰਾਸ, ਮੈਂ ਕਰ ਦੇਣਾ ਹੈ ਬਹਿ ਕੇ। ਮੈਂ ਪਹਿਲੀ ਵਾਰ ਹੈਲਪ ਕਰਾਈ ਬਹਿ ਕੇ ਉਹਨਾਂ ਦੀ, ਦੂਜੀ ਵਾਰ ਮੈਂ ਫੇਰ ਸੋਚਿਆ ਥੋੜੇ ਬਾਅਦ, ਤੀਜੀ ਵਾਰ ਸੋਚਿਆ, ਚੌਥੀ ਵਾਰ ਸੋਚਿਆ, ਪੰਜਵੀਂ ਵਾਰ ਮੈਂ ਦੇਖਿਆ ਕਿਸੇ ਭਾਈ ਨੂੰ ਰੋਡ ਕ੍ਰਾਸ ਕਰਦੇ ਹੋ, ਮੇਰੀ ਆਤਮਾ ਨੇ ਇਮੀਡੀਏਟਲੀ ਕੁਐਸਚਨ ਨਹੀਂ ਕ੍ਰੀਏਟ ਕੀਤਾ ਮੈਂ ਜਾਵਾਂ ਕਿ ਨਾ ਜਾਵਾਂ, ਮੈਂ ਕਰਾਂ ਕਿ ਨਾ ਕਰਾਂ। ਇਮੀਡੀਏਟਲੀ ਮੇਰੀ ਆਤਮਾ ਨੇ ਕਿਹਾ ਸਰੀਰ ਨੂੰ ਜਾ ਉਹਦੀ ਹੈਲਪ ਕਰ ਮਨਪ੍ਰੀਤ। ਤੇ ਜਿਹੜੀ ਕੰਮ ਅਸੀਂ ਕਰਨੇ ਆ, 1 ਵਾਰ ਕਰਨੇ ਆ, 2 ਵਾਰ ਕਰਨੇ ਆ, 3 ਵਾਰ ਕਰਨੇ ਆ, 4 ਵਾਰ ਕਰਨੇ ਆ, 5 ਵਾਰ ਕਰਨੇ ਆ, ਅਸੀਂ ਉਹ ਚੀਜ਼ ਦੀ ਸਾਨੂੰ ਆਦਤ ਪੈ ਜਾਂਦੀ ਹੈ ਤੇ ਉਹ ਸਾਡਾ ਸੰਸਕਾਰ ਬਣ ਜਾਂਦਾ ਧੀਰੇ ਧੀਰੇ। ਤੇ ਉਹ ਸੰਸਕਾਰ ਜੋ ਹੈਗੇ ਨੇ ਉਹ ਸਾਡਾ ਡਿਫਾਲਟ ਬਣ ਜਾਂਦਾ ਧੀਰੇ ਧੀਰੇ, ਸਬਕੌਂਸ਼ੀਅਸ ਮਾਈਂਡ ਜੋ ਹੈ ਉਹ ਚੀਜ਼ ਸਾਨੂੰ ਆਪੇ ਕਰਨ ਪੈਂਦੀ ਹੈ ਧੀਰੇ ਧੀਰੇ, ਰਾਈਟ। ਤੇ ਇਹ ਜੋ 3 ਆਤਮਾ ਦੇ ਜਿਹੜੇ 3 ਫੈਕਲਟੀਜ਼ ਹੈਗੇ ਨੇ, ਮਨ, ਬੁੱਧੀ ਤੇ ਸੰਸਕਾਰ, ਮਾਈਂਡ, ਇੰਟੈਲੈਕਟ ਐਂਡ ਸਬਕੌਂਸ਼ੀਅਸਨੈਸ, ਸੰਸਕਾਰ, ਇਹਨਾਂ ਤਿੰਨਾਂ ਦਾ ਸਾਈਕਲ ਹੈਗਾ। ਮਨ ਜੋ ਹੈਗਾ, ਸਭ ਤੋਂ ਪਹਿਲੇ ਮਨ ਥਾਟਸ ਕ੍ਰੀਏਟ ਕਰਦਾ ਹੈ, ਖਿਆਲ ਪੈਦਾ ਕਰ, ਮਨ ਦਾ ਕੰਮ ਹੀ ਹੈ ਥਾਟਸ ਪੈਦਾ ਕਰਨਾ, ਕੁਝ ਵੀ ਹੋ ਜਾਏ ਮਨ ਨੇ ਥਾਟਸ ਕ੍ਰੀਏਟ ਕਰਨੇ ਹੀ ਕਰਨੇ ਨੇ। ਅਸੀਂ ਮਨ ਨੂੰ ਇਹ ਨਹੀਂ ਕਹਿ ਸਕਦੇ ਕਿ ਥਾਟਸ ਤੂੰ ਨਾ ਕ੍ਰੀਏਟ ਕਰ, ਬਟ what we can do is ਕਿ ਜੇ ਸਾਡੇ ਕੋਲ ਨੌਲੇਜ ਹੋਵੇ, ਅਸੀਂ ਆਪਣੇ ਨੌਲੇਜ ਗਿਆਨ ਦੇ ਨਾਲ ਅਸੀਂ ਆਪਣੀ ਇੰਟੈਲੈਕਟ ਨੂੰ ਵਧਾ ਕੇ, ਆਪਣੀ ਬੁੱਧੀ ਨੂੰ ਵਧਾ ਕੇ, ਉਹਦੇ ਨਾਲ ਅਸੀਂ
ਆਪਣੇ ਇੰਟੈਲੈਕਟ ਦੇ ਨਾਲ ਅਸੀਂ ਫੈਸਲਾ ਕਰ ਸਕਦੇ ਹਾਂ ਕਿ ਕਿਹੜਾ ਥਾਟ ਚੰਗਾ ਹੈ ਤੇ ਕਿਹੜਾ ਥਾਟ ਮਾੜਾ ਹੈ। ਤੇ ਜਿਹੜਾ ਅਸੀਂ ਥਾਟ ਮਾਈਂਡ ਨੂੰ ਕਹਾਂਗੇ ਨਾ ਕਿ ਇਹ ਥਾਟ ਚੰਗਾ ਹੈ, ਇਹ ਥਾਟ ਨਹੀਂ, ਇਹ ਥਾਟ ਤੂੰ ਦੁਬਾਰਾ ਪੈਦਾ ਕਰ, ਹੋਰ ਪੈਦਾ ਕਰ ਇਸ ਤਰ੍ਹਾਂ ਦੇ ਥਾਟਸ, ਤੇ ਇਹ ਨੈਗੇਟਿਵ ਥਾਟ ਹੈ, ਵੇਸਟ ਥਾਟ ਹੈ, ਇਹਨੂੰ ਅਸੀਂ ਉੱਥੇ ਡੰਪ ਕਰ ਦਈਏ, ਉਹਨੂੰ ਦੁਬਾਰਾ ਨਾ ਲੈ ਕੇ ਆਈਏ, ਅਸੀਂ ਉਹਨੂੰ ਐਕਸ਼ਨ ਵਿੱਚ ਨਾ ਕਨਵਰਟ ਕਰੀਏ, ਤੇ ਉਹ ਚੀਜ਼ ਧੀਰੇ ਧੀਰੇ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਾਂਦੀ ਜਾਏਗੀ, ਪਰ ਸਾਡੀ ਧੀਰੇ ਧੀਰੇ ਸਾਡੀ ਪਰਸਨੈਲਿਟੀ ਟ੍ਰੇਟ ਬਣ ਜਾਏਗੀ, ਤੇ ਉਂਝ ਹੀ ਸਾਡੇ ਸੰਸਕਾਰ ਬਣ ਜਾਂਦੇ ਨੇ ਧੀਰੇ ਧੀਰੇ। ਤੇ ਜਿਵੇਂ ਸਾਡੇ ਸੰਸਕਾਰ ਬਣਦੇ ਨੇ ਉਵੇਂ ਹੀ ਸਾਡੇ ਧੀਰੇ ਧੀਰੇ ਸਾਡਾ ਸਬਕੌਂਸ਼ੀਅਸ ਮਾਈਂਡ ਉਸੇ ਤਰ੍ਹਾਂ ਦੇ ਥਾਟ ਧੀਰੇ ਧੀਰੇ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦਾ ਹੈ। ਤੇ ਸਾਡੀ ਆਤਮਾ ਦੇ ਜਿਹੜੇ ਸਭ ਤੋਂ ਵੱਡੇ ਨਿੱਜੀ ਗੁਣ ਹੈਗੇ ਨੇ ਨਾ, ਉਹ ਹੈਗੇ ਨੇ ਉਹ ਹੈ 7 ਗੁਣ ਹੈਗੇ ਨੇ ਸਾਡੇ ਆਤਮਾ ਦੇ ਸਭ ਤੋਂ ਇੰਪੋਰਟੈਂਟ ਕੁਆਲਿਟੀਜ਼। ਐਂਡ ਸਭ ਤੋਂ ਇਹਨਾਂ ਕੁਆਲਿਟੀ ਵਿੱਚੋਂ ਸਭ ਤੋਂ ਇੰਪੋਰਟੈਂਟ ਜਿਹੜੀ ਕੁਆਲਿਟੀ ਹੈਗੀ ਆਤਮਾ ਦੀ, ਉਹ ਹੈਗੀ ਹੈ ਗਿਆਨ, ਨੌਲੇਜ। ਗੁਰਬਾਣੀ ਲਿਖਿਆ ਹੈ, ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਇਹ ਜੋ ਗਿਆਨ ਹੈਗਾ ਨਾ, ਜਿੰਨਾ ਗੁਰੂ ਗ੍ਰੰਥ ਸਾਹਿਬ ਵਿੱਚ, ਗੀਤਾ ਵਿੱਚ, ਬਾਈਬਲ ਦੇ ਵਿੱਚ, ਕੁਰਾਨ ਵਿੱਚ ਲਿਖਿਆ ਨਾ ਗਿਆਨ ਸਾਰਿਆਂ ਦੇ ਵਿੱਚ, ਸਾਰੇ ਵੇਦ ਸ਼ਾਸਤਰਾਂ ਦੇ ਵਿੱਚ, ਉਹ ਗਿਆਨ ਜੋ ਹੈ ਨਾ ਸਾਰਾ, ਉਹ ਗਿਆਨ ਸਾਡੇ ਵਾਸਤੇ ਅੰਜਨ ਹੈਗਾ। ਅੰਜਨ ਮੀਨਸ ਲਾਈਕ ਅ ਮੈਡੀਸਨ, ਲਾਈਕ ਅ ਦਵਾਈ, ਰਾਈਟ। ਜਿਹਨੂੰ ਅਸੀਂ ਉਸ ਗਿਆਨ ਨੂੰ ਜੇ ਅਸੀਂ ਸੁਣ ਕੇ ਅਸੀਂ ਉਹਨੂੰ ਸਮਝ ਲਈਏ ਤੇ ਉਹਨੂੰ ਸਮਝ ਕੇ ਉਹਦੇ ਨਾਲ ਅਸੀਂ ਆਪਣੇ ਜ਼ਿੰਦਗੀ ਦੇ ਫੈਸਲੇ ਕਰ ਪਾਈਏ ਨਾ ਉਸ ਗਿਆਨ ਦੇ ਆਧਾਰ ਦੇ ਉੱਤੇ, ਤੇ ਸਾਡੀ ਜ਼ਿੰਦਗੀ ਦਾ ਅੰਧੇਰਾ ਮਿਟ ਜਾਏਗਾ ਸਾਡੇ ਅੱਗੋਂ। ਤੇ ਨੌਲੇਜ ਇਜ਼ ਦ ਸੀਡ। ਇੱਕ ਵਾਰ ਸਾਨੂੰ ਨੌਲੇਜ ਮਿਲ ਗਈ, ਗਿਆਨ ਆ ਗਿਆ ਸਾਨੂੰ ਕਿ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਗਲਤ ਹੈ, ਰਾਈਟ। ਤੇ ਉਹਦੇ ਨਾਲ ਸਾਡੇ ਪਵਿੱਤਰਤਾ ਇਜ਼ ਦ ਨੈਕਸਟ ਥਿੰਗ ਦੈਟ ਕਮਸ ਰਾਈਟ ਆਫਟਰ ਗਿਆਨ। ਇੱਕ ਵਾਰ ਮੈਨੂੰ ਗਿਆਨ ਮਿਲ ਗਿਆ, ਗਿਆਨ ਦੇ ਨਾਲ ਮੈਨੂੰ ਪਵਿੱਤਰਤਾ ਆਉਂਦੀ ਹੈ, ਮੇਰੇ ਮਨ ਦੀ ਪਵਿੱਤਰਤਾ, ਮੇਰੇ ਇੱਕ ਵਾਰ ਥਾਟਸ ਦੀ ਪਵਿੱਤਰਤਾ ਆ ਗਈ ਤੇ ਥਾਟਸ ਦੇ ਨਾਲ ਹੀ ਮੇਰੇ ਵਰਡਸ ਔਰ ਐਕਸ਼ਨਸ ਦੀ ਪਵਿੱਤਰਤਾ ਆਉਂਦੀ ਹੈ। ਤੇ ਇੱਕ ਵਾਰ ਮੇਰੇ ਥਾਟ ਜਦ ਪਿਓਰ ਹੋ ਗਏ ਨਾ ਬਹਿ ਕੇ, ਪਿਓਰਿਟੀ ਦੇ ਪਿਓਰ ਥਾਟਸ ਦੇ ਨਾਲ ਮੈਨੂੰ ਮਨ ਦੇ ਵਿੱਚ ਇੱਕ ਸ਼ਾਂਤੀ ਮਿਲਦੀ ਹੈ, ਖੁਸ਼ੀ ਮਿਲਦੀ ਹੈ, ਆਪਣੇ ਅੰਦਰੋਂ ਇੱਕ ਖੁਸ਼ੀ ਮਹਿਸੂਸ ਕਰਦੇ ਹਾਂ ਅਸੀਂ। ਤੇ ਜਦ ਅਸੀਂ ਆਪਣੇ ਆਪ ਦੇ ਨਾਲ ਆਪਣੇ ਅੰਦਰੋਂ ਅਸੀਂ ਸ਼ਾਂਤੀ ਮਹਿਸੂਸ ਕਰਦੇ ਹਾਂ, ਤਾਂ ਅਸੀਂ ਦੂਜਿਆਂ ਦੇ ਲਈ ਵੀ ਸਾਡੇ ਮਨ ਦੇ ਵਿੱਚ ਚੰਗੇ ਖਿਆਲ ਹੀ ਆਉਂਦੇ ਨੇ। ਸਿਰਫ ਸਾਨੂੰ ਦੂਜਿਆਂ ਦੇ ਲਈ ਦੂਜਿਆਂ ਨੂੰ ਖੁਸ਼ੀਆਂ ਦੇਣਾ, ਦੂਜਿਆਂ ਨੂੰ ਦੁਆਵਾਂ ਦੇਣਾ ਸਭ ਬਹੁਤ ਆਸਾਨ ਹੋ ਜਾਂਦਾ ਸਾਡੇ ਵਾਸਤੇ, ਜਦ ਅਸੀਂ ਆਪਣੇ ਅੰਦਰੋਂ ਉਹ ਖੁਸ਼ ਹੋਈਏ। ਤੇ ਜਦੋਂ ਜਿੰਨਾ ਅਸੀਂ ਆਪਣੇ ਅੰਦਰੋਂ ਇੱਕ ਪਿਆਰ ਮਹਿਸੂਸ ਕਰਦੇ ਹਾਂ, ਇੱਕ ਖੁਸ਼ੀ ਮਹਿਸੂਸ ਕਰਦੇ ਹਾਂ, ਸਾਨੂੰ ਇੱਕ ਲੱਗਦਾ ਹੈ ਕਿ ਮੈਂ ਇੱਕ ਸ਼ਕਤੀਸ਼ਾਲੀ ਹਾਂ, ਮੈਂ ਕਮਜ਼ੋਰ ਨਹੀਂ ਹਾਂ, ਮੇਰੇ ਅੰਦਰ ਸ਼ਕਤੀ ਹੈਗੀ ਹੈ ਫੈਸਲੇ ਕਰਨ ਦੀ, ਮੇਰੇ ਅੰਦਰ ਸ਼ਕਤੀ ਹੈਗੀ ਹੈ ਸਹੀ ਕੰਮ ਕਰਨ ਦੀ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਲਾਸਟ ਸਟੇਜ ਹੈਗੀ ਹੈ ਉਹ ਆਨੰਦ ਦੀ। ਆਨੰਦ ਇਜ਼ ਲਾਈਕ ਐਨ ਅਨਲਿਮਿਟਿਡ ਹੈਪੀਨੈਸ, ਅਤੀ ਇੰਦਰੀਏ ਸੁਖ। ਜਦ ਅਸੀਂ ਪਿਆਰ ਹੁੰਦਾ ਸਾਡੇ ਅੰਦਰ, ਖੁਸ਼ੀਆਂ ਹੁੰਦੀਆਂ, ਸ਼ਾਂਤੀ ਹੁੰਦੀ ਹੈ, ਸ਼ਕਤੀ ਹੁੰਦੀ ਹੈ, ਤੇ ਉਹਦੇ ਬਾਅਦ ਸਾਨੂੰ ਇੱਕ ਆਨੰਦ ਦੀ ਸਟੇਜ ਮਿਲਦੀ ਹੈ। ਮਗਰ ਅੱਜ ਕੱਲ ਕੀ ਹੋ ਗਿਆ ਸਾਡੇ ਕਿ ਅਸੀਂ ਕਲਯੁਗ ਵਿੱਚ ਜੀ ਰਹੇ ਹਾਂ ਅਸੀਂ, ਤੇ ਜਿੰਨੇ ਸਾਡੇ ਆਤਮਾ ਦੇ ਨਿੱਜੀ ਗੁਣ ਸੀਗੇ, ਗਿਆਨ, ਸ਼ਾਂਤੀ, ਸ਼ਕਤੀ, ਪਿਆਰ, ਇਹਦੇ ਨਾਲ ਇਹ ਸਾਰੇ ਜੋ ਹੈ ਨਾ, ਇਹ ਸਾਰੇ ਵਾਈਸਿਸ ਵੀ ਬਦਲ ਚੁੱਕੇ ਨੇ। ਗਿਆਨ ਦੀ ਬਜਾਏ ਸਾਨੂੰ ਮਨ ਵਿੱਚ ਡਾਊਟਸ, ਈਗੋ ਆ ਚੁੱਕੀ ਹੈ ਸਾਡੇ ਅੰਦਰ। ਪਿਓਰਿਟੀ ਦੀ ਬਜਾਏ ਸਾਡੇ ਮਨ ਦੇ ਅੰਦਰ ਨੈਗੇਟਿਵ ਥਾਟ, ਵੇਸਟ ਥਾਟਸ, ਬੁਰਾਈਆਂ ਦੇਖਦੇ ਪਏ ਦੂਜਿਆਂ ਦੀ ਬਹਿ ਕੇ, ਅਸੀਂ ਚਿੰਤਾਵਾਂ ਕਰਦੇ ਪਏ ਹਾਂ ਬਹਿ ਕੇ। ਦੂਜਿਆਂ ਨੂੰ ਪਿਆਰ ਕਰਨ ਦੀ ਬਜਾਏ ਅਸੀਂ ਸੈਲਫਿਸ਼ ਮੋਟਿਵ ਨਾਲ ਦੇਖਦੇ ਹਾਂ ਕਿ ਮੈਨੂੰ ਕੀ ਫਰਕ, ਮੈਨੂੰ ਕੀ ਮਿਲੇਗਾ ਇਹਦੇ ਨਾਲ, ਰਾਈਟ। ਸ਼ਾਂਤੀ ਦੀ ਬਜਾਏ ਸਾਡੇ ਮਨ ਵਿੱਚ ਗੁੱਸਾ ਔਰ ਡਰ ਆ ਚੁੱਕਿਆ ਹੈ। ਖੁਸ਼ੀ ਦੀ ਬਜਾਏ ਸਾਡੇ ਮਨ ਦੇ ਵਿੱਚ ਲਾਲਚ ਤੇ ਈਰਸ਼ਾ ਆ ਚੁੱਕੀ ਹੈ, ਰਾਈਟ। ਅਸੀਂ ਪਾਵਰ ਨੂੰ ਅਸੀਂ ਇੱਕ ਫਿਜ਼ੀਕਲ ਪਾਵਰ ਸਮਝ ਲਿਆ ਬਹਿ ਕੇ, ਕਿ ਮੈਂ ਫਿਜ਼ੀਕਲੀ ਕਿੰਨਾ ਸਟਰੋਂਗ ਹਾਂ ਤੇ ਮੇਰੇ ਕੋਲ ਕਿੰਨੀਆਂ ਬੰਦੂਕਾਂ ਤੇ ਉਹ ਹੈਗੇ ਨੇ ਦੂਜਿਆਂ ਨੂੰ ਮਾਰਨ ਵਾਸਤੇ, ਰਾਈਟ। ਇਹ ਸਾਰੇ ਵਿਕਾਰ ਨੇ, ਇਹ ਸਾਰੇ ਵਾਈਸਿਸ ਨੇ ਸਾਡੇ ਸਾਡੇ ਨਿੱਜੀ ਗੁਣਾਂ ਦੇ ਉੱਤੇ ਉਹ ਕਰ ਲਿਆ ਬਹਿ ਕੇ। ਤਾਂ ਹੀ ਸਾਡੀ ਜਿੰਨੀ ਉਹ ਨੈਗੇਟਿਵਿਟੀ, ਜਿੰਨਾ ਚਿੰਤਾਵਾਂ, ਉਹ ਡਰ ਹੈਗਾ ਸਾਨੂੰ, ਤਾਂ ਹੀ ਅਸੀਂ ਉਹਨਾਂ ਸਾਰਿਆਂ ਦੇ ਨਾਲ ਭਰੇ ਪਏ ਹਾਂ। ਤੇ this is the crux of the whole thing ਕਿ ਅਸੀਂ ਜੋ ਆਤਮਾ ਹਾਂ, ਅਸੀਂ ਇਸ ਧਰਤੀ ਦੇ ਉੱਤੇ 5 ਤੱਤਾਂ ਦਾ ਸਰੀਰ ਲੈ ਕੇ ਧਰਤੀ ਦੇ ਉੱਤੇ ਅਸੀਂ ਹੈਗੇ ਹਾਂ ਇੱਥੇ, ਮਗਰ ਸਾਡਾ ਆਤਮਾ ਵਾਲਾ ਅਸਲੀ ਜੋ ਘਰ ਹੈਗਾ ਨਾ,
ਉਹਨੂੰ ਕਹਿੰਦੇ ਆ ਸੋਲ ਵਰਲਡ, ਪਰਮ ਧਾਮ ਕਹਿ ਲਓ ਉਹਨੂੰ, ਇਨਕੋਰਪੋਰੀਅਲ ਵਰਲਡ ਕਹਿ ਲਓ ਉਹਨੂੰ, ਉਹਨੂੰ ਨਿਰਵਾਣ ਧਾਮ, ਮੁਕਤੀ ਧਾਮ, ਸ਼ਾਂਤੀ ਧਾਮ, ਕਿਸੇ ਵੀ ਨਾਮ, ਕਿਸੇ ਵੀ ਵਰਡ ਨਾਲ ਬੁਲਾ ਲਓ। ਉਹਨੂੰ ਕਹਿੰਦੇ ਆ ਅਸਲੀ ਪਰਮ ਧਾਮ, ਆਤਮਾਵਾਂ ਦਾ ਘਰ, ਜਿੱਥੇ ਪਰਮਾਤਮਾ ਨਿਵਾਸ ਕਰਦਾ ਹੈ। ਤੇ ਉਹਦੇ ਬਾਅਦ ਅਸੀਂ ਅਗਲੇ ਹਫਤੇ ਕੱਲ ਦੀ ਕਲਾਸ ਵਿੱਚ ਦੇਖਾਂਗੇ ਡਿਟੇਲ ਪਰਮਾਤਮਾ ਦੇ ਬਾਰੇ। ਤੇ ਸਾਡੇ ਆਤਮਾਵਾਂ ਦਾ ਵੀ ਅਸਲੀ ਘਰ ਜੋ ਹੈਗਾ ਉਹ ਉਹੀ ਹੈਗਾ, ਪਰਮ ਧਾਮ। ਇਹ ਸਰੀਰ ਜੋ ਹੈਗਾ, ਸਰੀਰ ਵਿੱਚ ਅਸੀਂ ਆਤਮਾ ਸਿਰਫ ਟੈਂਪਰੇਰੀਲੀ ਨਿਵਾਸ ਕਰ ਰਹੇ ਹਾਂ ਇਸ ਆਤਮਾ ਦੇ ਵਿੱਚ। ਤੇ ਜਦ ਅਸੀਂ ਇਹ ਸਰੀਰ ਛੱਡਣਾ ਬਹਿ ਕੇ ਦੂਜਾ ਸਰੀਰ ਲੈਣਾ, ਮਗਰ ਸਾਡਾ ਅਸਲੀ ਜੋ ਘਰ ਹੈਗਾ ਨਾ ਉਹ ਉਹੀ ਹੈਗਾ ਸੋਲ ਵਰਲਡ, ਪਰਮ ਧਾਮ, ਜਿੱਥੇ ਪਰਮਾਤਮਾ ਨਿਵਾਸ ਕਰਦਾ ਹੈ, ਜਿੱਥੇ ਕੋਈ ਆਵਾਜ਼ ਨਹੀਂ ਹੈਗੀ ਹੈ, ਕੋਈ ਟਾਈਮ ਨਹੀਂ ਹੈ, ਕੋਈ ਕਨਸੈਪਟ ਆਫ ਸਾਊਂਡ, ਮੈਟਰ, ਲਾਈਟ, ਕੁਝ ਨਹੀਂ ਹੈਗਾ ਉੱਥੇ। ਉਹ ਸਾਡਾ ਅਸਲੀ ਇਟਰਨਲ ਹੋਮ ਹੈਗਾ, ਸ਼ਾਂਤੀ ਧਾਮ ਕਹਿੰਦੇ ਆ ਜਿਹਨੂੰ ਅਸੀਂ। ਤੇ ਜੋ ਅਸੀਂ ਸੋਲ ਕੌਨਸ਼ੀਅਸਨੈਸ ਦੇ ਬਾਰੇ ਕਰਿਆ, ਇਹ ਸਾਨੂੰ ਸੋਲ ਕੌਨਸ਼ੀਅਸ ਦੀ ਪ੍ਰੈਕਟਿਸ ਜੋ ਹੈਗੀ ਹੈ ਹਰ ਵੇਲੇ ਕਰਨੀ ਹੈ। ਇਹ ਨਹੀਂ ਕਿ ਸਿਰਫ ਜਿਸ ਵੇਲੇ ਮੈਡੀਟੇਸ਼ਨ ਕਰਨ ਬੈਠੇ ਉਸੇ ਵੇਲੇ ਅਸੀਂ ਕਰਨੀ ਹੈ। ਸਾਨੂੰ ਖਾਣਾ ਖਾਂਦੇ ਹੋਏ, ਗੱਲਾਂ ਕਰਦੇ ਹੋਏ, ਆਫਿਸ ਦੇ ਕੰਮ ਕਰਦੇ ਹੋਏ, ਸੌਣ ਲੱਗਿਆ, ਹਰ ਵੇਲੇ ਅਸੀਂ ਆਪਣੇ ਆਪ ਨੂੰ ਇਸ ਆਤਮਿਕ ਸਥਿਤੀ ਵਿੱਚ ਦੇਖਣਾ ਹੈ। ਤੇ ਅਸੀਂ ਆਪਣੇ ਆਪ ਨੂੰ ਇਹ ਬੋਡੀ ਕੌਨਸ਼ੀਅਸਨੈਸ ਤੋਂ, ਇਹ ਸੋਲ, ਆਪਣੇ ਆਪ ਨੂੰ ਸਰੀਰਿਕ ਕੌਨਸ਼ੀਅਸਨੈਸ ਤੋਂ ਆਤਮਿਕ ਕੌਨਸ਼ੀਅਸਨੈਸ ਵਿੱਚ ਲੈ ਕੇ ਆਣਾ ਹੈ। ਤਾਂ ਹੀ ਸਾਨੂੰ ਉਹ ਐਕਸੈਪਟੈਂਸ ਆਉਂਦੀ ਹੈ ਸਾਡੇ ਅੰਦਰ, ਸਾਨੂੰ ਉਹ ਯੂਨਿਟੀ ਦੀ ਫੀਲਿੰਗ ਆਉਂਦੀ ਹੈ। ਕੋਈ ਡਰ ਨਹੀਂ ਰਹਿੰਦਾ, ਕੋਈ ਅਸੀਂ ਕੋਈ ਘਬਰਾਹਟ ਨਹੀਂ ਹੁੰਦੀ ਮਨ ਦੇ ਵਿੱਚ ਸਾਡੇ। ਤੇ ਰਾਜਯੋਗਾ ਮੈਡੀਟੇਸ਼ਨ ਦੇ 4 ਸਟੈਪਸ ਹੈਗੇ ਨੇ। ਅੱਜ ਅਸੀਂ ਪਹਿਲੇ 2 ਸਟੈਪਸ ਦੇ ਬਾਰੇ ਕੀਤਾ ਤੇ ਇਹ ਸਾਡਾ ਅੱਜ ਦਾ ਹੋਮਵਰਕ ਹੈਗਾ ਕਿ ਪਹਿਲਾ ਸਟੈਪ ਜੋ ਹੈ ਰਾਜਯੋਗਾ ਮੈਡੀਟੇਸ਼ਨ ਦਾ, ਕਿ ਅਸੀਂ ਆਪਣੇ ਆਪ ਨੂੰ ਇਸ ਸਰੀਰ ਤੋਂ ਤੇ ਸਰੀਰ ਦੇ ਲੇਬਲਸ ਤੋਂ ਵੱਖਰਾ ਸਮਝੀਏ ਕਿ ਮੈਂ ਇਹ ਸਰੀਰ ਨਹੀਂ ਹਾਂ। ਜਿੰਨੇ ਮੇਰੇ ਲੇਬਲਸ ਹੈਗੇ ਨੇ, ਰੋਲਸ ਹੈਗੇ ਨੇ ਮੇਰੇ ਕੋਲ, ਮੈਂ ਇੱਕ ਮੇਰਾ ਜੈਂਡਰ ਕੀ ਹੈਗਾ, ਮੈਂ ਕਿੱਥੇ, ਮੈਂ ਕਿਹੜੇ ਕੰਟਰੀ ਪੈਦਾ ਹੋਇਆ, ਮੇਰਾ ਕਿਹੜਾ ਫੈਮਿਲੀ ਰਿਲੀਜਨ ਸੀਗਾ, ਮੇਰੇ ਕਿੰਨੇ ਰਿਲੇਸ਼ਨਸ਼ਿਪਸ ਹੈਗੇ ਨੇ ਮੇਰੇ, ਉਹਨਾਂ ਸਾਰਿਆਂ ਉਹ ਸਾਰੇ ਟੈਂਪਰੇਰੀ ਲੇਬਲਸ ਨੇ। ਉਹ ਸਾਰੇ ਲੇਬਲਸ ਨੂੰ ਸਾਈਡ ਤੇ ਰੱਖਣਾ ਬੈਠ ਕੇ, ਆਪਣੇ ਆਪ ਨੂੰ ਉਹਨਾਂ ਸਾਰਿਆਂ ਤੋਂ, ਲੇਬਲਸ ਤੋਂ ਹਟਾ ਕੇ, ਉਹ ਰੋਲਸ ਤੋਂ ਹਟਾ ਕੇ, ਸਰੀਰ ਤੋਂ ਹਟਾ ਕੇ ਆਪਣੇ ਆਪ ਨੂੰ, ਇਹ ਸਾਡਾ ਪਹਿਲਾ ਸਟੈਪ ਹੈਗਾ ਮੈਡੀਟੇਸ਼ਨ ਦਾ। ਤੇ ਦੂਜਾ ਸਟੈਪ ਹੈਗਾ ਕਿ ਅਸੀਂ ਆਪਣੇ ਆਪ ਨੂੰ ਉਸ ਆਤਮਾ, ਉਹ ਪੁਆਇੰਟ ਆਫ ਲਾਈਟ, ਉਹ ਜੋਤ ਸਰੂਪ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਨਾ ਹੈ, ਐਕਸਪੀਰੀਅੰਸ ਕਰਨਾ ਹੈ ਆਪਣੇ ਆਪ ਨੂੰ ਕਿ ਮੇਰੇ ਇੱਥੇ ਮੱਥੇ ਦੇ ਵਿਚਕਾਰ ਇੱਕ ਪੁਆਇੰਟ ਆਫ ਲਾਈਟ ਹੈ, ਇੱਕ ਜੋਤ ਇੱਥੇ ਜਗਦੀ ਪਈ ਹੈ ਜੋ ਇਸ ਸਰੀਰ ਨੂੰ ਜਿੰਦਾ ਰੱਖ ਰਹੀ ਹੈ ਇਸ ਵੇਲੇ। ਤੇ ਇਹ ਸਾਡਾ ਸੈਕਿੰਡ ਸਟੈਪ ਹੈਗਾ ਮੈਡੀਟੇਸ਼ਨ ਦਾ, ਕਿ ਪਹਿਲਾ ਸਟੈਪ ਅਸੀਂ ਆਪਣੇ ਆਪ ਨੂੰ ਇਸ ਸਰੀਰ ਤੋਂ ਵੱਖ ਦੇਖੀਏ, ਸਰੀਰ ਦੇ ਸਾਰੇ ਲੇਬਲਸ ਤੋਂ ਵੱਖ ਦੇਖੀਏ। ਤੇ ਦੂਜਾ ਸਟੈਪ ਹੈ ਸਾਡਾ ਮੈਡੀਟੇਸ਼ਨ ਦਾ, ਅਸੀਂ ਆਪਣੇ ਆਪ ਨੂੰ ਉਸ ਸਰੀਰ ਤੋਂ ਵੱਖਰਾ ਕਰ ਲਿਆ ਤੇ ਅਸੀਂ ਆਪਣੇ ਆਪ ਨੂੰ ਉਸ ਪੁਆਇੰਟ ਆਫ ਲਾਈਟ ਦੇ ਫਾਰਮ ਦੇ ਵਿੱਚ ਆਪਣੇ ਆਪ ਨੂੰ ਐਕਸਪੀਰੀਅੰਸ ਕਰੀਏ ਕਿ ਮੈਂ ਉਹ ਲਾਈਟ ਹੈਗਾ, ਉਹ ਜੋਤ ਕੌਨਸ਼ੀਅਸਨੈਸ ਹੈਗਾ ਜਿਹੜਾ ਇਸ ਆਤਮਾ ਦੇ ਵਿੱਚ ਨਿਵਾਸ ਕਰ ਰਿਹਾ ਹਾਂ। ਅਸੀਂ ਇੱਕ ਛੋਟੀ ਜਿਹੀ ਇੱਕ ਐਕਸਰਸਾਈਜ਼ ਕਰਨੇ ਆ। ਮਨ ਔਰ ਬੁੱਧੀ ਦੇ ਬਾਰੇ ਅਸੀਂ ਪੜਿਆ ਬੈਕ, ਰਾਈਟ, ਕਿ ਮਨ ਔਰ ਬੁੱਧੀ ਦੋਨੋਂ ਆਤਮਾ ਦੇ ਹੈਗੇ ਨੇ ਕ੍ਰਿਟੀਕਲ ਪਾਰਟਸ। ਤੇ ਇੱਕ ਛੋਟੀ ਜਿਹੀ ਐਕਸਰਸਾਈਜ਼ ਕਰਨੇ ਆ, ਇੱਕ ਵਿਜ਼ੂਅਲਾਈਜੇਸ਼ਨ ਐਕਸਰਸਾਈਜ਼। ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਹੱਥ ਬੋਡੀ ਨੂੰ ਸਟਿਲ ਰੱਖ ਕੇ 2 ਮਿੰਟ ਵਾਸਤੇ ਬੈਠੋ ਸਿਰਫ, ਤੇ ਆਪਣੇ ਮਨ ਵਿੱਚ ਇਹ ਥਾਟ ਪ੍ਰੋਡਿਊਸ ਕਰੋ ਕਿ ਸੋਚੋ ਕਿ ਤੁਸੀਂ ਆਪਣੇ ਬਚਪਨ ਵਿੱਚ ਜਿਸ ਘਰ ਵਿੱਚ ਰਹਿੰਦੇ ਸੀਗੇ, ਜਿੱਥੇ ਤੁਹਾਡਾ ਬਚਪਨ ਗੁਜ਼ਰਿਆ, ਜਿੱਥੇ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਰਹੇ ਸੀ, ਜਿਸ ਘਰ ਵਿੱਚ, ਆਪਣੇ ਆਪ ਨੂੰ ਉਸ ਘਰ ਦੇ ਵਿੱਚ ਵਿਜ਼ੂਅਲਾਈਜ਼ ਕਰੋ ਕਿ ਮੈਂ ਉਸ ਆਪਣੇ ਬਚਪਨ ਦੇ ਘਰ ਵਿੱਚ ਹਾਂ, ਜਿੱਥੇ ਮੈਂ ਆਪਣੇ ਬਚਪਨ ਵਿੱਚ ਆਪਣੇ ਮਾਤਾ ਪਿਤਾ, ਆਪਣੇ ਭੈਣ ਭਰਾ ਦੇ ਨਾਲ ਮੈਂ ਬਚਪਨ ਵਿੱਚ ਰਿਹਾ। ਹੁਣ ਉਸ ਬਚਪਨ ਦੇ ਘਰ ਵਿੱਚ ਇਮੇਜਿਨ ਕਰੋ ਕਿ ਅਸੀਂ ਤੁਰ ਕੇ ਜਾ ਰਹੇ ਹਾਂ ਕਿਚਨ ਦੇ ਵਿੱਚ। ਅਸੀਂ ਫਿਜ਼ੀਕਲੀ ਨਹੀਂ ਤੁਰਨਾ, ਫਿਜ਼ੀਕਲੀ ਅਸੀਂ ਇੱਥੇ ਬਹਿਣਾ ਹੈ, ਮਗਰ ਜਸਟ ਵਿਜ਼ੂਅਲਾਈਜ਼ ਕਿ ਅਸੀਂ ਆਪਣੇ ਉਸ ਬਚਪਨ ਦੇ ਪੇਰੈਂਟਸ ਦੇ ਘਰ ਦੇ ਵਿੱਚ ਅਸੀਂ ਕਿਚਨ ਵਿੱਚ ਜਾ ਰਹੇ ਹਾਂ ਤੁਰ ਕੇ।
ਉਹ ਕਿਚਨ ਵਿੱਚ ਇੱਕ ਫ੍ਰਿਜ ਹੈਗਾ। ਮੈਂ ਉਹ ਫ੍ਰਿਜ ਨੂੰ ਖੋਲਿਆ ਤੇ ਫ੍ਰਿਜ ਵਿੱਚੋਂ ਮੈਂ ਇੱਕ ਸੰਤਰਾ ਕੱਢਿਆ। ਉਹ ਸੰਤਰਾ ਕੱਢ ਕੇ ਮੈਂ ਚੱਕੂ ਨਾਲ ਉਸ ਸੰਤਰੇ ਨੂੰ ਕੱਟਿਆ ਤੇ ਕੱਟ ਕੇ ਮੈਂ ਉਸ ਸੰਤਰੇ ਨੂੰ ਜਦ ਸੁੰਘਿਆ ਤੇ ਮੈਨੂੰ ਇੰਨੀ ਪਿਆਰੀ ਔਰੇਂਜ ਦੀ ਸਮੈਲ ਆਈ ਤੇ ਮੈਂ ਉਸ ਸੰਤਰੇ ਨੂੰ ਜਦ ਖਾਇਆ ਹੁਣ ਤੇ ਮੈਨੂੰ ਇੰਨਾ ਪਿਆਰਾ ਉਸ ਸੰਤਰੇ ਦਾ ਜੂਸ ਮਿਲਿਆ ਆਪਣੇ ਮਨ ਦੇ ਵਿੱਚ। So this was a very short exercise to show ਕਿ how ਕਿ ਅਸੀਂ ਸਾਡਾ ਮਨ ਤੇ ਸਾਡੀ ਬੁੱਧੀ ਜੋ ਹੈ ਦੋਨੋਂ ਕਿਵੇਂ ਇਕੱਠੇ ਕੰਮ ਕਰਦੇ ਨੇ। ਸਾਡਾ ਮਨ ਜੋ ਹੈ ਥਾਟਸ ਕ੍ਰੀਏਟ ਕਰਦਾ ਹੈ। ਸਾਡੇ ਮਨ ਨੇ ਥਾਟਸ ਕ੍ਰੀਏਟ ਕੀਤੇ ਕਿ ਅਸੀਂ ਆਪਣੇ ਬਚਪਨ ਦੇ ਪੇਰੈਂਟਸ ਦੇ ਘਰ ਹੈਗੇ ਹਾਂ, ਅਸੀਂ ਕਿਚਨ ਵਿੱਚ ਜਾ ਰਹੇ ਹਾਂ ਤੁਰ ਕੇ, ਮੈਂ ਫ੍ਰਿਜ ਖੋਲ ਰਿਹਾ, ਮੈਂ ਸੰਤਰਾ ਕੱਢ ਰਿਹਾ ਫ੍ਰਿਜ ਵਿੱਚੋਂ, ਮੈਂ ਸੰਤਰੇ ਨੂੰ ਕੱਟ ਰਿਹਾ, ਸੰਤਰੇ ਦੀ ਸਮੈਲ ਆ ਰਹੀ ਹੈ ਮੈਨੂੰ। ਉਹ ਮਨ ਨੇ ਸਾਰੇ ਵਾਲੇ ਥਾਟਸ ਕ੍ਰੀਏਟ ਕੀਤੇ ਤੇ ਬੁੱਧੀ ਨੇ ਉਹਨਾਂ ਥਾਟਸ ਨੂੰ ਵਿਜ਼ੂਅਲਾਈਜ਼ ਕੀਤਾ। ਬੁੱਧੀ ਨੇ ਉਹਨਾਂ ਥਾਟਸ ਨੂੰ ਪ੍ਰੈਕਟਿਸ ਵਿੱਚ ਲਿਆਉਣ ਦੀ ਉਹ ਕੋਸ਼ਿਸ਼ ਕੀਤੀ ਬਹਿ ਕੇ। ਤੇ ਇੰਝ ਹੀ ਸਾਡੇ ਮੈਡੀਟੇਸ਼ਨ ਦੇ ਵਿੱਚ ਅਸੀਂ ਆਪਣੇ ਮਨ ਔਰ ਬੁੱਧੀ ਨੂੰ ਜਦ ਇਕੱਠੇ ਰੱਖਨੇ ਆ ਬਹਿ ਕੇ ਤੇ ਮਨ ਸਾਡਾ ਥਾਟਸ ਕ੍ਰੀਏਟ ਕਰਦਾ ਹੈ ਤੇ ਬੁੱਧੀ ਸਾਡੇ ਉਹਨਾਂ ਥਾਟਸ ਨੂੰ ਵਿਜ਼ੂਅਲਾਈਜ਼ ਕਰਦੀ ਹੈ। ਤਾਂ ਹੀ ਜਦ ਮਨ ਔਰ ਬੁੱਧੀ ਇਕੱਠੇ ਹੁੰਦੇ ਨੇ ਤਾਂ ਹੀ ਅਸੀਂ ਆਪਣੇ ਆਪ ਨੂੰ ਉਸ ਆਤਮਿਕ ਸਥਿਤੀ ਵਿੱਚ ਦੇਖ ਪਾਉਂਦੇ ਹਾਂ। ਤੇ ਅਸੀਂ ਹੁਣ ਅੱਜ ਦੀ ਕਲਾਸ ਦਾ ਖਤਮ ਕਰਨ ਤੋਂ ਪਹਿਲੇ ਅਸੀਂ ਥੋੜੀ ਦੇਰ ਲਾਈਕ ਮੈਡੀਟੇਸ਼ਨ ਕਰਨੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਥੋੜੀ ਦੇਰ ਵਾਸਤੇ ਆਪਣੇ ਜੇ ਕੋਈ ਚੀਜ਼ ਆਪਣੇ ਹੱਥ ਵਿੱਚ ਫੜੀ ਹੋਈ ਹੈ, ਪੈਨ ਕਾਪੀ ਕੁਝ ਵੀ, ਥੋੜੀ ਦੇਰ ਵਾਸਤੇ ਤੇ ਉਹਨੂੰ ਛੱਡ ਦੋ, ਰੱਖ ਦੋ ਸਾਈਡ ਤੇ ਥੋੜੀ ਦੇਰ ਵਾਸਤੇ। ਜੇ ਮਨ ਵਿੱਚ ਕੋਈ ਗੱਲ ਫੜੀ ਹੋਈ ਹੈ ਉਹਨੂੰ ਵੀ ਸਾਈਡ ਤੇ ਰੱਖ ਦੋ ਥੋੜੀ ਦੇਰ ਵਾਸਤੇ। ਮਨ ਤੋਂ ਉਸ ਗੱਲ ਨੂੰ ਵੀ ਸਾਈਡ ਤੇ ਕਰ ਦੋ ਥੋੜੀ ਦੇਰ ਵਾਸਤੇ। मन तू ज्योत स्वरूप है, अपना मूल पछाण, मैं ओ ज्योति स्वरूप पॉइंट ऑफ लाइट मैं ओ रूह हाँ। मैं पवित्र आत्मा हाँ। मैं शक्तिशाली आत्मा हाँ। मैं शांत स्वरूप आत्मा हाँ। मैं प्यार भरी आत्मा हाँ। मैं ज्ञान भरी आत्मा हाँ। मैं खुशियां ते आनंद भरी आत्मा। मैं इस शरीर तो वख हाँ। ਇਹ शरीर पंज तत्वां दा, मिट्टी दा तन, मिट्टी विच मिल जाना। मगर मैं आत्मा अकाल मूरत हाँ।
ਨਾ ਮੈਨੂੰ ਅੱਗ ਜਲਾ ਸਕਦੀ ਹੈ, ਨਾ ਮੈਨੂੰ ਪਾਣੀ ਡੁਬੋ ਸਕਦਾ ਹੈ। ਮੈਨੂੰ ਤਲਵਾਰ ਕੱਟ ਨਹੀਂ ਸਕਦੀ, ਮੈਨੂੰ ਹਵਾ ਉਡਾ ਨਹੀਂ ਸਕਦੀ। ਮੈਂ ਅਜਰ ਅਮਰ ਅਵਿਨਾਸ਼ੀ ਜੋਤ ਹਾਂ। ਮੈਂ ਨਿਰਭਉ ਆਤਮਾ ਹਾਂ। ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁਣ। ਮੈਂ ਨਿਰਵੈਰ ਆਤਮਾ ਹਾਂ। ਮੇਰਾ ਕਿਸੇ ਨਾਲ ਵੈਰ ਨਹੀਂ। ਮੈਂ ਆਤਮਾ ਤੇ ਮੇਰੇ ਆਸ-ਪਾਸ ਹਰ ਇਨਸਾਨ ਆਤਮਾ ਹੈ। ਏ ਸ਼ਰੀਰਾ ਮੇਰਿਆ, ਹਰ ਤੁਧ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਜਦ ਵਾਹਿਗੁਰੂ ਨੇ ਇਸ ਸਰੀਰ ਦੇ ਵਿੱਚ ਮੈਨੂੰ ਜੋਤ ਨੂੰ ਪਾਇਆ, ਤਾਂ ਮੈਂ ਇਸ ਧਰਤੀ ਦੇ ਵਿੱਚ ਜਨਮ ਲੈ ਕੇ ਆਇਆ। ਮੈਂ ਸਰੀਰ ਨਹੀਂ ਹਾਂ। ਮੈਂ ਸਰੀਰ ਤੋਂ ਪਹਿਲੇ ਵੀ ਐਗਜ਼ਿਸਟ ਕਰਦਾ ਸੀ ਤੇ ਇਸ ਸਰੀਰ ਤੋਂ ਨਿਕਲਣ ਦੇ ਬਾਅਦ ਵੀ ਮੈਂ ਐਗਜ਼ਿਸਟ ਕਰਦਾ ਰਵਾਂਗਾ। ਕਿਉਂਕਿ ਆਤਮਾ ਅਮਰ ਹੈ। ਮੈਂ ਆਤਮਾ ਦੇ 3 ਪਾਰਟਸ ਹਨ: ਮਨ, ਬੁੱਧੀ ਤੇ ਸੰਸਕਾਰ। ਮਨ ਥਾਟਸ ਪੈਦਾ ਕਰਦਾ ਹੈ। ਹੁਣ ਮੈਂ ਆਪਣੇ ਮਨ ਨੂੰ ਟ੍ਰੇਨ ਕੀਤਾ ਕਿ ਮੇਰਾ ਮਨ ਪੋਜ਼ਿਟਿਵ ਥਾਟਸ ਕ੍ਰੀਏਟ ਕਰੇ। ਮੈਂ ਆਪਣੇ ਥਾਟਸ ਨੂੰ, ਵਿਚਾਰਾਂ ਨੂੰ ਧਿਆਨ ਨਾਲ ਆਬਜ਼ਰਵ ਕਰਦਾ ਹਾਂ। ਅਸੀਂ ਦੇਖਦੇ ਹਾਂ ਕਿ ਕਿਹੜਾ ਥਾਟ ਚੰਗਾ ਹੈ ਤੇ ਕਿਹੜਾ ਥਾਟ ਮਾੜਾ ਹੈ। ਜੇ ਮਾੜਾ ਥਾਟ ਆਂਦਾ ਤੇ ਅਸੀਂ ਉਸ ਮਾੜੇ ਥਾਟ ਨੂੰ ਚੰਗੇ ਥਾਟ ਨਾਲ ਰਿਪਲੇਸ ਕਰ ਦਿੰਦੇ। ਦੁੱਖ ਦਾਰੂ ਸੁਖ ਰੋਗ ਪਿਆ। ਜੇ ਕੋਈ ਦੁੱਖ ਆਂਦਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਤੇ ਮੈਂ ਉਸ ਦੁੱਖ ਤੋਂ ਘਬਰਾਉਣ ਦੀ ਬਜਾਏ, ਪਰੇਸ਼ਾਨ ਹੋਣ ਦੀ ਬਜਾਏ, ਮੈਂ ਉਸ ਦੁੱਖ ਨੂੰ ਇੱਕ ਦਵਾ ਸਮਝ ਕੇ स्वीकार करदा हाँ। क्योंकि दुख जो हैगा वो असली दवाई है।
ਮੇਰੇ ਮਨ ਦਾ ਦੂਜਾ ਆਤਮਾ ਦਾ ਦੂਜਾ ਪਾਰਟ ਹੈ ਬੁੱਧੀ, ਇੰਟੈਲੈਕਟ, ਜੋ ਪਰਖਦੀ ਹੈ। ਡਿਸਾਈਡ ਕਰਦੀ ਹੈ ਕਿ ਕਿਹੜਾ ਕੰਮ ਮੈਂ ਕਰਾਂ, ਕਿਹੜਾ ਕੰਮ ਮੈਂ ਨਾ ਕਰਾਂ, ਕਿਹੜਾ ਥਾਟ ਚੰਗਾ ਤੇ ਕਿਹੜਾ ਥਾਟ ਮਾੜਾ। ਤੇ ਬੁੱਧੀ, ਸਾਡੀ ਬੁੱਧੀ ਨੂੰ ਵਧਾਉਣ ਵਾਸਤੇ ਸਾਨੂੰ ਗਿਆਨ ਚਾਹੀਦਾ। ਪਰਮਾਤਮਾ ਦੇ ਗਿਆਨ ਦੇ ਨਾਲ ਹੀ ਅਸੀਂ ਆਪਣੀ ਬੁੱਧੀ ਦੀ ਸ਼ਕਤੀ ਨੂੰ ਵਧਾਉਂਦੇ ਹਾਂ ਤੇ ਤਾਂ ਹੀ ਸਾਡੀ ਬੁੱਧੀ ਜੋ ਹੈ ਸਾਡੇ ਮਨ ਨੂੰ ਚੰਗੇ ਪਾਸੇ ਲੈ ਕੇ ਜਾਂਦੀ ਹੈ। ਸਾਡੀ ਆਤਮਾ ਦਾ ਤੀਜਾ ਪਾਰਟ ਸੰਸਕਾਰ। ਜਦ ਬੁੱਧੀ ਬਾਰ-ਬਾਰ ਇੱਕੋ ਚੀਜ਼ ਦੱਸਦੀ ਹੈ ਮਨ ਨੂੰ ਕਿ ਚੰਗਾ ਕੰਮ ਹੀ ਕਰਨਾ, ਸਿਰਫ ਰੱਬ ਦੀ ਸ਼ਰੀਮਤ ਤੇ ਚੱਲਣਾ, ਤਾਂ ਧੀਰੇ ਧੀਰੇ ਉਹ ਸਾਡੀ ਆਤਮਾ ਦੇ ਉੱਤੇ ਲਿਖਿਆ ਜਾਂਦਾ ਹੈ। ਕਰ ਕਰ ਕਰਨਾ ਲਿਖ ਲੈ ਜਾਏ। ਜਿਹੜਾ ਕਰਮ ਅਸੀਂ ਬਾਰ-ਬਾਰ ਕਰਦੇ ਹਾਂ ਰਿਪੀਟਿਡਲੀ, ਉਹ ਸਾਡੀ ਆਤਮਾ ਦੇ ਉੱਤੇ ਲਿਖਿਆ ਜਾਂਦਾ ਹੈ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਅੱਜ ਤੱਕ ਅਸੀਂ ਸੁੱਖ ਨੂੰ ਬਾਹਰ ਲੱਭਦੇ ਪਏ ਸੀਗੇ ਕਿ ਬਾਹਰੋਂ ਚੀਜ਼ਾਂ ਮੇਰੀਆਂ ਠੀਕ ਹੋ ਜਾਣ ਤਾਂ ਮੈਂ ਸੁਖੀ ਹੋਵਾਂਗਾ, ਦੂਜੇ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਨ ਤਾਂ ਮੈਂ ਸੁਖ ਹੋਵਾਂਗਾ। ਮਗਰ ਅੱਜ ਅਸੀਂ ਜਾਣਿਆ ਕਿ ਸਾਡਾ ਅਸਲੀ ਸੁੱਖ, ਅਸਲੀ ਖੁਸ਼ੀ ਸਾਨੂੰ ਸਾਡੇ ਅੰਦਰ ਵਸਦੀ ਹੈ। ਦੁਨੀਆ ਵਿੱਚ ਕਿਸੇ ਫਿਜ਼ੀਕਲ ਚੀਜ਼ ਦੇ ਨਾਲ ਸਾਨੂੰ ਪਰਮਾਨੈਂਟ ਖੁਸ਼ੀ, ਸੁਖੀ ਨਹੀਂ ਮਿਲ ਸਕਦੀ। ਖੁਸ਼ੀ, ਸ਼ਾਂਤੀ, ਪਿਆਰ, ਇਹ ਸਭ ਮੇਰੇ ਆਤਮਾ ਦੇ ਨਿੱਜੀ ਗੁਣ ਹਨ। ਮੈਂ ਪਵਿੱਤਰ ਆਤਮਾ ਹਾਂ। ਮੈਂ ਸ਼ਕਤੀਸ਼ਾਲੀ ਆਤਮਾ ਹਾਂ। ਮੈਂ ਸ਼ਾਂਤ ਸਰੂਪ ਆਤਮਾ। ਮੈਂ ਪਿਆਰ ਤੇ ਖੁਸ਼ੀਆਂ ਭਰੀ ਆਤਮਾ ਹਾਂ। ਮੈਂ ਵਾਹਿਗੁਰੂ ਦੇ ਨਾਲ ਅਤੀ ਇੰਦਰੀਏ ਸੁਖ, ਆਨੰਦ ਨੂੰ ਮਹਿਸੂਸ ਕਰ ਰਹੇ ਹਾਂ। ਇਹਦੇ ਨਾਲ ਸਾਡੀ ਅੱਜ ਦੀ ਕਲਾਸ ਆਲਮੋਸਟ ਫਿਨਿਸ਼ ਹੋ ਗਈ ਹੈ। ਇਹ ਸਾਡਾ ਹੋਮਵਰਕ ਹੈਗਾ ਅੱਜ ਦਾ ਕਿ ਅਸੀਂ ਆਪਣੇ ਆਪ ਨੂੰ ਪ੍ਰੈਕਟਿਸ ਕਰੀਏ ਕਿ ਵਿਜ਼ੂਅਲਾਈਜ਼ ਆਪਣੇ ਆਪ ਨੂੰ ਇੱਕ ਪੁਆਇੰਟ ਆਫ ਲਾਈਟ, ਇੱਕ ਸੋਲ ਵਾਂਗ ਵਿਜ਼ੂਅਲਾਈਜ਼ ਕਰੀਏ ਬਹਿ ਕੇ, ਜਿਹੜੀ ਸੋਲ ਇਸ ਸਾਡੇ ਮੱਥੇ ਦੇ ਵਿੱਚ ਵਿਰਾਜਮਾਨ ਹੈ। ਤੇ ਅਸੀਂ ਦੂਜਾ ਹੋਮਵਰਕ ਹੈ ਸਾਡਾ ਕਿ ਅਸੀਂ ਆਪਣੇ ਥਾਟਸ ਨੂੰ ਅਬਜ਼ਰਵ ਕਰੀਏ। ਸਾਡੇ ਕੋਲ ਕਿਹੜੇ ਥਾਟਸ ਆ ਰਹੇ ਨੇ ਸਾਡੇ ਮਨ ਦੇ ਵਿੱਚ, ਅਸੀਂ ਆਪਣੇ ਥਾਟਸ ਨੂੰ ਦੇਖੀਏ ਬਹਿ ਕੇ। ਕੋਈ ਜੱਜ ਨਹੀਂ ਕਰਨਾ ਅਸੀਂ ਥਾਟਸ ਨੂੰ, ਬਸ ਅਬਜ਼ਰਵ ਕਰਨਾ ਸਿਰਫ ਕਿ ਥਾਟਸ ਸਾਡੇ ਕੋਲ ਕਿਹੜੇ ਆ ਰਹੇ ਨੇ। ਤੇ ਉਹਦੇ ਨਾਲ ਸਾਡੀ ਕੁਝ ਹੋਰ ਵੀ ਕਲਾਸਿਸ ਹੈਗੀਆਂ ਨੇ ਬ੍ਰਹਮ ਕੁਮਾਰੀ ਸਿਲੀਕਨ ਵੈਲੀ ਤੋਂ। there is a class starting tomorrow on decoding destiny at 2 to 3 p.m. Link ਅਸੀਂ chat ਤੇ post ਕਰ ਦਾਂਗੇ। You can register for it starting tomorrow for the next 3 Sundays to 2 o'clock.
ਬੱਚਿਆਂ ਦੀ ਵੀ ਕਲਾਸਿਸ ਹੁੰਦੀਆਂ ਇੱਥੇ ਨਰਚਰਿੰਗ ਵੈਲਿਊਜ਼ 8 to 14 year old kid ਬਹੁਤ ਸੋਹਣੀਆਂ ਕਲਾਸਿਸ ਨੇ ਬੱਚਿਆਂ ਦੀਆਂ I wish when I was a kid I had registered for these classes my life ਮੇਰੀ ਜ਼ਿੰਦਗੀ ਅਲੱਗ ਹੁੰਦੀ ਜੇ ਮੈਂ ਐਜ਼ ਅ ਬਚਪਨ ਵਿੱਚ ਮੈਂ ਸਭ ਕੁਝ ਸਿੱਖਿਆ ਹੁੰਦਾ ਜੇ ਤੇ ਅਸੀਂ ਕੰਪਨੀਜ਼ ਦੇ ਵਿੱਚ ਵੀ ਵਰਕਪਲੇਸ ਤੇ ਵੈਬਿਨਾਰਸ ਆਫਰ ਕਰਦੇ ਹਾਂ ਜੇ ਤੁਹਾਨੂੰ ਤੁਹਾਡੀ ਕੰਪਨੀ ਵਾਸਤੇ ਕੋਈ ਵੈਲਬਿੰਗ ਵੈਬਿਨਾਰ ਚਾਹੀਦਾ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਕੰਪਨੀ ਵਿੱਚ ਆ ਕੇ ਵੀ ਵੈਲਬਿੰਗ ਵੈਬਿਨਾਰ ਦੇ ਸਕਦੇ ਹਾਂ ਤੇ ਵਿਦ ਥੈਟ ਵੀਲ ਓਪਨ ਇਟ ਅਪ ਟੂ Q&A ਜੇ ਤੁਹਾਨੂੰ ਕੁਝ ਸਵਾਲ ਪੁੱਛਣਾ ਹੋਵੇ ਤੇ ਤੁਸੀਂ Q&A ਵਾਲੀ ਵਿੰਡੋ ਤੇ ਟਾਈਪ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣਾ ਹੈਂਡ ਰੇਜ਼ ਕਰ ਸਕਦੇ ਹੋ ਜ਼ੂਮ ਤੇ ਅਸੀਂ ਤੁਹਾਨੂੰ ਅਨਮਿਊਟ ਕਰ ਦਾਂਗੇ ਐਂਡ ਆਈ ਥਿੰਕ ਤੁਹਾਡੇ ਸਾਰਿਆਂ ਕੋਲ ਮੇਰਾ ਈਮੇਲ ਐਡਰੈਸ ਹੈਗਾ ਮੈਂ ਤੁਹਾਨੂੰ ਈਮੇਲ ਭੇਜੀਏ ਸਾਰਿਆਂ ਨੂੰ ਤੇ ਯੂ ਕੈਨ ਆਲਵੇਜ਼ ਸੈਂਡ ਮੀ ਐਨ ਈਮੇਲ ਐਜ਼ ਵੈਲ ਜੇ ਤੁਹਾਨੂੰ ਕੋਈ ਸਵਾਲ ਹੋਵੇ ਥੈਂਕ ਯੂ ਸੋ ਮਚ ਮਨਪ੍ਰੀਤ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਵਧੀਆ ਕਲਾਸ ਸੀ ਅੱਜ ਦੀ ਜੇ ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਅਸੀਂ ਪੁੱਛ ਸਕਦੇ ਹਾਂ ਕਿਰਨ ਭੈਣ ਮੈਨੂੰ ਨਹੀਂ ਲੱਗਦਾ ਕੋਈ ਉੱਚ ਕੁਐਸਚਨ ਹੈਗਾ ਚੈਟ 'ਚ ਤੁਹਾਨੂੰ ਲੱਗਦਾ ਕੋਈ ਕੁਐਸਚਨ ਹੈ ਤਾਂ ਆਪਾਂ ਵੀ ਕੈਨ ਗੋ ਥਰੂ ਇਟ थोड़े क्वेश्चन है जी okay 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 maybe I think ਪਹਿਲਾ ਸਵਾਲ ਹੈ ਕਿ can you explain what purity means ਪਵਿੱਤਰਤਾ ਦਾ ਮਤਲਬ ਕੀ ਹੈਗਾ ਪਵਿੱਤਰਤਾ ਜੋ ਹੁੰਦੀ ਹੈ ਪਵਿੱਤਰਤਾ ਦਾ ਸਭ ਤੋਂ ਵੱਡਾ ਮਤਲਬ ਹੈਗਾ ਸਾਡੇ ਅੰਦਰ ਦੀ ਪਵਿੱਤਰਤਾ ਸਾਡੇ ਮਨ ਦੀ ਪਵਿੱਤਰਤਾ ਸਾਡੀ ਸੋਚ ਦੀ ਪਵਿੱਤਰਤਾ ਕਹਿੰਦੇ ਨੇ ਸਾਡੇ ਆਪਣੇ ਅਸੀਂ ਥਾਟਸ ਵਰਡਸ ਔਰ ਐਕਸ਼ਨਸ ਨੂੰ ਅਲਾਈਨ ਕਰੀਏ ਅਸੀਂ ਕੀ ਸੋਚ ਰਹੇ ਹਾਂ ਉਸੇ ਹਿਸਾਬ ਨਾਲ ਹੀ ਅਸੀਂ ਬੋਲੀਏ ਬਹਿ ਕੇ ਤੇ ਉਸੇ ਹਿਸਾਬ ਨਾਲ ਹੀ ਅਸੀਂ ਕਰਮ ਕਰੀਏ ਆਪਣੇ ਹੱਥਾਂ ਦੇ ਨਾਲ ਜੇ ਸਾਡੀ ਸੋਚ ਸਾਡੇ ਵਰਡਸ ਸਾਡੇ ਐਕਸ਼ਨਸ ਇਹ ਤਿੰਨੋਂ ਅਲਾਈਨ ਹੋਣ ਤੇ ਇਹਨਾਂ ਤਿੰਨਾਂ ਦੇ ਅਲਾਈਨ ਹੋਣ ਤੇ ਸਾਡੀ ਸੋਚ ਜੋ ਹੈ ਸਾਡੀ ਸੋਚ ਰੱਬ ਦੀ ਸੋਚ ਦੇ ਨਾਲ ਅਲਾਈਨ ਹੋਵੇ ਐ ਨਹੀਂ ਕਿ ਮੈਂ ਮਨ ਵਿੱਚ ਮਾੜਾ ਸੋਚਾਂ ਫਿਰ ਮਾੜਾ ਮੂੰਹ ਤੋਂ ਬੋਲਾਂ ਤੇ ਮਾੜਾ ਕਰਮ ਬੋਲਾਂ ਉਹਦੇ ਨਾਲ ਮੇਰੀ ਥਾਟਸ ਵਰਡਸ ਔਰ ਐਕਸ਼ਨਸ ਅਲਾਈਨ ਹੋ ਗਏ ਮੈਂ ਬੁਰਾ ਸੋਚਿਆ ਕਿਸੇ ਦੇ ਬਾਰੇ ਮੈਂ ਬੁਰਾ ਬੋਲਿਆ ਉਹਨੂੰ ਜਾ ਕੇ ਫਿਰ ਮੈਂ ਬੁਰੇ ਕੰਮ ਕੀਤੇ ਉਹਨੂੰ ਜਾ ਕੇ ਉਹਦੇ ਵਿੱਚ ਉਹ ਤਿੰਨੋਂ ਚੀਜ਼ਾਂ ਅਲਾਈਨ ਨੇ ਥਾਟਸ ਵਰਡਸ ਐਕਸ਼ਨਸ ਅਲਾਈਨ ਨੇ ਬਟ ਉਹ ਪਿਓਰ ਥਾਟਸ ਨਹੀਂ ਹੈਗੇ ਰਾਈਟ ਦੇ ਆਰ ਨਾਟ ਅਲਾਈਨਡ ਵਿਦ ਦ ਡਿਵਿਨਿਟੀ ਵਿਦ ਦ true values of God ਤੇ ਅਸੀਂ ਜੇ ਪਿਓਰਿਟੀ ਦਾ ਅਸਲੀ ਮਤਲਬ ਹੈਗਾ ਕਿ ਅਸੀਂ ਆਪਣੀ ਸੋਚ ਨੂੰ ਪਵਿੱਤਰ ਬਣਾਈਏ ਸਭ ਤੋਂ ਪਹਿਲੇ ਸਾਡੇ ਮਨ ਦੇ ਵਿੱਚ ਕੋਈ ਨੈਗੇਟਿਵ ਖਿਆਲ ਕੋਈ ਗੁੱਸਾ ਕੋਈ ਈਰਸ਼ਿਆ ਕੋਈ ਵੈਤ ਕੋਈ ਦ્વੈਤ ਕੋਈ ਗਲਤ ਕੰਮ ਕੋਈ ਗੁੱਸਾ ਕੋਈ ਨੈਗੇਟਿਵਿਟੀ ਕੋਈ ਜੈਲਸੀ ਕੋਈ ਉਹ ਵਾਲੀ ਫੀਲਿੰਗਸ ਨਾ ਹੋਣ ਸਾਡੇ ਮਨ ਦੇ ਅੰਦਰ ਉਹਨੂੰ ਅਸੀਂ ਕਹਿੰਦੇ ਆ ਪਵਿੱਤਰਤਾ ਹਾਂਜੀ ਥੈਂਕ ਯੂ ਬਾਈ ਦੂਸਰਾ ਕੁਐਸਚਨ ਹੈਗਾ ਕਿ ਅਸੀਂ ਕਿਹੜੇ ਟਾਈਮ ਤੇ ਮੈਡੀਟੇਸ਼ਨ ਕਰ ਸਕਦੇ ਹਾਂ ਕਿਹੜਾ ਟਾਈਮ ਸਹੀ ਹੈ ਮੈਡੀਟੇਸ਼ਨ ਮਤਲਬ ਵੈਸੇ ਤੇ ਅਸੀਂ ਕਿਸੇ ਟਾਈਮ ਵੀ ਕਰ ਸਕਦੇ ਹਾਂ ਮੈਡੀਟੇਸ਼ਨ but the best time that I have learned from Brahma Kumari even ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਿ ਅੰਮ੍ਰਿਤ ਵੇਲਾ ਜਿਹੜਾ ਹੁੰਦਾ ਹੈ ਸਵੇਰ ਦੇ early morning hours between say 2 a.m. to 5 a.m. Ideally say preferably say around 4 o'clock or so ਉਹਨੂੰ ਕਿਹਾ ਜਾਂਦਾ ਬੈਸਟ ਟਾਈਮ ਅੰਮ੍ਰਿਤ ਵੇਲਾ ਰੱਬ ਨੂੰ ਯਾਦ ਕਰਨ ਵਾਸਤੇ ਤੇ ਉਹਦੇ ਪਿੱਛੇ there is a big scientific reason that I learned from Brahma Kumari ਮੈਨੂੰ ਪਹਿਲੇ ਵਿਸ਼ਵਾਸ ਨਹੀਂ ਹੁੰਦਾ ਸੀਗਾ ਕਿ 4 ਵਜੇ ਕੀ ਖਾਸੀਅਤ ਹੈਗੀ ਹੈ ਕਿ ਜਿਹੜਾ ਮੈਨੂੰ ਸਵੇਰੇ 4 ਵਜੇ ਹੀ ਉੱਠਣਾ ਬਹਿ ਕੇ I was actually a late sleeper all my life ਮੈਂ ਰਾਤੀ 12-1 ਵਜੇ ਸੌਂਦਾ ਹੁੰਦਾ ਸੀ ਹਮੇਸ਼ਾ ਪਹਿਲੇ ਤੇ ਸਵੇਰੇ ਲੇਟ ਉੱਠਦਾ ਸੀ ਸਾਰੀ ਜ਼ਿੰਦਗੀ ਮੈਂ ਤੇ ਮੈਨੂੰ ਸਵੇਰੇ ਵਾਸਤੇ ਉੱਠਣਾ ਮੇਰੇ ਵਾਸਤੇ was a very very big hard thing for me to change my routine and ਤੇ I really fought hard with myself ਕਿ ਕਿਉਂ ਕਰਨਾ ਹੈ I did not blindly believe in it ਕਿ
everyone is telling me कि अमृत वेला उठो तो मैं उठ जावा बैठ के blindly believe नहीं किया मैं किसी ਨੂੰ भी but until I was convinced myself deeply कि what is the secret behind Amrit Vela, then I could not resist changing my routine and getting up at 4 a.m. And the secret that I learned was कि ਅਸੀਂ ਉਹ ਜੋਤ ਸਰੂਪ ਹੈਗੇ ਆ ਉਹ ਜੋਤ ਸਰੂਪ ਆਤਮਾ ਜੋ ਹੈਗੀ ਹੈ ਉਹ ਜੋ ਥਾਟਸ ਪੈਦਾ ਕਰ ਰਹੀ ਹੈ ਰਾਈਟ ਉਹ ਜੋ अर्ਲੀ ਆਵਰਸ ਹੈਗੇ ਨੇ ਅੰਮ੍ਰਿਤ ਵੇਲੇ ਦੇ 2 4 3 ਤੋਂ ਲੈ ਕੇ 5 ਵਜੇ ਤੱਕ ਦੇ ਉਸ ਵੇਲੇ ਮੈਜੋਰਿਟੀ ਆਤਮਾ ਸੋ ਰਹੀਆਂ ਨੇ ਤੇ ਮੈਜੋਰਿਟੀ ਆਤਮਾ ਜਦ ਸੋ ਰਹੀਆਂ ਨੇ ਬਹਿ ਕੇ ਤੇ ਉਹਨਾਂ ਦੇ ਥਾਟਸ ਜੋ ਹੈਗੇ ਨੇ their minds are not consciously producing any negative thoughts at that point. There are very, very few souls who are awake at that time. So the amount of negativity and vibrations, negative vibrations around are actually very, very less at that time. And time jad environment positivity da parya hove, then that becomes the easiest way for us to, best time for us to, connect with the divine. We'll talk about this in detail also in one of the, upcoming classes. But I do strongly recommend ke, Amrit Vela utke, swere 4 baje utke, you don't have to sit for a long time, just even, starting with like 5 minutes a day is a great starting point. I personally started with only 5 minutes. मैं जिंदगी कदे meditation नहीं की थी and I started only like 5 minutes a week personally. And dhire, when that 5 minutes a week was giving me so much, return on investment, I made it 5 minutes a day. And then 5 minutes a day, when that started giving me so much more, happy, shanti or khushi or pyar, ਤਾਂ ਮੈਂ ਉਹਨੂੰ ਧੀਰੇ ਉਹਨੂੰ ਮੈਂ 5 ਮਿੰਟ 10 ਮਿੰਟ 15 ਮਿੰਟ ਕਰਦੇ and I reached the stage of doing it for a much longer time. But ਉਹ change immediately ਨਹੀਂ ਆਉਂਦਾ. So I would recommend ਕਿ start ਜੇ ਤੁਸੀਂ ਅੱਜ ਤੱਕ ਨਹੀਂ ਕੀਤੀ ਕਦੇ meditation ਤੁਹਾਡਾ ਕੋਈ routine ਨਹੀਂ ਹੈਗਾ ਤੇ just start with 5 minutes a day, but ਉਹਨੂੰ consistent ਰੱਖੋ ਬਿਲਕੁਲ every day, no matter what. Pick a routine, pick a time of the day, pick a routine and start it habitually ताकि वो धीरे आदत बन जाए, धीरे साਡਾ संस्कार बन जाए साਡਾ. Thank you, brother. बहुत अच्छी तरह एक्सप्लेन ਕੀਤਾ ਅਸੀਂ ਅੰਮ੍ਰਿਤ ਵੇਲੇ ਦਾ ਮਤਲਬ ਇੱਕ ਹੋਰ ਲਾਸਟ ਕੁਐਸਚਨ ਹੈਗਾ ਹੈ ਕਿ ਜੇ ਤੁਹਾਨੂੰ ਕੋਈ ਹਰਟ ਕਰਦਾ ਹੈ ਜਾਂ ਕੋਈ ਸਿਚੁਏਸ਼ਨ ਇਦਾਂ ਦੀ ਹੈ ਤੁਹਾਨੂੰ ਲੱਗਦਾ ਕਿ ਉਹ ਮੇਰੇ ਨਾਲ ਗਲਤ ਹੋਇਆ ਹੈ ਉਹਨੂੰ ਤੁਸੀਂ ਕਿੱਦਾਂ ਹੈਂਡਲ ਕਰ ਸਕਦੇ ਹੋ ਸਿਚੁਏਸ਼ਨ ਨੂੰ? ਇਹ ਹਰਟ ਜੋ ਹੈਗਾ ਇਹ ਕਾਫੀ ਡੀਪ ਟੌਪਿਕ ਹੈਗਾ. Some things on the hurt will get clear over the next few classes. But I'll summarize case, one line which ke hurt da jo asli ਉਹ ਹੈਗਾ ਬਹਿ ਕੇ ਕਿ ਜੇ ਅਸੀਂ ਇੱਕ ਗੱਲ ਨੂੰ ਸਮਝ ਲਈਏ ਨਾ ਬਹਿ ਕੇ ਕਿ ਮੈਂ ਆਪਣੇ ਆਪ ਦਾ ਸਭ ਤੋਂ ਵੱਡਾ ਦੁਸ਼ਮਣ ਹਾਂ ਤੇ ਮੈਂ ਹੀ ਆਪਣਾ ਸਭ ਤੋਂ ਵੱਡਾ ਮਿੱਤਰ ਹਾਂ ਆਪਣੇ ਆਪ ਦਾ. ਜੇ ਅਸੀਂ ਇੱਕ ਗੱਲ ਨੂੰ ਸਮਝ ਲਈਏ ਨਾ ਬਹਿ ਕੇ ਤਾਂ ਸਾਡੇ ਅੰਦਰੋਂ ਕਿਸੇ ਹੋਰ ਦੇ ਉੱਤੇ ਗੁੱਸਾ ਕਿਸੇ ਦੇ ਉੱਤੇ ਬਲੇਮ ਕਰਨਾ ਇਹ ਸਭ ਕੁਝ ਨਿਕਲ ਜਾਏਗਾ. The reality is ਕਿ ਕੋਈ ਸਾਨੂੰ ਹਰਟ ਕਰ ਹੀ ਨਹੀਂ ਸਕਦਾ ਇਮੋਸ਼ਨਲੀ. ਦੂਜੇ ਸਾਨੂੰ ਭਾਵੇਂ ਫਿਜ਼ੀਕਲੀ ਹਰਟ ਕਰ ਸਕਦੇ ਨੇ ਜਾਂ ਦੂਜੇ ਸਾਨੂੰ ਸਿਰਫ ਫਾਈਨੈਂਸ਼ੀਅਲੀ ਹਰਟ ਕਰ ਸਕਦੇ ਨੇ ਕੋਈ, ਮਗਰ ਸਾਨੂੰ ਇਮੋਸ਼ਨਲੀ ਕੋਈ ਹਰਟ ਨਹੀਂ ਕਰ ਸਕਦਾ ਦੁਨੀਆ ਵਿੱਚ ਜਦ ਤੱਕ ਅਸੀਂ ਉਹਨਾਂ ਨੂੰ ਹਰਟ ਕਰਨ ਦੀ ਪਰਮਿਸ਼ਨ ਨਾ ਦਈਏ. The reality is ਕਿ ਅਸੀਂ ਆਪ ਕਮਜ਼ੋਰ ਹੁੰਦੇ ਹਾਂ ਆਪਣੇ ਅੰਦਰੋਂ, ਸਾਡੇ ਆਪਣੇ ਅੰਦਰ ਸ਼ਕਤੀ ਨਹੀਂ ਹੁੰਦੀ, ਸਾਨੂੰ ਆਪਣੇ ਆਪ ਸਮਝ ਨਹੀਂ ਹੁੰਦੀ, ਅਸੀਂ ਆਪ ਡਿਪੈਂਡੈਂਟ ਹੁੰਦੇ ਹਾਂ ਦੂਜਿਆਂ ਦੇ ਉੱਤੇ, ਤਾਂ ਅਸੀਂ ਦੂਜਿਆਂ ਦੇ ਉੱਤੇ ਬਲੇਮ ਕਰਨਾ ਹੈ ਕਿ ਤੁਹਾਡੇ ਕਰਕੇ ਮੈਨੂੰ ਹਰਟ ਹੋਇਆ, ਤੁਸੀਂ ਇੰਜ ਬੋਲਿਆ, ਤੁਸੀਂ ਉਂਝ ਬੋਲਿਆ, ਤੁਸੀਂ ਇੰਜ ਕੀਤਾ, ਤੁਸੀਂ ਉਂਝ ਕੀਤਾ. ਅਸੀਂ ਦੂਜਿਆਂ ਦੇ ਉੱਤੇ ਇਲਜ਼ਾਮ ਲਗਾਉਂਦੇ ਹਾਂ ਬਹਿ ਕੇ. ਬਟ ਜੇ ਅਸੀਂ ਆਪਣੇ ਆਪ ਨੂੰ ਸਮਝ ਲਈਏ, ਆਪਣੇ ਆਪ ਦੇ ਉੱਤੇ ਕੰਟਰੋਲ ਕਰ ਲਈਏ, ਆਪਣੇ ਆਪ ਨੂੰ ਸਮਝ ਲਈਏ ਨਾ ਕਿ ਮੈਂ ਇਸ ਸਰੀਰ ਤੋਂ ਵੱਖਰਾ ਹਾਂ, ਮੈਂ ਆਤਮਾ ਹਾਂ, ਮੈਂ ਜੋਤ ਸਰੂਪ ਹਾਂ, ਤੇ ਜੋਤ ਸਰੂਪ ਸਮਝ ਕੇ ਆਪਣੇ ਆਪ ਨੂੰ ਦੇਖੀਏ ਤੇ ਉਸੇ ਜੋਤ ਸਰੂਪ ਵਿੱਚ ਦੂਜਿਆਂ ਨੂੰ ਦੇਖੀਏ, ਤਾਂ ਸਾਡੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਨਿਕਲ ਜਾਣਗੀਆਂ. ਇਹ ਗਲੇਮ ਨੈਗੇਟਿਵਿਟੀ, ਗੁੱਸਾ, ਗਾਲਾਂ ਕੱਢੀਆਂ ਦੂਜਿਆਂ ਨੂੰ, ਇਹ ਸਾਰੀਆਂ ਚੀਜ਼ਾਂ ਨਿਕਲ ਜਾਣਗੀਆਂ ਅੰਦਰੋਂ. ਹਾਂਜੀ, ਸੰਤੋਸ਼ ਜੀ ਤੁਸੀਂ ਹੈਂਡ ਰੇਜ਼ ਕੀਤਾ ਸੀ ਹੁਣੇ? ਅਸੀਂ ਅਨਮਿਊਟ ਕਰ ਸਕਦੇ ਸੰਤੋਸ਼ ਜੀ ਜੇ ਉਹਨਾਂ ਨੇ ਪੁੱਛਣਾ ਹੈ ਕੁਝ ਤੇ. ਹਾਂਜੀ ਜੇ ਕਿਸੇ ਕੋ ਵੀ ਕੋਈ ਕੁਐਸਚਨ ਹੈਗਾ ਅਸੀਂ ਅਨਮਿਊਟ ਕਰ ਸਕਦੇ ਹਾਂ, ਤੁਸੀਂ ਪੁੱਛ ਸਕਦੇ ਹੋ ਕੁਐਸਚਨ.
ਓਕੇ ਮੇਰਾ ਹਾਂਜੀ ਲੱਗਦਾ ਨਹੀਂ ਹੁਣ ਕੋਈ ਕੁਐਸਚਨ ਹੈਗਾ ਹੋਰ ਆਪਾਂ ਕੱਲ ਰਿਜ਼ੂਮ ਕਰਾਂਗੇ ਕਲਾਸ ਸੇਮ ਟਾਈਮ ਤੇ ਠੀਕ ਹੈ ਜੀ, ਥੈਂਕ ਯੂ ਸੋ ਮਚ एवरीवन ਥੈਂਕ ਯੂ ਮਨਪ੍ਰੀਤ ਭਾਈ ਥੈਂਕ ਯੂ ਜੀ, ਓਮ ਸਤਿ ਸ਼੍ਰੀ ਸ਼ਾਂਤੀ ਅਕਾਲ ਸਾਰਿਆਂ ਨੂੰ, ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਸਾਰਿਆਂ ਨੂੰ।